ਸ਼ੇਰੇ ਪੰਜਾਬ AM 600 ਤੁਸੀਂ ਇਸ ਵੇਲੇ ਸੁਣ ਰਹੇ ਹੋ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਅੱਜ ਹੈ ਮੰਡੇ ਤੇ ਇੱਕ ਨਵੇਂ ਹਫਤੇ ਦੀ ਸ਼ੁਰੂਆਤ ਹੋ ਰਹੀ ਹੈ। ਤੁਹਾਨੂੰ ਪਤਾ ਕਿ ਮੰਡੇਜ਼ ਨੂੰ ਅਸੀਂ ਕੁਝ ਖਾਸ ਕਰਦੇ ਹੁੰਦੇ ਹਾਂ, ਮਾਈ ਮੋਟੀਵੇਸ਼ਨਲ ਮੰਡੇਜ਼। ਕਾਰਨ ਇਹ ਹੁੰਦਾ ਕਿ ਜਦੋਂ ਨਵੇਂ ਹਫਤੇ ਦੀ ਸ਼ੁਰੂਆਤ ਹੋਣੀ ਹੁੰਦੀ ਹੈ, ਪੂਰੀ ਤਰ੍ਹਾਂ ਆਪਾਂ ਚਾਰਜ ਹੋਣੇ ਚਾਹੀਦੇ ਹੁੰਦੇ ਹਾਂ। ਵੀਕਐਂਡ 'ਤੇ ਤੁਸੀਂ 2-2 3-3 ਛੁੱਟੀਆਂ ਮਨਾ ਲਈਆਂ, ਠੀਕ ਹੈ। ਅੱਜ ਮੌਸਮ ਵੀ ਬਹੁਤ ਖੂਬਸੂਰਤ ਹੈ, ਪਰ ਜਦੋਂ ਕੁਝ ਨਵਾਂ ਕਰਨ ਦੀ ਗੱਲ ਹੁੰਦੀ ਹੈ, ਉਸ ਵੇਲੇ ਚਾਹੇ ਵਧੀਆ ਮੌਸਮ ਹੋਵੇ ਜਾਂ ਹੋਰ ਸਾਰਾ ਕੁਝ ਪੋਜ਼ੀਟਿਵ ਹੋਵੇ, ਇਹ ਬਹੁਤ ਵਧੀਆ ਕੰਟਰੀਬਿਊਟ ਕਰਦਾ। ਅਤੇ ਬਹੁਤੀ ਵਾਰੀ ਇਹ ਚੀਜ਼ ਹੁੰਦੀ ਹੈ ਕਿ ਇਹ ਚੀਜ਼ਾਂ ਵਧੀਆ ਹੋਣ ਦੇ ਬਾਵਜੂਦ ਸਾਨੂੰ ਅੜਿੱਕੇ ਹੀ ਦਿਸਦੇ ਆ, ਆਬਸਟੀਕਲਸ ਹੀ ਦਿਸਦੇ ਆ, ਬਹੁਤ ਸਾਰੀਆਂ ਔਕੜਾਂ ਦਿਸਦੀਆਂ, ਚੈਲੰਜ ਦਿਸਦੇ ਆ। ਪਰ ਅੱਜ ਕਿਉਂਕਿ ਦਿਸ ਇਜ਼ ਮਾਈ ਮੋਟੀਵੇਸ਼ਨਲ ਮੰਡੇ, ਅੱਜ ਪੂਰੀ ਕੋਸ਼ਿਸ਼ ਕਰਨੀ ਹੈ ਇੱਕ ਵਾਰੀ ਫਿਰ ਤੁਹਾਨੂੰ ਪੂਰੀ ਤਰ੍ਹਾਂ ਚਾਰਜ ਕਰੀਏ। ਇੱਕ ਨਵੀਂ ਸਕਸੈਸ ਸਟੋਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਮੇਰੇ ਨਾਲ ਸਟੂਡੀਓ ਦੇ ਵਿੱਚ ਇੱਕ ਐਸੀ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਦੇ ਨਾਲ ਤੁਸੀਂ ਗੱਲਾਂ ਬਾਤਾਂ ਕਰੋਗੇ, ਜਿਨ੍ਹਾਂ ਦੀਆਂ ਤੁਸੀਂ ਗੱਲਾਂ ਬਾਤਾਂ ਸੁਣੋਗੇ, ਉਸ ਵੇਲੇ ਯਕੀਨਨ ਤੌਰ ਦੇ ਉੱਤੇ ਤੁਹਾਨੂੰ ਇਹ ਗੱਲ ਜ਼ਰੂਰ ਮਹਿਸੂਸ ਹੋਏਗੀ ਕਿ ਹਾਂ, ਇਹ ਗੱਲਾਂ ਕਰਨੀਆਂ ਕਿਉਂ ਜ਼ਰੂਰੀ ਨੇ, ਗੱਲਾਂ ਕਰਨੀਆਂ ਕਿਉਂ ਬਣਦੀਆਂ ਨੇ। ਜਦੋਂ ਅਸੀਂ ਕਿਸੇ ਕਾਮਯਾਬ ਬਿਜ਼ਨਸਮੈਨ ਨੂੰ ਦੇਖਦੇ ਹਾਂ, ਉਹਨਾਂ ਨੂੰ ਸੁਣਦੇ ਹਾਂ, ਉਹਨਾਂ ਵੱਲ ਦੇਖਦਿਆਂ ਇਹ ਲੱਗਦਾ ਹੈ ਕਿ ਵੀ ਸ਼ਾਇਦ ਇਹ ਬਿਜ਼ਨਸ ਇਹਨਾਂ ਦੇ ਲਈ ਕਰਨਾ ਬਹੁਤ ਸੌਖਾ ਹੈ, ਬਹੁਤ ਕਮਾਈ ਹੋ ਰਹੀ ਹੋਏਗੀ, ਬਹੁਤ ਇਹਨਾਂ ਦੇ ਠਾਠ ਲੱਗਦੇ ਆ, ਸਾਰਾ ਕੁਝ ਚੰਗਾ ਚੰਗਾ ਲੱਗ ਰਿਹਾ ਅਤੇ ਬੜੀ ਇੱਕ ਆਈਡੀਅਲ ਜਿਹੀ ਪਲੇਸ ਲੱਗਦੀ ਹੈ ਕਿ ਕਿੱਦਾਂ ਇਹਨਾਂ ਨੇ ਹਾਸਿਲ ਕਰ ਲਈ ਹੋਏਗੀ। ਪਰ ਉਹਦੇ ਪਿੱਛੇ ਸਟਰਗਲ ਕੀ ਹੈ, ਕਿੱਥੋਂ ਸ਼ੁਰੂਆਤ ਹੋਈ ਅਤੇ ਕਿਹੋ ਜਿਹੀਆਂ ਆਬਸਟੀਕਲਸ, ਕਿਹੋ ਜਿਹੇ ਚੈਲੰਜਿਸ, ਕਿਹੋ ਜਿਹੇ ਰਿਸਕ ਜਿਹੜੇ ਇਹਨਾਂ ਨੇ ਜਿਨ੍ਹਾਂ ਦਾ ਸਾਹਮਣਾ ਕੀਤਾ ਜਾਂ ਜਿਨ੍ਹਾਂ ਰਿਸਕਸ ਨੂੰ ਇਹ ਲੈਣ ਨੂੰ ਤਿਆਰ ਹੋਏ ਅਤੇ ਉਸ ਤੋਂ ਬਾਅਦ ਜਿਹੜੀ ਸਫਲਤਾ ਹੈ ਇਹਨਾਂ ਨੂੰ ਜ਼ਰੂਰ ਹਾਸਿਲ ਹੋਈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਸੇ ਸਿਲਸਿਲੇ ਦੇ ਵਿੱਚ ਗੱਲਾਂ ਬਾਤਾਂ ਕਰਾਂਗੇ। ਲਗਾਤਾਰ ਸੁਣਦੇ ਰਹਿਣਾ ਸ਼ੇਰੇ ਪੰਜਾਬ AM 600। ਮੈਂ ਆਪਣੇ ਸਟੂਡੀਓ ਦੇ ਵਿੱਚ ਮਾਈ ਮੋਟੀਵੇਸ਼ਨਲ ਮੰਡੇਜ਼ ਦੇ ਵਿੱਚ ਸਵਾਗਤ ਕਰ ਰਹੀ ਹਾਂ ਤੇਜਾ ਫੂਡ ਦੇ ਓਨਰ ਨੇ ਮਨਦੀਪ ਬੈਂਸ ਜੀ। ਮਨਦੀਪ ਜੀ, ਜੀ ਆਇਆਂ ਨੂੰ, ਵੈਲਕਮ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ। ਸੋ ਮਨਦੀਪ ਜੀ, ਤੇਜਾ ਫੂਡਸ ਤੋਂ ਸਾਡੀ ਕਮਿਊਨਿਟੀ ਦੇ ਲੋਕ ਖਾਸ ਕਰਕੇ ਸਾਰੇ ਵਾਕਫ ਨੇ। ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਇਹੋ ਜਿਹਾ ਇੰਡੋ ਕੈਨੇਡੀਅਨ ਘਰ ਹੋਏਗਾ ਜਿੱਥੇ ਤੇਜਾ ਫੂਡ ਦੇ ਜਿਹੜੇ ਫੂਡਸ ਨੇ, ਉਹਨਾਂ ਦੇ ਪ੍ਰੋਡਕਟਸ ਤੁਹਾਡੇ ਜਿਹੜੇ ਹੈਗੇ ਆ, ਉਹਨਾਂ ਦੇ ਪੈਕਟਸ ਨਹੀਂ ਪਹੁੰਚਦੇ ਹੋਣਗੇ। ਸੋ ਸਾਡੇ ਸਾਰੇ ਸੁਣਨ ਵਾਲਿਆਂ ਨੂੰ ਪਤਾ ਹੋਏਗਾ ਕਿ ਤੇਜਾ ਫੂਡਸ ਖਾਸ ਕਰਕੇ ਆਪਣੇ ਸਟੋਰਸ ਦੇ ਵਿੱਚ ਤੁਸੀਂ ਇਹਨਾਂ ਦੇ ਫੂਡਸ ਦੇ ਪੈਕੇਜਸ ਦੇਖਦੇ ਹੋ। ਜਦੋਂ ਆਪਾਂ ਗੱਲ ਕਰਦੇ ਹਾਂ ਕਦੇ ਇੰਡੀਆ ਦੇ ਸਵਾਦ ਦੀ, ਕਦੇ ਇੰਡੀਆ ਤੋਂ ਆਈਆਂ ਚੀਜ਼ਾਂ ਦੀ, ਮਜ਼ਾ ਤਾਂ ਹੀ ਆਉਂਦਾ ਕਿ ਜੇ ਬਿਲਕੁਲ ਸਵਾਦ ਆਉਂਦਾ ਹੋਵੇ ਉਹਨਾਂ ਚੀਜ਼ਾਂ ਨੂੰ ਖਾਣ ਦਾ। ਇਹਨਾਂ ਵੱਲੋਂ ਵੀ ਇਹੀ ਦਾਅਵਾ ਕੀਤਾ ਜਾਂਦਾ ਕਿ ਤੇਜਾ ਫੂਡਸ ਦੇ ਕੁਝ ਪ੍ਰੋਡਕਟਸ ਇਹੋ ਜਿਹੇ ਨੇ, ਤੁਸੀਂ ਇੰਡੀਆ ਦਾ ਸਵਾਦ ਭੁੱਲ ਜਾਓਗੇ ਜਾਂ ਤੁਹਾਨੂੰ ਇੰਡੀਆ ਦੇ ਨਾਲ ਇਹ ਕਨੈਕਟ ਕਰਕੇ ਰੱਖਦੇ ਨੇ। ਇਹਨਾਂ ਦੇ ਲਈ ਮਾਣ ਵਾਲੀ ਗੱਲ ਹੈ। ਕਮਿਊਨਿਟੀ ਨੂੰ ਇਹ ਗੱਲ ਚੰਗੀ ਲੱਗਦੀ ਹੈ ਜਿਸ ਵੇਲੇ ਦੂਰੋਂ ਦੂਰੋਂ ਜਿਹੜੇ ਲੋਕ ਨੇ ਇਹ ਗੱਲ ਕਹਿੰਦੇ ਆ, ਇਸ ਚੀਜ਼ ਦਾ ਦਾਅਵਾ ਕਰਦੇ ਆ ਕਿ ਹਾਂ, ਸਾਨੂੰ ਇਹਨਾਂ ਦੀਆਂ ਜਿਹੜੀਆਂ ਚੀਜ਼ਾਂ ਆ ਉਹ ਜੇ ਅਸੀਂ ਇੰਡੀਆ ਵੀ ਜਾ ਕੇ ਕੰਪੇਅਰ ਕਰਦੇ ਹਾਂ ਉਹ ਚੀਜ਼ਾਂ, ਤਾਂ ਇੱਥੇ ਦੀਆਂ ਚੀਜ਼ਾਂ ਬਿਹਤਰ ਲੱਗਦੀਆਂ ਨੇ। ਮਨਦੀਪ ਜੀ, ਸਾਡੇ ਲਈ ਇਹੀ ਮਾਣ ਦੀ ਗੱਲ ਹੈ ਕਿ ਅੱਜ ਤੁਸੀਂ ਸਟੂਡੀਓ ਦੇ ਵਿੱਚ ਹੋ। ਥੈਂਕ ਯੂ ਜੀ। ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲੋਂ ਤੁਹਾਡੇ ਬਾਰੇ ਹੀ ਜਾਣਨਾ ਚਾਹੁੰਦੀ ਹਾਂ ਕਿ ਤੇਜਾ ਫੂਡਸ ਦੀ ਆਪਾਂ ਬਾਅਦ 'ਚ ਗੱਲ ਕਰਦੇ ਹਾਂ, ਆਪਣੇ ਬਾਰੇ ਐਜ਼ ਅ ਪਰਸਨ ਜੇ ਤੁਸੀਂ ਦੱਸਣਾ ਹੋਵੇ ਕਿ ਮਨਦੀਪ ਬੈਂਸ ਕੌਣ ਹੈ। ਸੋ ਇੱਦਾਂ ਸ਼ੁਰੂ ਕਰਦੇ ਹਾਂ ਵੀ ਜੰਮੇ ਪਲੇ ਇੱਥੇ ਆ ਵੈਂਕੂਵਰ 'ਚ, ਅਤੇ ਐਕਚੁਅਲੀ ਰਿਚਮੰਡ ਖਾਸ, ਅਤੇ ਹੁਣ ਇਸ ਵੇਲੇ ਏਜ ਹੈਗੀ ਸਾਡੀ 40 ਸਾਲ। ਅਤੇ ਤੁਸੀਂ ਸਿਰਫ 40 ਸਾਲ ਦੇ ਹੋ? 40 ਸਾਲ ਦੇ, ਹਾਂਜੀ ਹਾਂਜੀ। ਅਤੇ ਜੰਮੇ ਪਲੇ ਸੀ ਅਸੀਂ ਇੱਥੇ। ਸਾਡੇ ਨਾਲ ਰਹਿੰਦੇ ਹੁੰਦੇ ਸੀ ਬਾਬਾ ਜੀ, ਮਾਤਾ ਜੀ, ਪੰਜਾਬੀ ਸਾਰੀ ਸਿਖਾਈ ਹੋਣੀ, ਅਤੇ ਮਮ ਡੈਡ ਸਾਡੇ ਨਾਲ ਅੱਜ ਤੱਕ ਰਹਿੰਦੇ ਆ। ਅਤੇ ਸਟਰਗਲਾਂ ਕਾਫੀ ਆਈਆਂ ਇੱਥੇ ਤੱਕ ਪਹੁੰਚਣ ਨੂੰ। ਅਤੇ ਪਹਿਲੇ ਜਨਰੇਸ਼ਨ ਸੀਗੇ ਡੈਡੀ ਹੁਣੀ ਇੱਥੇ ਆਇਓ, ਅਤੇ ਦੂਜੀ ਜਨਰੇਸ਼ਨ ਹੁਣ ਅਸੀਂ ਹਾਂ। ਅਤੇ ਕਾਫੀ ਅੱਜ ਗੱਲ ਕਰੂੰਗੇ ਪਈ ਤਕਲੀਫਾਂ ਕਿਹੜੀਆਂ ਆਈਆਂ ਇੱਥੇ ਤੱਕ ਪਹੁੰਚਣ ਨੂੰ। ਬਾਅਦ 'ਚ ਗੱਲ ਕਰਦੇ ਹਾਂ ਤੇਜਾ ਫੂਡ ਦੇ ਕਿੱਦਾਂ ਅਸੀਂ ਇਨਵੋਲਵ ਹੋਏ ਹਾਂ। ਅਤੇ ਕੁਐਸਚਨਾਂ ਪੁੱਛੋ ਅਤੇ ਅਸੀਂ ਰੈਡੀ ਆਨਸਰ ਕਰਨ ਨੂੰ ਅੱਜ। ਬਿਲਕੁਲ। ਸੋ ਤੁਸੀਂ ਇੱਥੋਂ ਦੇ ਜੰਪਲ ਹੋ। ਇਹਨਾਂ ਨੇ ਦੱਸਿਆ ਕਿ ਮਨਦੀਪ ਹੋਣਾ ਨੇ ਜੰਪਲ ਇੱਥੇ ਦੇ ਨੇ। ਪੰਜਾਬੀ ਪੜ੍ਹ ਲੈਂਦੇ ਹੋ ਤੁਸੀਂ? ਥੋੜ੍ਹੀ ਬਾਹਲੀ ਪੰਜਾਬੀ ਆ ਜਾਂਦੀ ਆ, ਖਾਲਸਾ ਸਕੂਲ ਪੜ੍ਹੇ ਸੀਗੇ ਅਸੀਂ। ਅੱਛਾ। ਹਾਂਜੀ। ਅਤੇ ਸੋ ਪੰਜਾਬੀ ਥੋੜ੍ਹੀ ਆਉਂਦੀ ਆ ਪਰ ਬੋਲਦੇ ਦੀ ਆ ਫਲੂਐਂਟਲੀ। ਹਾਂਜੀ। ਕਿੰਨੀ ਉਮਰ ਦੇ ਵਿੱਚ ਤੁਸੀਂ ਤੇਜਾ ਫੂਡਸ ਦੇ ਓਨਰ ਬਣ ਗਏ? ਮੇਰੀ ਏਜ ਹੋਊਗੀ ਉਸ ਵੇਲੇ ਅਬਾਊਟ 29 years old। ਸਿਰਫ 29 ਸਾਲ ਦੀ ਉਮਰ ਦੇ ਵਿੱਚ? ਹਾਂਜੀ।
ਵਾਹ। ਹਾਂਜੀ, ਮੇਰਾ ਪਾਰਟਨਰ ਵੀ ਨਾਲ ਹੈਗਾ ਬ੍ਰਹਮ। ਅੱਛਾ। ਹਾਂਜੀ। ਹਾਂ। ਤੇ ਸ਼ੁਰੂ ਤੋਂ ਸੁਪਨਾ ਸੀ ਕੋਈ ਕਿ ਮੈਂ ਬਿਜ਼ਨਸ ਓਨਰ ਬਣਨਾ ਜਾਂ ਮੈਂ ਕੁਝ ਹੋਰ ਬਣਨਾ? ਸਾਡੀ ਕਮਿਊਨਿਟੀ ਦੇ ਵਿੱਚ ਤਾਂ ਬਹੁਤ ਜ਼ਿਆਦਾ ਇੱਥੇ ਜਿਹੜੇ ਪੇਰੈਂਟਸ ਆ ਉਹਨਾਂ ਦਾ ਵੀ ਸੁਪਨਾ ਇਹੀ ਰਹਿੰਦਾ। ਇੰਡੀਆ ਦੇ ਵਿੱਚ ਤਾਂ ਸਾਨੂੰ ਪਤਾ ਸੀ ਕਿ ਡਾਕਟਰ ਇੰਜੀਨੀਅਰ ਕਹਿੰਦੇ ਹੁੰਦੇ ਸੀ, ਇੱਥੇ ਡਾਕਟਰ ਇੰਜੀਨੀਅਰ ਲਾਇਰ ਅਕਾਊਂਟੈਂਟ ਇਹੋ ਜਿਹਾ ਸੁਪਨਾ ਹੁੰਦਾ ਪੇਰੈਂਟਸ ਦਾ। ਹਾਂਜੀ, ਤੁਹਾਡਾ ਕੀ ਸੁਪਨਾ ਸੀ? ਮੇਰਾ ਸ਼ੁਰੂ ਤੋਂ ਹੀ ਆਪਣੇ ਡੈਡੀ ਨੂੰ ਦੇਖ ਕੇ ਬਿਜ਼ਨਸ ਕਾਫੀ ਇਨਵੋਲਵ ਸੀਗੇ। ਸਾਡੇ ਪਹਿਲਾਂ ਬਲੂਬੈਰੀ ਫਾਰਮ ਹੁੰਦੇ ਸੀ, ਅੱਜ ਤੱਕ ਵੀ ਹੈਗੇ ਆ, ਅੱਛਾ। ਅਤੇ ਇੱਥੇ ਰਿਚਮੈਂਡ ਹੁੰਦੇ ਸੀ। ਅਤੇ ਅਸੀਂ ਸ਼ੁਰੂ ਤੋਂ ਹੀ ਬਿਜ਼ਨਸ ਦੇ ਵਿੱਚ ਜੰਮੇ ਸੀਗੇ। ਅਤੇ ਬਲੂਬੈਰੀ ਪੈਕਿੰਗ ਅਸੀਂ ਆਪ ਕਰੀ ਦੀ ਸੀਗੀ। ਸਮਰ ਹੌਲੀਡੇ ਸਾਡੀ ਕੋਈ ਨਹੀਂ ਸੀ ਹੁੰਦੀ, ਅੱਛਾ। ਫਾਰਮਾਂ 'ਤੇ ਕੱਢੀ ਦੀ ਸੀ। ਪੈਕਿੰਗ ਉਦੋਂ ਉਸ ਵੇਲੇ ਕੋਈ ਪੈਕਿੰਗ ਨਹੀਂ ਸੀ ਕਰ ਰਿਹਾ। ਅੱਛਾ। ਇੱਥੇ ਹੁਣ ਤਾਂ ਕੈਨੇਡੀਆਂ ਕਾਫੀ ਖੁੱਲ੍ਹ ਗਈਆਂ ਜਿਹੜੀਆਂ ਸਪਲਾਈ ਕਰਦੇ ਆ ਇੱਥੇ ਲੋਕਲ ਅਤੇ ਓਵਰਸੀਜ਼। ਅਤੇ ਉਸ ਵੇਲੇ ਅਸੀਂ ਸਾਰੀਆਂ ਪਾਇੰਟਾਂ ਜਿੱਦਾਂ ਸਟੋਰ 'ਚ ਮਿਲਦੀਆਂ 100 ounce 2-3 ounce ਪਾਇੰਟਸ, ਅੱਛਾ। 10 ਪੌਂਡ ਦੇ ਡੱਬੇ, ਸਾਰੀ ਅਸੀਂ ਬੈਲਟ ਗ੍ਰੇਡਰ ਡੈਡ ਨੇ ਲਵਾਈ ਸੀ ਉਦੋਂ ਇਨ ਹਾਊਸ। ਸਾਰੀਆਂ ਸਟੋਰਾਂ ਨੂੰ ਅਸੀਂ ਸਪਲਾਈ ਕਰਨੀ, ਲੋਕਲ ਸਟੋਰਾਂ ਨੂੰ, ਸੇਵ ਔਨ ਫੂਡ ਨੂੰ ਉਸ ਵੇਲੇ ਇਨ ਦਾ ਅਰਲੀ 80s। ਸੋ ਪਹਿਲਾਂ ਤੋਂ ਹੀ ਥੋੜ੍ਹੀ ਜਿਹੀ ਹਾਸਲ ਕਰਨੀ ਪਈ ਸੀ ਸਾਨੂੰ ਕਾਫੀ। ਅਤੇ ਉੱਥੋਂ ਵੀ ਮੂਵਡ ਔਨ ਟੂ ਅਨਦਰ ਬਿਜ਼ਨਸ। ਅਤੇ ਫਿਰ ਵੀ ਹਾਲੇ ਅੱਜ ਤੱਕ ਫਾਰਮ ਰੱਖੇ ਹੋ ਆ। ਅਤੇ ਸੋ ਫਾਰਮਾਂ ਦੇ ਵਿੱਚ ਆਪ ਵੀ ਕੰਮ ਕੀਤਾ ਤੁਸੀਂ? ਬਹੁਤ ਸਾਰੀ ਫਰਟੀਲਾਈਜ਼ਿੰਗ, ਸਪਰੇਇੰਗ। ਉਸ ਵੇਲੇ ਸਾਡੇ ਕੋਲ ਹੁੰਦੀ ਨਹੀਂ ਸੀ ਮਸ਼ੀਨਰੀ, ਅਤੇ ਹੱਥ ਨਾਲ ਕਾਫੀ ਕੰਮ, ਹੱਥ ਨਾਲ ਸ਼ਵਲ ਨਾਲ ਡਿੱਚਾਂ ਪੱਟਣੀਆਂ। ਬਾਅਦ 'ਚ ਐਜ਼ ਟਾਈਮ ਵੈਂਟ ਔਨ ਐਕਸਕੇਵੇਟਰਸ, ਮਸ਼ੀਨਰੀ, ਬੂਰਾ ਸੀ ਬੂਟਿਆਂ ਨੂੰ ਬੂਰਾ ਪਾਉਣਾ, ਸਮਰਾਂ ਨੂੰ ਟਰੈਕਟਰ ਨਹੀਂ ਸੀ ਹੁੰਦੇ। ਮਨਦੀਪ ਜੀ, ਆਮ ਮੈਂ ਸੁਣਦੀ ਹਾਂ ਕਹਿੰਦੇ ਕਿ ਇੱਥੇ ਦੇ ਬੱਚੇ ਕੰਮ ਨਹੀਂ ਕਰਨਾ ਚਾਹੁੰਦੇ, ਹੱਥੀਂ ਕੰਮ ਨਹੀਂ ਕਰਨਾ ਚਾਹੁੰਦੇ। ਵੱਡੇ ਵੱਡੇ ਜਿਹੜੇ ਬਿਜ਼ਨਸ ਆ ਉਹ ਲੋਕ ਖੜੇ ਤਾਂ ਕਰ ਲੈਂਦੇ ਆ, ਕਹਿੰਦੇ ਅਗਲੀਆਂ ਜਨਰੇਸ਼ਨਸ ਕਹਿੰਦੇ ਆ ਕਿ ਨਹੀਂ ਅਸੀਂ ਇੰਟਰਸਟਿਡ ਨਹੀਂ ਹੈਗੇ, ਤੁਸੀਂ ਬਿਜ਼ਨਸ ਵੇਚਣਾ ਵੇਚ ਦਿਓ, ਕਰਨਾ ਕਰੋ, ਨਹੀਂ ਤਾਂ ਨਾ ਕਰੋ। ਬਹੁਤ ਸਾਰੇ ਮੈਂ ਲੋਕਾਂ ਨੂੰ ਜਾਣਦੀ ਹਾਂ ਜਿਹੜੇ ਆਪਣੇ ਬਿਜ਼ਨਸ ਵਾਈਂਡ ਅਪ ਕਰ ਦਿੰਦੇ ਆ ਇਸ ਹਿਸਾਬ ਦੇ ਨਾਲ। ਜਿਸ ਵੇਲੇ ਬਲੂਬੈਰੀ ਦਾ ਤੁਹਾਡਾ ਜ਼ਿਆਦਾ ਕਾਰੋਬਾਰ ਤੁਸੀਂ ਕਰਦੇ ਰਹੇ ਹੋ, ਖੁਦ ਵੀ ਵੇਚ ਰਹੇ ਆ, ਤੁਹਾਡੇ ਮਨ 'ਚ ਕਦੇ ਇਹੋ ਜਿਹਾ ਖਿਆਲ ਨਹੀਂ ਆਇਆ ਕਿ ਵੀ ਕੀ ਮਿੱਟੀ ਦੇ ਨਾਲ ਮਿੱਟੀ ਹੋਣਾ? ਉਦੋਂ ਡਿਫਰੈਂਸ ਕੁਝ ਪਤਾ ਨਹੀਂ, ਛੋਟੇ ਸੀ ਅਸੀਂ। ਅਤੇ ਸਮਰ ਹੌਲੀਡੇ ਆਉਣੀ ਹੈ, ਸਕੂਲੋਂ ਬਾਅਦ ਆਉਣਾ ਘਰ ਨੂੰ, ਸਪਰਿੰਗ ਬ੍ਰੇਕ ਹੋਣੀ, ਕੁਛ ਨਾ ਕੁਛ ਕੰਮ ਰਹਿੰਦਾ ਸੀ ਕਰਨ ਵਾਲਾ। ਸੋ ਆਈ ਥਿੰਕ ਉਸ ਵੇਲੇ ਜਿਹੜੀ ਵਰਕ ਐਥਿਕ ਸੀਗੀ ਉਸ ਵੇਲੇ ਇਨਸਟਿਲ ਹੋ ਗਈ ਸੀਗੀ। ਵਰਕ ਐਥਿਕ ਬਹੁਤ ਇੰਪੋਰਟੈਂਟ ਆ, ਕਰਕੇ ਕੰਮ ਤਾਂ ਈਜ਼ੀ ਆ ਜੇ ਖੜਾ ਹੋਵੇ ਕੰਮ, ਪਰ ਟੂ ਗੈਟ ਟੂ ਅ ਸਰਟਨ ਪੁਆਇੰਟ ਕੰਮ ਬਿਲਡ ਕਰਨ ਲਈ ਬਹੁਤ ਔਖਿਆਈ ਹੁੰਦੀ ਆ। ਅਤੇ ਮੈਂ ਇਹਨੂੰ ਕਹਿੰਦਾ ਭਈ ਵਰਕ ਐਥਿਕ ਜੇ ਨਾ ਹੋਵੇ, ਹੈ ਨਾ, ਹੁਣ 100 ਪਾਰਟੀਆਂ ਹੁੰਦੀਆਂ ਜਾਣ ਵਾਲੀਆਂ, ਵਕੇਸ਼ਨਾਂ ਕਰਨੀਆਂ ਹੁੰਦੀਆਂ, ਬਟ ਆਲਵੇਜ਼ ਸਵੇਰ ਨੂੰ ਪਤਾ ਹੁੰਦਾ ਭਈ ਮੇਰੀਆਂ ਲਾਈਨਅਪ ਕਿਹੜੀਆਂ ਚੀਜ਼ਾਂ ਕਰਨ ਵਾਲੀਆਂ ਪਹਿਲਾਂ। ਸੋ ਆਲਵੇਜ਼ ਮੈਂ ਕਹਿੰਦਾ ਹੁੰਦਾ ਆਪਣੇ ਏ ਗੇਮ 'ਤੇ ਰਹੋ। ਪਰ ਜਦੋਂ ਹੁਣ ਤੁਸੀਂ ਯੰਗ ਸੀਗੇ, ਹਾਂਜੀ, ਤੁਹਾਡੇ ਪੇਰੈਂਟਸ ਨੇ ਵੀ ਕੋਈ ਇੱਦਾਂ ਦਾ ਤੁਹਾਡੇ ਲਈ ਰੂਲਸ ਘਰ ਦੇ ਵਿੱਚ ਸੈੱਟ ਕੀਤੇ ਹੁੰਦੇ ਸੀਗੇ ਕਿ ਭਈ ਆਹ ਤੁਸੀਂ ਕਰ ਸਕਦੇ ਆ, ਜੋ ਤੁਸੀਂ ਨਹੀਂ ਕਰ ਸਕਦੇ? ਪੇਰੈਂਟਿੰਗ ਕਿਹੋ ਜਿਹੀ ਹੋਈ ਤੁਹਾਡੀ? ਪੇਰੈਂਟਿੰਗ ਵਾਜ਼ ਸਟ੍ਰਿਕਟ। ਬਾਹਰ ਬੂਰ ਅਸੀਂ ਜਾ ਨਹੀਂ ਸਕਦੇ ਬਾਹਲਾ। ਅੱਛਾ। ਅਤੇ ਇਨ ਲਿਮਿਟ। ਅਤੇ ਵੀਕਐਂਡ 'ਤੇ ਅਸੀਂ ਨਾਨੀ ਦੇ ਚੱਲ ਜਾਂਦੇ ਸੀਗੇ, ਅਤੇ ਫੈਮਿਲੀ ਡਿਨਰਸ ਹੁੰਦੇ ਸੀਗੇ ਐਕਸੈਟਰਾ। ਬਟ ਜਦੋਂ ਕੰਮ 'ਤੇ ਆਉਂਦੇ ਸੀਗੇ ਵੀ ਵਰ ਵੈਰੀ ਫੋਕਸ। ਸਾਰੀ ਬਿਜ਼ਨਸ ਸਾਡੀ ਫੈਮਿਲੀ ਰਨ ਸੀਗੀ। ਅਸੀਂ ਮੈਂ ਬੇਰੀ ਡੰਪ ਕਰਨੀ ਆ, ਪ੍ਰੋਡਕਸ਼ਨ ਲਾਈਨ 'ਤੇ ਬੈਲਟਾਂ 'ਤੇ ਮੇਰੀ ਸਿਸਟਰਸ ਹੁੰਦੀਆਂ ਸੀਗੀਆਂ, ਜੋਖਣੀਆਂ, ਪੈਲੇਟਾਈਜ਼ ਕਰਨੇ। ਡੈਡ ਨੇ ਡਿਲੀਵਰੀਆਂ ਕਰਨ ਜਾਣੀਆਂ, ਉਹ ਵੀ ਕੰਮ ਕਰਦੇ ਸੀ ਹੋਰ ਕਿਤੇ। ਸੋ ਆਈ ਸੌ ਦੈਮ ਸਟਰਗਲਿੰਗ ਐਂਡ ਉਹਨਾਂ ਦੇ ਵੀ ਜੋਬਾਂ ਸੀਗੀਆਂ, ਸਿਰਫ ਫਾਰਮ 'ਚ ਹੀ ਨਹੀਂ ਸੀਗੀਆਂ। ਫਾਰਮ ਤਾਂ ਸੀਜ਼ਨਲ ਹੁੰਦਾ ਕੰਮ। ਅਤੇ ਸੋ ਵਰਕ ਐਥਿਕ ਆਈ ਥਿੰਕ ਆਈ ਸੌ ਐਟ ਦੈਟ ਟਾਈਮ। ਅਤੇ ਐਜ਼ ਉਹਨੇ ਇੰਨਾ ਹਾਰਡ ਕੰਮ ਕੀਤਾ, ਅਸੀਂ ਨਾਲ ਹੈਲਪ ਕੀਤੀ ਐਜ਼ ਵੀ ਵਰ ਗੈਟਿੰਗ ਓਲਡਰ ਟੂ ਗੈਟ ਟੂ ਕਾਈਂਡ ਆਫ ਜਿੱਥੇ ਅੱਜ ਤੱਕ ਪਹੁੰਚੇ ਸੀਗੇ। ਪਰ ਇਹ ਨਹੀਂ ਹੈਗਾ ਵੀ ਇੱਕਦਮ ਹੀ ਸਾਰਾ ਕੁਛ ਹੋ ਗਿਆ। ਟਾਈਮ ਬਹੁਤ ਲੱਗਦਾ ਟੂ ਗੈਟ ਟੂ ਵੇਅਰ ਯੂ ਆਰ। ਉਹਨਾਂ ਦਿਨਾਂ ਦੇ ਵਿੱਚ ਜਦੋਂ ਤੁਸੀਂ ਹੱਥੀਂ ਵੀ ਕੰਮ ਕਰਦੇ ਹੁੰਦੇ ਸੀ ਅਤੇ ਨਾਲ ਨਾਲ ਪੜ੍ਹਦੇ ਵੀ ਸੀ, ਉਸ ਵੇਲੇ ਮਨ ਦੇ ਵਿੱਚ ਕੋਈ ਡਰੀਮ ਹੁੰਦਾ ਸੀ ਕਿ ਵੀ ਮੈਂ ਕੀ ਕਰਨਾ? ਉਸ ਵੇਲੇ ਕੁਛ ਨਹੀਂ ਸੀ ਪਤਾ। ਅੱਛਾ। ਬਟ ਡੈਡ ਦਾ ਪੈਸ਼ਨ ਸੀਗਾ, ਕਹਿੰਦੇ ਵੀ ਬਿਜ਼ਨਸ ਦੇ ਵਿੱਚ ਤੂੰ ਫੋਲੋ ਕਰ ਥੋੜ੍ਹਾ। ਸੋ ਘਰ ਦੇ ਵਿੱਚ ਇਹ ਗੱਲਬਾਤ ਚੱਲਦੀ ਰਹਿੰਦੀ ਸੀ? ਹਾਂਜੀ। ਸੋ ਉਹਨਾਂ ਦੀ ਮੋਟੀਵੇਸ਼ਨ ਕਾਫੀ ਸੀ ਉਸ ਵੇਲੇ। ਅਤੇ ਉਹਦੇ ਨਾਲ ਮੇਰੇ ਖਿਆਲ ਇਨਸਟਿਲ ਹੋ ਗਿਆ ਹੋਣਾ ਮੇਰੇ ਦਿਮਾਗ ਦੇ ਵਿੱਚ ਵੀ ਇਸ ਰਾਹ ਤੁਰੀ ਅਸੀਂ। ਅਤੇ
ਸਟਰਗਲਸ ਜਿਹੜੀਆਂ ਆਉਂਦੀਆਂ ਕਾਫੀ ਆਉਂਦੀਆਂ, ਬਟ ਇੱਕਦਮ ਨਹੀਂ, ਜਿੱਦਾਂ ਤੁਸੀਂ ਕਹਿ ਰਹੇ ਸੀ ਪਹਿਲਾਂ ਟਾਕ ਸ਼ੋਅ 'ਤੇ, everything seems okay. You know, ਸਾਰਾ ਕੁਛ ਪ੍ਰੋਡਕਟਸ ਸ਼ੈਲਫ 'ਤੇ ਆ, ਜਾਂ not even ਤੇਜਾ ਫੂਡ, ਹੋਰ ਕੁਛ ਚੀਜ਼ਾਂ ਹੈਗੀਆਂ, ਇੱਕਦਮ ਨਹੀਂ ਚੀਜ਼ਾਂ ਬਣਦੀਆਂ ਹੈਗੀਆਂ। ਸਟਰਗਲ ਆਉਂਦੇ ਆ, ਵਰਕ ਐਥਿਕ ਆਉਂਦੀ ਆ, ਕਾਫੀ ਟਾਈਮ ਅਸੀਂ ਜਾ ਨਹੀਂ ਸਕਦੇ। ਹੁਣ ਕਈ ਵਾਰੀ ਵਾਈਫ ਕਹਿੰਦੇ ਪਈ 2 ਹਫ਼ਤੇ ਵੇਕੇਸ਼ਨ ਜਾਈਏ, ਜਾ ਨਹੀਂ ਸਕਦੇ ਕਰਕੇ ਕੰਮ ਦੇ ਸਟਰਗਲ ਹੁੰਦੇ ਆ, ਅਤੇ ਜਾਂ ਹੋਰ ਚੀਜ਼ਾਂ ਹੋ ਰਹੀਆਂ ਹੁੰਦੀਆਂ at the time. We can't do those kind of things. ਓਕੇ, ਜੇ ਆਪਾਂ ਤੇਜਾ ਫੂਡ ਵੱਲ ਆਉਂਦੇ ਹਾਂ, ਹਾਂਜੀ, ਜਦ ਤੁਸੀਂ ਤੇਜਾ ਫੂਡ ਦੇ ਓਨਰ ਬਣੇ, ਕੋ ਓਨਰ ਬਣੇ ਤੁਸੀਂ, ਹਾਂਜੀ। ਉਸ ਤੋਂ ਪਹਿਲਾਂ ਕਿਹੋ ਜਿਹਾ ਪ੍ਰੋਸੈਸ ਸੀ, ਕੀ ਸੀ, ਜਾਂ ਤੁਸੀਂ ਇਸ ਪਾਰਟਨਰਸ਼ਿਪ ਦੇ ਵਿੱਚ ਕਿਵੇਂ ਆਏ? ਥੋੜ੍ਹਾ ਜਿਹਾ ਇਹ ਬਿਆਨ ਕਰੋ। ਓਕੇ, ਸੋ ਕੰਪਨੀ ਸ਼ੁਰੂ ਹੋਈ ਸਾਡੀ ਗੁਰਦਿਆਲ ਸਿੰਘ ਤੇਜਾ ਨੇ 1955 ਦੇ ਵਿੱਚ। ਅੱਛਾ। ਅਤੇ 1955 ਦੇ ਵਿੱਚ ਚਲਾ ਕੇ ਦੈਨ ਉਹਨਾਂ ਦੇ ਬੱਚਿਆਂ ਨੇ ਚਲਾਈ ਕੰਪਨੀ। ਅਤੇ ਹੁਣ ਕਰੰਟ ਡੇ ਦੇ ਵਿੱਚ ਹੈਗਾ ਉਹਨਾਂ ਦਾ ਗ੍ਰੈਂਡਸਨ ਅਤੇ ਮੈਂ ਆਪ ਚਲਾਉਂਦੇ ਹਾਂ। ਅੱਛਾ। ਅਤੇ ਉਹ ਮੇਰੇ ਤੋਂ ਹੈਗਾ 10 ਸਾਲ ਵੱਡਾ, ਅਤੇ ਡੇ ਟੂ ਡੇ ਆਪਰੇਸ਼ਨ ਉਹ ਕਰਦਾ, ਅਤੇ ਬਾਕੀ ਨਵੇਂ ਪ੍ਰੋਡਕਟ ਸ਼ੁਰੂ ਕਰਨੇ ਅਤੇ ਓਵਰਸੀਜ਼ ਵਗੈਰਾ ਸਾਰੀਆਂ ਫੈਕਟਰੀਆਂ ਵਗੈਰਾ ਦੇਖਣਾ, ਉਹ ਮੈਂ ਆਪ ਕਰਦਾ। ਅਤੇ ਉਸ ਵੇਲੇ ਉਹ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਥੋੜ੍ਹੀ ਜਿਹੀ ਸਟੋਰੀ। ਜ਼ਰੂਰ। ਤੁਸੀਂ ਕਹਿ ਰਹੇ ਵੀ ਕਿੱਦਾਂ ਇਨਵੋਲਵ ਹੋਏ ਆ, ਅਤੇ ਸੋ ਦੈਟਸ ਕਾਈਂਡ ਆਫ ਦਾ ਬੈਕਗਰਾਊਂਡ ਆਫ ਤੇਜਾ ਫੂਡ, ਕਿੱਥੇ ਤੱਕ ਜਦੋਂ ਅਸੀਂ ਇਨਵੋਲਵ ਹੋਏ ਹਾਂ। ਉਹ ਤੋਂ ਪਹਿਲਾਂ ਅਸੀਂ ਬਿਜ਼ਨਸ ਵਿੱਚ ਸੀਗੇ, ਬਟ ਨਾਟ ਟੂ ਦਿਸ ਲੈਵਲ। ਓਕੇ। ਅਤੇ ਸੋ ਫਾਰਮਿੰਗ ਤੋਂ ਬਾਅਦ ਮੈਂ ਜੋਬ ਕੀਤੀ। ਮੈਂ BC ਕਰੈਕਸ਼ਨਸ ਲਈ ਕੰਮ ਕਰਦਾ ਹੁੰਦਾ ਸੀਗਾ, ਜੇਲ੍ਹ ਦੇ ਵਿੱਚ। ਅੱਛਾ। ਅਤੇ ਉੱਥੇ ਅਸੀਂ ਕੀਤੀ 7 ਸਾਲ ਕੰਮ, ਇੱਥੇ ਲੋਕਲੀ ਪੋਰਟ ਕੋਕਟਲਮ। ਦੈਟਸ ਇੰਟਰਸਟਿੰਗ। ਅਤੇ ਟੋਟਲੀ ਡਿਫਰੈਂਟ। ਸੋ ਇਹ ਮੋਟੀਵੇਸ਼ਨਲ ਮੰਡੇ ਦਾ, ਇਟਸ ਨਾਟ ਪਈ ਤੁਸੀਂ ਯੂਰ ਬੋਰਨ ਇਨਟੂ ਅ ਪਾਥ। It's good to go through a couple of different struggles to get to sometimes where you're meant to be at. So ਉੱਥੇ ਹੀ ਜੋਬ ਕੀਤੀ ਆਫਿਸਰ ਦੀ, ਅਤੇ ਪਹਿਲਾਂ ਉਹ ਤੋਂ। ਕਿਹੋ ਜਿਹੀ ਜੋਬ ਸੀ ਤੁਹਾਡੀ ਉਹ? ਕਰੈਕਸ਼ਨ ਆਫਿਸਰ। ਅੱਛਾ। ਕੀ ਜੋਬ ਰਿਸਪੌਂਸਿਬਿਲਿਟੀਜ਼ ਹੁੰਦੀਆਂ, ਥੋੜ੍ਹਾ ਉਹ ਵੀ ਜਿਹੜੇ ਸਾਡੇ ਸੁਣਨ ਵਾਲਿਆਂ ਨੂੰ ਨਹੀਂ ਪਤਾ, ਠੀਕ ਹੈ, ਉਹ ਦੱਸੋ ਤੁਸੀਂ। ਸੁਪਰਮੈਕਸ ਜੇਲ੍ਹ ਦੇ ਵਿੱਚ ਕੀਤਾ ਕੰਮ ਹੈ। ਅਤੇ ਕੀ ਰਿਸਪੌਂਸਿਬਿਲਿਟੀਜ਼ ਹੁੰਦੀਆਂ? ਡੇ ਟੂ ਡੇ ਹੁੰਦਾ ਇਨਮੇਟ ਦੀ, ਬੇਸਿਕਲੀ ਇਨ ਸ਼ੋਰਟ ਫਾਰਮ, ਉੱਥੇ ਸੇਫਟੀ ਐਂਡ ਸਿਕਿਉਰਿਟੀ ਅਸੀਂ ਕਰਨੀ ਹੁੰਦੀ ਹੈ, ਮੇਕ ਸ਼ੋਰ ਪਈ ਇਨਮੇਟ ਸੇਫਟੀ ਐਂਡ ਸਿਕਿਉਰਿਟੀ ਹੋਵੇ। ਅੱਛਾ। ਹੋਲਡਿੰਗ ਫੈਸਿਲਿਟੀ ਆ, ਸੋ ਇਹ ਨਹੀਂ ਹੈਗਾ ਪਈ ਰੀਹੈਬਿਲਿਟੇਸ਼ਨ ਸੈਂਟਰ ਆ ਕੋਈ ਔਰ ਐਨੀਥਿੰਗ। ਸੋ ਜਦੋਂ ਇਨਮੇਟ ਚਾਰਜ ਹੁੰਦਾ, ਉੱਥੇ ਰੀਮੈਂਡ ਫੈਸਿਲਿਟੀ ਵਿੱਚ ਆਉਂਦੇ ਆ। ਕਿੰਨੀ ਏਜ ਸੀ ਤੁਸੀਂ ਜਦੋਂ ਉਹ ਜੋਬ ਜੁਆਇਨ ਕੀਤੀ? 21 ਸਾਲ ਦੀ ਸੀਗੀ ਮੇਰੀ। ਉਹ ਅੱਛਾ। ਅਤੇ ਉਹ ਤੋਂ ਜਦੋਂ ਮੈਂ ਸਕੂਲੋਂ ਨਿਕਲਿਆ 2 ਸਾਲ ਦੀ ਬਿਜ਼ਨਸ ਕੀਤੀ ਸੀਗੀ ਮੈਂ, ਉਹ ਤੋਂ ਬਾਅਦ ਸਿੱਧਾ ਹੀ ਜੋਬ ਦੇ ਵਿੱਚ। ਓਕੇ। ਅਤੇ ਸਾਡੇ ਡੈਡ ਸੀਗੇ ਸਿੱਖ ਉਸ ਵੇਲੇ, ਅਤੇ ਸੋ ਮੈਂ ਕੰਮ ਕਰਨ ਲੱਗ ਪਿਆ ਸੀ ਰਾਈਟ ਵੇ। ਅਤੇ ਉੱਥੋਂ ਕੀਤਾ 7 ਸਾਲ, ਅਤੇ ਕਾਫੀ ਸਿੱਖਿਆ। 12 ਘੰਟੇ ਦੀ ਸ਼ਿਫਟ ਹੁੰਦੀ ਸੀਗੀ। ਸੋ 12 ਘੰਟੇ ਦੀ ਸ਼ਿਫਟ ਕਰਕੇ ਘਰ ਆ ਕੇ ਫਾਰਮਿੰਗ ਦਾ ਦੇਖਣਾ। ਡੈਡ ਨੂੰ ਉਦੋਂ ਕੈਂਸਰ ਹੋਈ ਸੀ ਉਸ ਵੇਲੇ। ਉਹ ਅੱਛਾ। ਸੋ ਹੀ ਵਾਸ ਕੁਆਇਟ ਸਿਕ। ਅਤੇ ਹੁਣ ਰੱਬ ਦੀ ਮਿਹਰ ਨਾਲ ਐਵਰੀਥਿੰਗ ਇਜ਼ ਫਾਈਨ। ਅਤੇ ਸੋ 12 ਘੰਟੇ ਉੱਥੇ ਲਾ ਕੇ ਫਾਰਮ 'ਚ ਕੰਮ ਕਰਨਾ, ਮੁੜ ਕੇ ਜੋਬ 'ਤੇ। ਅੱਛਾ। ਅਤੇ ਐਟ ਦੈਟ ਟਾਈਮ ਅਸੀਂ ਲੈ ਲਿਆ ਸੀਗਾ ਇੱਕ ਰੈਸਟੋਰੈਂਟ ਵੈਂਕੂਵਰ 'ਚ ਵੀ। ਅੱਛਾ। ਕੁਇਜ਼ਨੋਸ। ਉਸ ਵੇਲੇ ਉਹ ਸਭ ਤੋਂ ਬਿਜ਼ੀ ਲੋਕੇਸ਼ਨ ਸੀਗੀ BC ਦੇ ਵਿੱਚ। ਓਕੇ। ਡੇਵੀ ਐਮਬਰਾਡ 'ਤੇ। ਅਤੇ ਸਟਰਗਲਾਂ ਉਹਦਾ ਵੀ ਬਹੁਤ ਹੋਈਆਂ, ਸਿੱਖਣਾ ਪਿਆ ਕੰਮ ਸਾਰਾ। ਕਦੇ ਮੈਨੂੰ ਖਾਣੇ ਦਾ ਪਤਾ ਨਹੀਂ ਸੀ ਪਹਿਲਾਂ ਉੱਥੋਂ, ਅਤੇ ਨਾਲੇ ਹੀ ਫਾਰਮਿੰਗ ਦਾ ਕਰ ਰਹੇ ਸੀ, ਨਾਲੇ ਕੁਇਜ਼ਨੋ ਦਾ, ਅਤੇ ਨਾਲੇ ਕਰੈਕਸ਼ਨ ਦਾ। ਅਤੇ ਉਹ ਛੱਡਤਾ ਸੀਗਾ ਕੁਇਜ਼ਨੋ, ਅਸੀਂ ਵੇਚਦਾ ਸੀਗਾ ਅਬਾਊਟ 2006 ਦੇ ਵਿੱਚ, 7 ਦੇ ਵਿੱਚ, 6 ਦੇ ਵਿੱਚ। ਅਤੇ ਹੌਲੀ ਹੌਲੀ ਕੰਮ ਦੇ ਵਿੱਚ ਅਸੀਂ ਬਿਜ਼ੀ ਹੋ ਗਏ। ਫਿਰ ਫਾਰਮਿੰਗ 'ਤੇ ਦੂਜੀ ਰੱਖ ਲਈ ਸੀਗੀ ਅਸੀਂ ਕਰੈਕਸ਼ਨਸ। ਅੱਛਾ। ਅਤੇ ਕਰੈਕਸ਼ਨਸ ਮੈਂ ਛੱਡਤਾ ਸੀਗਾ 2007 ਦੇ ਵਿੱਚ। ਕਰੈਕਸ਼ਨ ਸਰਵਿਸ ਜਿਹੜੀ BC ਕਰੈਕਸ਼ਨਸ ਦੇ ਵਿੱਚ ਤੁਸੀਂ ਕੰਮ ਕਰ ਰਹੇ ਸੀ? ਹਾਂਜੀ। ਕਿੰਨੇ ਸਾਲ ਕੰਮ ਕੀਤਾ? 6-7 ਸਾਲ। ਹਾਂਜੀ। ਅਤੇ ਕਾਫੀ ਇੰਟਰਸਟਿੰਗ ਜੋਬ ਸੀਗੀ। ਜਿਹੜੇ ਸਾਰੇ ਨਿਊਜ਼ ਦੇ ਵਿੱਚ ਦੇਖਦੇ, ਅਤੇ ਰੋਬਰਟ ਪਿਕਟਨ ਐਕਸੈਟਰਾ ਸਾਰੇ ਉਸੇ ਸਾਡੇ ਜੇਲ੍ਹ 'ਚ ਆ ਰਹੇ ਸੀ। ਅੱਛਾ। ਸਭ ਤੋਂ ਵੱਡੀ ਰੀਮੈਂਡ ਫੈਸਿਲਿਟੀ BC ਵਿੱਚ ਨੌਰਥ ਫਰੇਜ਼ਰ ਪੀਟਰ ਦਾ। ਅਤੇ ਉਹ ਛੱਡ ਕੇ ਅਤੇ ਫਿਰ ਅਸੀਂ ਦੇਖ ਰਹੇ ਸੀ ਪਈ ਹੋਰ ਬਿਜ਼ਨਸ ਐਵਨਿਊ ਕਿਤੇ
ਕਿਹੜਾ ਟਰਾਈ ਕਰੀਏ ਬਿਜ਼ਨਸ ਐਵਨਿਊ। ਮੈਂ ਤੁਹਾਨੂੰ ਇੱਥੇ ਰੋਕਦੀ ਹਾਂ। ਜਦੋਂ ਚੰਗੀ ਭਲੀ ਜੌਬ ਹੁੰਦੀ ਆ ਹੈ ਨਾ, ਹਾਂਜੀ ਉਹ ਵੀ ਗਵਰਨਮੈਂਟ ਦੀ ਜੌਬ ਸੀ ਰਾਈਟ, ਜੌਬ ਛੱਡਣਾ, ਇੱਕ ਜੌਬ ਤੋਂ ਦੂਸਰੀ ਜੌਬ ਵੱਲ ਜਾਣਾ, ਇਹ ਇੱਕ ਵੱਡਾ ਰਿਸਕ ਹੁੰਦਾ। ਮਨ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਹੁੰਦੀਆਂ, ਕਈ ਕੌਨਫਲਿਕਟਸ ਵੀ ਹੁੰਦੇ ਆ। ਰਿਸਕ ਦਾ ਵੱਡਾ ਖਤਰਾ ਇਹ ਹੁੰਦਾ ਕਿ ਵੀ ਮੈਂ ਇਹ ਚੀਜ਼ ਚੰਗੀ ਭਲੀ ਆਪਣੇ ਹੱਥੋਂ ਛੱਡ ਦਿੱਤੀ, ਅੱਗੇ ਕੀ ਪਤਾ ਸਕਸੈਸਫੁਲ ਹੋਣਾ ਜਾਂ ਨਹੀਂ ਹੋਣਾ। ਉਹ ਡਿਸੀਜ਼ਨ ਕਿੰਨਾ ਕੁ ਸੌਖਾ ਸੀ, ਕਿੰਨਾ ਕੁ ਔਖਾ ਸੀ, ਉਹਦੇ ਬਾਰੇ ਮੈਂ ਜਾਣਕਾਰੀ ਲਵਾਂਗੀ। ਉਸ ਤੋਂ ਬਾਅਦ ਮਨਦੀਪ ਜੀ ਫਿਰ ਕੀ ਹੋਇਆ? ਮੈਂ ਇਹ ਸਮਝਦੀ ਹਾਂ, ਜਿਵੇਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ ਇੰਨਾ ਈਜ਼ੀ ਨਹੀਂ ਹੈ ਕੰਮ ਛੱਡ ਦੇਣਾ। ਸਾਡੇ ਘਰਾਂ ਦੇ ਵਿੱਚ ਤਾਂ ਆਮ ਕਰਕੇ ਇਹੀ ਸੁਪਨਾ ਹੁੰਦਾ ਕਿ ਸਰਕਾਰੀ ਜੌਬ ਹੋਵੇ, ਠੀਕ ਠਾਕ ਤਨਖਾਹ ਆਉਂਦੀ ਹੋਵੇ, ਪੇ ਚੈੱਕ ਆਉਂਦਾ ਰਹੇ, ਉਸ ਤੋਂ ਬਾਅਦ ਪੈਨਸ਼ਨ ਲੱਗ ਜਾਣੀ ਹੈ, ਹੋਰ ਕੀ ਚਾਹੀਦਾ। ਕਿੱਦਾਂ ਤੁਹਾਡਾ ਮਨ ਬਣ ਗਿਆ ਕਿ ਵੀ ਹਾਂ ਮੈਂ ਹੁਣ ਸਵਿਚ ਕਰ ਜਾਵਾਂ ਜਾਂ ਮੈਂ ਜੌਬ ਛੱਡਾਂ? ਹਾਊ ਈਜ਼ੀ ਔਰ ਟਫ ਵਾਜ਼ ਦੈਟ? ਬਹੁਤ ਔਖਿਆਈ ਸੀਗੀ ਉਦੋਂ, ਬਹੁਤ ਔਖਾ ਲੱਗਦਾ ਸੀਗਾ ਜੌਬ ਛੱਡਣ ਨੂੰ। ਇੰਨੀ ਵਧੀਆ, ਇੰਨਾ ਟਾਈਮ ਲੱਗਾ ਜੌਬ ਮਿਲਣ ਨੂੰ। ਗਵਰਨਮੈਂਟ ਦੀ ਜੌਬ ਸੀ, ਪੈਨਸ਼ਨ ਲੱਗ ਰਹੀ ਸੀ, ਬੈਨੀਫਿਟ ਪੂਰੇ ਆ ਰਹੇ ਸੀ ਜੀ, ਅਤੇ 4 ਦਿਨ ਕੰਮ ਕਰੋ 4 ਦਿਨ ਛੁੱਟੀ, ਓਵਰ ਟਾਈਮ ਵੀ ਵਿੱਚ ਮਿਲ ਰਿਹਾ ਸੀ। ਅਤੇ ਪਰ ਫਿਰ ਛੱਡਣਾ ਕਿਉਂ ਚਾਹੁੰਦੇ ਸੀ? ਮੈਨੂੰ ਸੀਗਾ ਵੀ ਕੁਛ ਇਹਨਾਂ ਨਾਲੋਂ ਵਧੀਆ ਕਰੀਏ ਪ੍ਰਾਈਵੇਟ ਸੈਕਟਰ ਵਿੱਚ। ਮੇਬੀ ਮੇਰਾ ਵਿਆਹ ਵੀ ਹੋਣਾ ਸੀ ਉਸ ਵੇਲੇ। ਮੇਰੀ ਵਾਈਫ ਹੈਗੀ ਆ ਕਾਉਂਸਲਰ, ਹਾਈ ਸਕੂਲ ਕਾਉਂਸਲਰ। ਓਕੇ। ਅਤੇ ਮੈਂ ਕਿਹਾ ਥੋੜ੍ਹੀ ਟਰਾਈ ਕਰੀਏ ਇੰਪਰੂਵਮੈਂਟ ਕਰਨ ਦੀ ਆਪਣੇ 'ਤੇ। ਅਤੇ ਉਹ ਤੋਂ ਬਾਅਦ ਸੋ ਕਰੈਕਸ਼ਨ ਜਦੋਂ ਮੈਂ ਛੱਡਿਆ, ਮੈਨੂੰ ਜੌਬ ਆ ਗਈ ਸੀ TD ਬੈਂਕ 'ਚੋਂ। ਅੱਛਾ। ਅਤੇ ਮੈਂ ਥੋੜ੍ਹਾ ਆਪਣਾ ਜਰਨੀ ਦੱਸਦਾ। ਮੈਂ ਬਿਲਕੁਲ ਉਹੀ ਤਾਂ ਸੁਣਨੀ ਚਾਹੁੰਦੀ ਹਾਂ। ਕਿੱਦਾਂ ਅਤੇ ਇਨ ਐਵਰੀ ਸਟੈਪ ਜਿਹੜਾ ਕੀਤਾ ਕੁਛ ਸਿੱਖਿਆ। ਅਤੇ ਉਹ ਤੋਂ ਜੌਬ ਛੱਡ ਕੇ ਬੈਂਕ 'ਚ ਆਈ। ਤਨਖਾਹ ਨਹੀਂ ਸੀ ਇੰਨੀ ਬੈਂਕ 'ਚ, ਅਤੇ ਤਨਖਾਹ ਸੀਗੀ ਕਾਫੀ ਲੈਸ, ਬਟ ਸਿੱਖਿਆ ਬਹੁਤ ਕੁਛ ਉਹ ਤੋਂ। ਆਈ ਸਟਾਰਟਡ ਡੂਇੰਗ ਲੈਂਡਿੰਗ ਇਨ ਬ੍ਰਾਂਚ। ਮੋਬਾਈਲ ਨਹੀਂ, ਹੁਣ ਜਿੱਦਾਂ ਮੋਬਾਈਲ ਕਾਫੀ ਹੈਗੇ ਲੋਕੀ ਹੈ ਨਾ, ਅਤੇ ਇਨ ਬ੍ਰਾਂਚ ਲੈਂਡਿੰਗ ਕਰਨ ਲੱਗ ਪਿਆ। ਕਾਫੀ ਮੋਰਗੇਜ ਬਾਰੇ ਸਿੱਖਿਆ, ਅਤੇ ਹੌਲੀ ਹੌਲੀ ਪ੍ਰੋਪਰਟੀਆਂ ਲੈਣ ਲੱਗ ਪਏ। ਅੱਛਾ। ਵਿਥ ਜਿਹੜੇ ਪੈਸੇ ਪੂਸੇ ਸੇਵ ਕੀਤੇ ਹੋ ਸੀਗੇ। ਅਤੇ ਸਾਡੀ ਵੈਂਕੂਵਰ ਦੀ ਰੀਅਲ estate ਮਾਰਕੀਟ ਬਹੁਤ ਵਧੀਆ ਰਹੀ ਆ ਲਾਸਟ 12 13 14 ਸਾਲ। ਅਤੇ ਦੈਟ ਵਾਜ਼ ਉੱਥੋਂ ਮੇਰਾ ਪੈਥ ਇੱਧਰ ਨੂੰ ਲੀਨ ਹੋਇਆ। ਅੱਛਾ। ਅਤੇ ਕਈ ਵਾਰੀ ਕਹਿੰਦੇ ਹੁੰਦੇ ਆ ਟਾਈਮਿੰਗ ਦੀ ਗੱਲ ਵੀ ਹੁੰਦੀ ਆ। ਅਤੇ ਜਦੋਂ ਮੇਰਾ TD 'ਚ ਮੈਂ ਰਿਹਾ, ਮੇਰੇ ਖਿਆਲ 2 ਸਾਲ ਰਿਹਾ ਹੋਣਾ। ਅੱਛਾ। ਅਤੇ ਉੱਥੋਂ ਲੈਂਡਿੰਗ ਦਾ ਸਾਰਾ ਕੁਛ ਉੱਥੋਂ ਸਿੱਖਿਆ ਸੀਗਾ। ਅਤੇ ਰੈਜ਼ੀਡੈਂਸ਼ੀਅਲ ਸੀ, ਨਾ ਕਿ ਕਮਰਸ਼ੀਅਲ। ਅਤੇ ਉਹ ਤੋਂ ਬਾਅਦ ਵਿਆਹ ਹੋਣ ਤੋਂ ਪਹਿਲਾਂ ਮੇਰੀ ਵਾਈਫ ਦੀ ਕਜ਼ਨ ਵਿਆਹੁਣ ਲੱਗੀ ਸੀ ਮੇਰੇ ਬਿਜ਼ਨਸ ਪਾਰਟਨਰ ਨੂੰ। ਅੱਛਾ। ਅਤੇ ਅਸੀਂ ਦੋਨੇ ਇਕੱਠੇ ਹੁੰਦੇ ਸੀਗੇ, ਬਾਹਰ ਜਾਣਾ ਡਿਨਰਾਂ 'ਤੇ ਵਗੈਰਾ। ਅਤੇ ਉਹ ਉੱਦਾਂ ਸਾਡੀ ਗੱਲ ਚੱਲਦੀ ਤੇਜਾ ਫੂਡ ਦੀ। ਅਤੇ ਉਹਨਾਂ ਨੂੰ ਥੋੜ੍ਹੀ ਹੈਲਪ ਚਾਹੀਦੀ ਸੀਗੀ, ਅਤੇ ਮੈਨੂੰ ਇੰਟਰਸਟ ਸੀਗਾ, ਸ਼ੌਂਕ ਬਿਜ਼ਨਸ ਦਾ। ਅੱਛਾ। ਅਤੇ ਬੇਸਿਕਲੀ ਸਾਡੀ ਪਾਰਟਨਰਸ਼ਿਪ ਉਦੋਂ ਫੋਰਮ ਹੋਈ ਆ 2010 ਦੇ ਵਿੱਚ, ਮੇਰੇ ਖਿਆਲ 2010 ਰਫਲੀ 2009 2010 ਇਸ ਵੇਲੇ ਜੁਆਇਨ ਹੋਈ ਸੀ ਸਾਡੀ ਕੰਪਨੀ। ਅਤੇ ਇਹ ਸੀਗਾ, there's always opportunities ਬਹੁਤ ਆਉਂਦੀਆਂ। you have to pick and choose, ਪਿਕ ਕੇਸ ਰਾਹ ਜਾਣਾ। ਅਤੇ ਬ੍ਰਾਂਡ ਪਾਵਰ ਸੀਗਾ ਉਸ ਵੇਲੇ ਤੇਜਾ ਫੂਡ ਦਾ, ਕਮਿਊਨਿਟੀ ਸਾਰੇ ਜਾਣਦੇ ਸੀਗੇ। ਅਤੇ ਮੈਨੂੰ ਇਹ ਸੀਗਾ, ਮੈਂ ਕਿਹਾ ਓਪਰਚੁਨਿਟੀ ਹੈਗੀ ਜਿੱਥੋਂ ਬਿਲਡ ਕਰ ਸਕਦੇ ਹੋ। ਉੱਥੋਂ ਬਿਜ਼ਨਸ ਦੀ ਆਈਡੀਆ ਹੈਗੀ ਸੀਗੀ, ਅਤੇ ਇੰਡੀਆ ਸਾਡੇ ਕੋਂਟੈਕਟ ਸੀਗੇ। ਅੱਛਾ। ਅਤੇ ਉਸ ਵੇਲੇ ਸਾਰਾ ਕੁਛ ਇੱਥੇ ਹੋ ਰਿਹਾ ਸੀ ਇਨ ਕੈਨੇਡਾ। ਅਤੇ ਹਾਲੇ ਵੀ ਕਾਫੀ ਇੱਥੇ ਮੈਨੂਫੈਕਚਰਿੰਗ ਸਾਡੀ ਹੋ ਰਹੀ ਆ। ਸਾਡਾ ਡੈਲਟਾ ਵੇਅਰਹਾਊਸ ਨਵਾਂ ਬਣਾਇਆ 2-3 ਸਾਲ ਹੋ ਗਏ। ਜੂਨ 2022 'ਤੇ ਇੱਕ ਹੋਰ ਫੈਸਿਲਿਟੀ ਆ ਰਹੀ ਸਾਡੀ, ਬਣ ਰਹੀ ਹੈ ਇਸ ਵੇਲੇ। ਅਤੇ ਸਾਡੀ ਕਮਿਊਨਿਟੀ ਵੀ ਗਰੋ ਹੋ ਰਹੀ ਆ। ਸਾਨੂੰ ਇਹ ਆ ਵੀ ਕੁਆਲਿਟੀ ਪ੍ਰੋਡਕਟ ਚਾਹੀਦਾ ਸਾਨੂੰ। ਸਾਨੂੰ ਇਹ ਨਹੀਂ ਹੁੰਦਾ ਵੀ ਕੋਰਨਰਸ ਕੱਟ ਕਰੀਏ ਜਾਂ ਅੱਜ ਕੁਆਲਿਟੀ A ਗ੍ਰੇਡ ਲੈ ਆਈਏ, ਹੁਣ ਲੋਕੀ ਖਾਣ ਲੱਗ ਪਏ, ਕੱਲ੍ਹ ਨੂੰ ਚੇਂਜ ਕਰ ਦਈਏ B ਗ੍ਰੇਡ ਨੂੰ। ਕੰਸਿਸਟੈਂਸੀ ਇਜ਼ ਕੀ। ਹੁਣ ਜੇ ਤੁਸੀਂ ਰੈਸਟੋਰੈਂਟ ਨੂੰ ਜਾਓ, ਫਰੈਂਚਾਈਜ਼ ਰੈਸਟੋਰੈਂਟ ਨੂੰ, ਸੇ ਕੈਕਟਸ ਕਲੱਬ ਨੂੰ, ਜਦੋਂ ਤੁਸੀਂ ਜਾਣਾ ਰੈਸਟੋਰੈਂਟ ਨੂੰ, ਤੁਹਾਨੂੰ ਪਤਾ
ਵੀ ਕੁਆਲਿਟੀ ਉਹੀ ਮਿਲਦੀ, ਭਾਵੇਂ ਤੁਸੀਂ ਚੱਲ ਜਾਓ ਸਾਊਥ ਸਰੀ, ਭਾਵੇਂ ਟੋਰਾਂਟੋ ਚੱਲ ਜਾਓ, ਭਾਵੇਂ ਬਰਨਬੀ ਚੱਲ ਜਾਓ, ਮੈਨੂੰ ਇਹ ਕੰਸਿਸਟੈਂਸੀ ਇਜ਼ ਕੀ। ਠੀਕ ਹੈ। ਤੇ ਸੋ ਕਮਿੰਗ ਬੈਕ ਟੂ ਦ ਜਰਨੀ, ਬੈਂਕ ਦੇ ਵਿੱਚੋਂ ਓਪਰਚੁਨਿਟੀ ਆ ਗਈ ਸੀ ਤੇਜਾ ਫੂਡ ਦੀ, ਬੇਸਿਕਲੀ ਸਾਡੀ ਰਿਸ਼ਤੇਦਾਰੀ ਦੇ ਵਿੱਚੋਂ, ਵਾਈਫ ਦੇ ਕਜ਼ਨ ਚੋਂ। ਤੁਸੀਂ ਕਰਦੇ ਕਿੱਦਾਂ ਸੀ? ਦੇਖੋ ਪਹਿਲਾਂ ਜੌਬ ਇੱਕ ਛੱਡ ਦਿੱਤੀ, ਹਾਂਜੀ, ਠੀਕ ਹੈ, ਉਹ ਪੂਰੀ ਤਰ੍ਹਾਂ ਕੁਇਟ ਕੀਤੀ, ਕੋਈ ਇੱਦਾਂ ਨਹੀਂ ਕੀਤਾ ਕਿ ਵੀ ਮੈਂ ਪਾਰਟ ਟਾਈਮ ਜਾਂ ਮੈਂ ਇੱਧਰ ਵੀ ਜਾਂਦਾ ਰਹੂੰਗਾ ਜਾਂ ਮੈਂ ਉੱਧਰ ਵੀ ਜਾਂਦਾ ਰਹੂੰਗਾ ਬੈਂਕ ਦੇ, ਉੱਧਰ ਜੌਬ ਛੱਡ ਕੇ ਹਾਂਜੀ। ਕੰਫਰਟ ਜ਼ੋਨ ਦੇ ਵਿੱਚੋਂ ਨਿਕਲਣਾ ਕਿੰਨਾ ਕੁ ਸੌਖਾ ਸੀ? ਬਹੁਤ ਔਖਾ, ਬਹੁਤ ਜ਼ਿਆਦਾ ਔਖਾ। ਹਾਊ ਡਿਡ ਯੂ ਡਿਸਾਈਡ ਦੈਨ? ਕਿੱਦਾਂ ਫੈਸਲਾ ਕਿੱਦਾਂ ਕੀਤਾ? ਇਕੱਲੇ ਕਰਦੇ ਹੁੰਦੇ ਸੀ ਜਾਂ ਕਿਸੇ ਨਾਲ ਸਲਾਹ ਮਸ਼ਵਰਾ ਕਰਦੇ ਸੀ? ਉਸ ਵੇਲੇ ਮੈਂ ਆਪਣੀ ਵਾਈਫ ਨਾਲ ਗੱਲ ਕਰ ਰਿਹਾ, ਉਹ ਹਾਲੇ ਸਾਡਾ ਵਿਆਹ ਨਹੀਂ ਸੀ ਹੋਇਆ, ਤੇ ਸ਼ੀ ਡਿਡਨਟ ਐਕਚੁਅਲੀ ਲਾਈਕ ਸ਼ਿਫਟ ਵਰਕ। ਅੱਛਾ। ਕਰਕੇ ਉਹਦੀ ਸੀ ਮੰਡੇ ਟੂ ਫਰਾਈਡੇ, ਤੇ ਮੇਰਾ ਸੀਗਾ ਸ਼ਿਫਟ ਵਰਕ। ਤੇ ਕਹਿੰਦੀ ਪਈ ਇੱਦਾਂ ਔਖਾ ਆ, 6:30 ਵਜੇ ਸ਼ਾਮ ਤੋਂ ਲੈ ਕੇ 6:30 ਵਜੇ ਤੱਕ ਸਵੇਰ ਨੂੰ ਸ਼ਿਫਟ ਹੁੰਦੀ ਸੀਗੀ 12 ਘੰਟੇ, ਜਾਂ 6:30 ਵਜੇ ਸਵੇਰ ਤੋਂ ਲੈ ਕੇ 6:30 ਵਜੇ ਸ਼ਾਮ ਤੱਕ। ਵੀਕਐਂਡ ਨਹੀਂ ਸੀ ਛੁੱਟੀ ਹੁੰਦੀ, 4 days on 4 days off, so I could be working Monday, Tuesday, Wednesday, Thursday. The following week maybe ਸੀਗਾ Friday, Saturday, Sunday, Monday. ਸੋ ਇਸ ਕਰਕੇ ਮੈਂ ਡਿਸੀਜਨ ਬਣਾਇਆ। ਤੁਸੀਂ ਇਹ ਗੱਲ ਜ਼ਰੂਰ ਵੇ ਕੀਤੀ ਕਿ ਵੀ ਪੈਸਾ ਜਾਂ ਸਟੇਟਸ ਜਾਂ ਗਵਰਨਮੈਂਟ ਜੌਬ, ਜੋ ਕੁਝ ਉਹਦੇ ਨਾਲ ਜੁੜਿਆ ਹੋਇਆ ਸੀ, ਉਹਦੇ ਨਾਲ ਜਿਹੜੀ ਕੁਆਲਿਟੀ ਆਫ ਲਾਈਫ ਸੀ ਤੁਹਾਡੀ, ਉਹ ਲੂਜ਼ ਹੋ ਰਹੀ ਸੀ। ਹਾਂਜੀ। ਤੇ ਇਟਸ ਇੰਪੋਰਟੈਂਟ ਕਰਕੇ ਸਾਰੇ ਫੈਮਿਲੀ ਗੈਟ ਟੂਗੇਦਰ, ਸਾਰਾ ਕੁਝ ਵੀਕਐਂਡ 'ਤੇ ਹੁੰਦਾ। ਮੈਂ ਕਾਫੀ ਮਿਸ ਕਰ ਲਿਆ ਸੀਗਾ 6 ਸਾਲ ਹੋਏ। ਅੱਛਾ। ਤੇ ਬਟ ਸਕੈਜੂਲ ਬਹੁਤ ਸੋਹਣਾ ਸੀਗਾ, 4 days on 4 days off। ਅੱਛਾ, ਇਹ ਵੀ ਸੀ ਨਾਲ। ਸੋ ਆਊਟਵੇ ਕਰਨਾ ਪੈਂਦਾ, ਸਪਾਊਸ ਵੀ ਕੀ ਮੰਗ ਰਹੇ ਸੀ ਉਸ ਵੇਲੇ। ਤੇ ਸੋ ਮੇਰੀ ਹੋ ਗਈ ਮੰਡੇ ਟੂ ਫਰਾਈਡੇ ਪ੍ਰੀਟੀ ਮਚ ਜੌਬ। ਅੱਛਾ। ਤੇ ਸ਼ਾਮ ਨੂੰ ਘਰ ਹੋਈਦਾ ਸੀਗਾ। ਇਟ ਵਾਸ ਗ੍ਰੇਟ। ਤੇ ਫਿਰ ਬੈਂਕ ਦੇ ਵਾਈਲ ਆਈ ਵਾਜ਼ ਐਟ ਬੈਂਕ ਦੇ ਵਿੱਚ ਓਪਰਚੁਨਿਟੀ ਆਈ ਸੀਗੀ ਜਿੱਥੇ ਹੁਣ ਆਇਆ ਸੀ ਜੀ। ਤੇ ਉਹ ਆਈ ਸੀਗੀ ਓਪਰਚੁਨਿਟੀ, ਬੇਸਿਕਲੀ ਮੈਂ ਇੰਪੋਰਟਿੰਗ ਕਰਦਾ ਸੀ ਪਹਿਲਾਂ। ਗੱਲ ਹੋਈ ਸੀ ਸਾਡੀ, ਮੇਰੀ ਤੇ ਮੇਰੇ ਪਾਰਟਨਰ ਦੀ, ਪਈ ਮੈਂ ਕਿਹਾ ਬਿਜ਼ਨਸ ਕਿੱਦਾਂ ਚੱਲ ਰਹੀ, ਐਕਸੈਟਰਾ। ਕਹਿੰਦਾ ਸੀ ਪਈ ਥੋੜ੍ਹੀ ਜਿਹੀ ਹੈਲਪ ਚਾਹੀਦੀ ਆ। ਉਸ ਵੇਲੇ ਮੈਂ ਪੂਰਾ ਨਹੀਂ ਸੀ ਹਾਲੇ ਇਨਵੋਲਵ ਹੋਇਆ। ਅਸੀਂ ਸ਼ੁਰੂ ਕਰਤੀ ਇੰਪੋਰਟਿੰਗ ਇੰਡੀਆ ਤੋਂ। ਅੱਛਾ। ਤੇ ਸੈਪਰੇਟ ਕੰਪਨੀ ਖੋਲ੍ਹ ਲਈ ਐਕਸੈਟਰਾ, ਤੇ ਇੰਪੋਰਟਿੰਗ ਸ਼ੁਰੂ ਕਰ ਲਈ। ਉਹ ਕੀਤੀ ਇੰਪੋਰਟਿੰਗ ਅਸੀਂ ਕਰਦੇ ਸੀਗੇ, ਫਿਰ ਇੱਥੇ ਵੇਚੀਦਾ ਸੀ ਅਸੀਂ ਸਮਾਨ। ਤੇ ਫਿਰ ਸਾਡੀ ਗੱਲ ਚੱਲ ਪਈ ਪਾਰਟਨਰਸ਼ਿਪ ਦੀ, ਓਕੇ, ਕੰਪਨੀ ਦੇ ਵਿੱਚ। ਤੇ ਫਿਰ ਮੈਂ ਉਦੋਂ ਲੈ ਲਈ ਸੀਗੀ, ਅਬਾਊਟ ਅੱਧੀ ਕੰਪਨੀ ਅਸੀਂ ਖਰੀਦ ਲਈ ਸੀ ਉਸ ਵੇਲੇ, ਓਕੇ, ਅਬਾਊਟ 2010-11। ਤੇ ਦੈਨ ਵੀ ਜੁਆਇੰਟ ਫੋਰਸਿਸ। ਤੇ ਹੁਣ ਅੱਜ ਤੱਕ ਇਕੱਠੇ ਚਲਾਈ ਜਾਂਦੇ ਕੰਮ ਸਾਰਾ ਕੁਛ। ਤੇ ਉਦੋਂ ਸਾਡੇ ਕੋਲ ਸੀਗੀ, ਸੋ ਮੈਂ ਹਾਲੇ ਜੌਬ ਨਹੀਂ ਸੀ ਅਸੀਂ ਛੱਡੀ। ਕਿਹੜੀ? ਬੈਂਕ ਦੀ ਹਾਲੇ ਛੱਡੀ ਨਹੀਂ ਸੀਗੀ। ਓਕੇ। ਸੋ ਛੋਟਾ ਜਿਹਾ ਵੇਅਰ ਹਾਊਸ ਲੈ ਲਿਆ ਸਰੀ ਦੇ ਵਿੱਚ। ਠੀਕ। ਉੱਥੋਂ ਸਮਾਨ ਚੱਕਦੇ ਹੁੰਦੇ ਸੀਗੇ, ਮੈਂ ਵੇਚਿਆ ਸੀ ਇੱਥੇ ਲੋਕਲੀ। ਤੇ ਹੌਲੀ 1.5 ਸਾਲ ਬਾਅਦ ਅਸੀਂ ਜਦੋਂ ਮਰਜ ਕੀਤਾ, ਮੈਂ ਤੇ ਤੇਜਾ ਫੂਡ ਨੇ ਮਰਜ ਕਰਕੇ ਅਸੀਂ ਸਾਰਾ ਰਿਚਮੰਡ ਵੇਅਰ ਹਾਊਸ ਲੈਂਦਾ ਸੀ ਸਮਾਨ। ਓਕੇ। ਤੇ ਹਾਲੇ ਵੀ ਉਸ ਤੱਕ ਮੈਂ ਜੌਬ ਨਹੀਂ ਸੀ ਛੱਡੀ। ਉਸ ਵੇਲੇ ਮੈਨੂੰ ਥੋੜ੍ਹਾ ਹਾਰਡ ਲੱਗਾ ਕੰਫਰਟ ਜ਼ੋਨ 'ਚੋਂ। ਅੱਛਾ। ਜਦੋਂ ਮੈਂ ਜੌਬ ਛੱਡੀ ਕਰੈਕਸ਼ਨ ਤੋਂ ਬੈਂਕ ਤੱਕ, ਉਦੋਂ ਥੋੜ੍ਹਾ ਈਜ਼ੀ ਲੱਗਾ ਸੀ, ਮੈਂ ਥੋੜ੍ਹਾ ਯੰਗਰ ਵੀ ਸੀਗਾ। ਤੇ ਹੁਣ ਮੈਂ ਕਿਹਾ, ਉਦੋਂ ਮੈਨੂੰ ਥੋੜ੍ਹੀ ਜਿਹੀ ਸਟਰਗਲ ਆਈ ਸੀ ਕਰਕੇ ਮੈਂ ਜੌਬ ਲਾਈਕ ਨਹੀਂ ਸੀ ਕੀਤੀ ਬਾਹਲੀ ਬੈਂਕ ਦੀ। ਮਨ ਦੇ ਵਿੱਚ ਇਹ ਆ ਰਿਹਾ ਸੀ ਕਿ ਵੀ ਇੰਨਾ ਵੀ ਬੰਦਾ ਰੋਲਿੰਗ ਸਟੋਨ ਨਹੀਂ ਹੋਣਾ ਚਾਹੀਦਾ। ਨਹੀਂ। ਸੋ ਮੈਂ ਕਿਹਾ ਥੋੜ੍ਹਾ ਜਿਹਾ ਰੋਕ ਲਈਏ, ਤੇ ਕੀ ਪਤਾ ਕਿੱਥੇ ਹਾਲੇ ਜਾਣਾ ਸੀ, ਹੈ ਨਾ। ਤੇ ਪਰ ਮਨ ਦੇ ਵਿੱਚ ਇਹ ਤਾਂ ਚੀਜ਼ ਸੀ ਕਿ ਵੀ ਇਹ ਮੇਰਾ ਫਾਈਨਲ ਡੈਸਟੀਨੇਸ਼ਨ ਨਹੀਂ ਹੈ। ਕਰੈਕਟ। ਬੈਂਕ ਵੀ ਜਦੋਂ ਕਰੈਕਸ਼ਨ ਵਿੱਚ ਸੀਗਾ, ਮੈਂ ਸੋਚਿਆ ਪਈ ਮੇਰੀ ਇਹੀ ਜੌਬ ਰਹਿਣੀ ਹੈ 30 ਸਾਲ। ਅੱਛਾ। ਹੁੰਦਾ ਆ ਪਈ ਸਾਰੇ ਉੱਥੇ ਜਿਹੜੇ ਨਾਲ ਕੰਮ ਕਰਦੇ ਆ 25-30 ਸਾਲ ਦੇ ਉਹ ਵੀ ਸੀਗੇ ਉੱਥੇ। ਪਹਿਲਾਂ ਤਾਂ ਚਾਅ ਹੀ ਬੜਾ ਹੁੰਦਾ ਨਾ ਜੌਬ ਮਿਲਦੀ ਆ। ਉਸ ਵੇਲੇ ਤਨਖਾਹ ਬਹੁਤ ਸੀਗੀ, $25-30 ਘੰਟੇ ਦੀ। $25 ਘੰਟੇ ਦੀ ਸੀਗੀ। ਮੈਂ ਉਦੋਂ 21 ਸਾਲ ਦਾ ਸੀ। ਓਕੇ। ਐਟ ਦੈਟ ਟਾਈਮ 2001 it was a lot of money। ਜੀ। ਤੇ ਬਟ ਮੈਂ ਸੋਚਦਾ ਸੀ ਪਈ ਇਹੀ ਜੌਬ ਮੇਰੀ ਰਹਿਣੀ ਹੈ। ਅੱਛਾ। ਤੇ ਸੋ ਜਦੋਂ ਅਸੀਂ ਮਰਜ ਕੀਤਾ ਬੈਂਕ ਦੀ, ਮੈਂ ਹਾਲੇ ਜੌਬ ਨਹੀਂ ਛੱਡੀ। ਫਾਈਨੈਂਸ਼ਲੀ ਸਿਕਿਉਰਿਟੀ ਕਈ ਵਾਰੀ ਹੁੰਦੀ ਆ, ਪੇ ਚੈੱਕ ਜਿਹੜੀ ਆ ਰਹੀ ਆ ਹਰੇਕ 2 ਹਫ਼ਤੇ ਬਾਅਦ। ਐਗਜ਼ੈਕਟਲੀ। ਤੇ ਉਹ ਕੀਤਾ, ਬਟ ਦੈਨ ਇਟ ਗਾਟ ਟੂ ਅ ਪੁਆਇੰਟ ਪਈ ਅਸੀਂ ਆਈਟਮਾਂ
ਜਿਹੜੀਆਂ ਕਮਿਊਨਿਟੀ ਮੰਗ ਰਹੀ ਸੀਗੀ ਉਹ ਅਸੀਂ ਡਿਵੈਲਪ ਕਰ ਰਹੇ ਸੀਗੇ ਜੀ ਕੁਆਲਿਟੀ ਆਈਟਮ ਮਲਟੀਗ੍ਰੇਨ ਆਟਾ ਨਹੀਂ ਸੀ ਸਾਡੇ ਕੋਲ ਹੁੰਦਾ ਉਸ ਵੇਲੇ ਜਦੋਂ ਮਰਜ ਕੀਤਾ ਸੀ ਸਾਡੇ ਕੋਲ ਸੀਗੀ 250 ਆਈਟਮਾਂ ਅੱਛਾ ਮੋਸਟਲੀ ਮਸਾਲੇ ਹੀ ਸੀਗੇ ਉਸ ਵੇਲੇ ਮਸਾਲੇ ਤੇ ਦਾਲਾਂ ਤੇ ਥੋੜ੍ਹੇ ਜਿਹੇ ਆਟੇ ਸੀਗੇ ਤੇ ਗ੍ਰਾਈਂਡ ਕਰੀ ਦੇ ਸਾਡੀ ਮਸ਼ੀਨਾਂ ਲੱਗੀਆਂ ਤੇ ਕਮਿਊਨਿਟੀ ਦੀ ਡਿਮਾਂਡ ਉਸ ਵੇਲੇ ਕਾਫੀ ਸੀ ਡਿਫਰੈਂਟ ਪ੍ਰੋਡਕਟਾਂ ਦੀ ਤੇ ਉਸ ਵੇਲੇ ਹੁਣ ਕੰਪੀਟੀਸ਼ਨ ਵੀ ਬਹੁਤ ਹੈਗਾ ਬਟ ਉਸ ਵੇਲੇ ਹਾਲੇ 2-3 ਕੰਪਨੀਆਂ ਸੀਗੀਆਂ ਜਿਹੜੀਆਂ ਇਨ ਦਾ ਮਾਰਕੀਟ ਸੀਗੀਆਂ ਵੈਸਟਰਨ ਕੈਨੇਡਾ ਦੇ ਵਿੱਚ ਤੇ ਹੌਲੀ ਹੌਲੀ ਅਸੀਂ ਪ੍ਰੋਡਕਟ ਸ਼ੁਰੂ ਕਰਨ ਲੱਗ ਪਏ ਨਵੇਂ ਗਲੂਟਨ ਫਰੀ ਆਟਾ ਅਸੀਂ ਸਭ ਤੋਂ ਪਹਿਲਾਂ ਕੱਢਿਆ ਅੱਛਾ ਤੇ ਸਾਡੀ ਕਮਿਊਨਿਟੀ ਦੇ ਵਿੱਚ ਕਾਫੀ ਲੋੜ ਸੀਗੀ ਤੇ ਸਾਡੇ ਹੈਗੇ ਆ ਜਿਹੜੇ ਪ੍ਰੋਡਕਟ ਡਿਵੈਲਪ ਕਰ ਰਹੇ ਆ ਸਾਇੰਟਿਸਟ ਮੈਂ ਕਹਿ ਸਕਦਾ ਜਿਹਨੀ ਬੇਸਿਕਲੀ ਇਹ ਮੈਂ ਪ੍ਰੋਡਕਟ ਦੀ ਗੱਲ ਕਰ ਰਿਹਾ ਕਰਕੇ ਕੋਈ ਕਮਿਊਨਿਟੀ 'ਚ ਹੈ ਨਹੀਂ ਸੀਗਾ ਸੋ ਅਸੀਂ ਕਮਿਊਨਿਟੀ ਦੀ ਸੁਣੀ ਗੱਲ ਪਈ ਲੋੜ ਆ ਇਸ ਪ੍ਰੋਡਕਟ ਦੀ ਸੀਲੀਐਕ ਪ੍ਰੋਬਲਮ ਹੈਗੀ ਕਾਫੀ ਲੋਕਾਂ ਨੂੰ ਰੋਟੀ ਇਜ਼ ਅ ਮੇਨ ਪ੍ਰੋਡਕਟ ਇਨ ਆਰ ਹਾਊਸ ਹੋਲਡ ਚੌਲਾਂ 'ਚ ਚਲੋ ਗਲੂਟਨ ਨਹੀਂ ਹੁੰਦੀ ਸੋ ਇੱਦਾਂ ਦੇ ਪ੍ਰੋਡਕਟ ਸਲੋਲੀ ਸ਼ੁਰੂ ਕਰਨ ਲੱਗੇ ਅਸੀਂ ਤੇ ਜੌਬ ਦਾ ਕੀ ਬਣਿਆ ਜੌਬ ਨਾਲ ਚੱਲਦੀ ਰਹੀ ਜੌਬ ਚੱਲਦੀ ਸੀ ਬਹੁਤ 1.5 ਸਾਲ ਦੇ ਅੱਛਾ ਫਿਰ ਹੌਲੀ ਹੌਲੀ ਮੈਂ ਛੱਡ ਦਿੱਤੀ ਕਰਕੇ ਇੱਧਰ ਫੋਕਸ ਬਹੁਤ ਹੋ ਗਿਆ ਸੀਗਾ ਉਸ ਵੇਲੇ ਟਾਈਮ ਜ਼ਿਆਦਾ ਮੰਗਣ ਲੱਗ ਗਿਆ ਸੀ ਬਹੁਤ ਜ਼ਿਆਦਾ ਬਿਜ਼ਨਸ ਹੈ ਨਾ ਹਾਂਜੀ ਸੋ ਪਹਿਲਾਂ ਜੌਬ ਤੇ ਜ਼ਿਆਦਾ ਸੀ ਫਿਰ ਸ਼ਾਮ ਨੂੰ ਇਹ ਕਰੀਦੀ ਸੀ ਬਿਜ਼ਨਸ ਬਹੁਤ ਜ਼ਿਆਦਾ ਹੋਣ ਲੱਗ ਪਿਆ ਸੀਗਾ ਟਾਈਮ ਹੁਣ there's only so many hours in a day ਤੇ ਫਿਰ ਸਾਰਾ ਫੋਕਸ ਮੈਂ ਆਪਣਾ ਇੱਧਰ ਪਾਤਾ ਸੀਗਾ ਉਦੋਂ ਤੱਕ ਵਿਆਹ ਹੋ ਚੁੱਕਾ ਸੀ ਤੁਹਾਡਾ ਹੋ ਚੁੱਕਾ ਸੀ ਓਕੇ ਹਾਂਜੀ ਤੇ ਵਿਆਹ ਹੋ ਚੁੱਕਾ ਸੀਗਾ ਵਾਈਫ ਦੀ ਆਪਣੀ ਜੌਬ ਸੀਗੀ ਤੇ ਮੈਂ ਇੱਧਰ ਫੋਕਸ ਕਰਨ ਲੱਗ ਪਿਆ ਸੀ ਸੋ ਪ੍ਰੋਡਕਟ ਅਸੀਂ ਡਿਵੈਲਪ ਕਰਨ ਲੱਗ ਪਏ ਤੇ ਸਲੋਲੀ ਬਿਜ਼ਨਸ ਇਨਕਰੀਜ਼ ਕਰਨ ਲੱਗ ਪਏ ਮਾਰਕੀਟ ਸ਼ੇਅਰ ਕਾਫੀ ਵੈਸਟਰਨ ਕੈਨੇਡਾ ਦੇ ਵਿੱਚ ਸਾਡੀ ਹੈਗੀ ਆ ਤੇ ਸਾਨੂੰ ਇਹ ਸੀਗਾ ਵੀ ਕੁਆਲਿਟੀ ਨਹੀਂ ਅਸੀਂ ਕਦੇ ਛੱਡਣੀ we want to make sure that quality is always there ਸਾਡਾ ਜਿਹੜਾ ਕਸਟਮਰ ਆ ਕੁਆਲਿਟੀ ਬੇਸਡ ਕਸਟਮਰ ਆ ਕਾਫੀ ਇਹ ਤਾਂ ਠੀਕ ਹੈ ਤੁਸੀਂ ਸਾਰੀਆਂ ਗੱਲਾਂ ਕਰ ਰਹੇ ਹੋ ਕਿ ਜਿਹੜੇ ਪ੍ਰੋਡਕਟਸ ਆ ਤੁਸੀਂ ਉਹਨਾਂ ਦੇ ਵਿੱਚ ਵਾਧਾ ਕੀਤਾ ਮੇਰੀ ਬਹੁਤ ਜ਼ਿਆਦਾ ਕਿਉਰਿਓਸਿਟੀ ਹੈ ਜਦੋਂ ਅਸੀਂ ਸਟੋਰਸ 'ਤੇ ਜਾਂਦੇ ਹਾਂ ਆਪਣੇ ਪੰਜਾਬੀ ਫੂਡ ਸਟੋਰ 'ਤੇ ਜਾਂਦੇ ਹਾਂ ਉਹਨਾਂ ਦੇ ਵਿੱਚ ਇੱਥੇ ਆ ਕੇ ਲੋਕ ਹੈਰਾਨ ਹੋ ਜਾਂਦੇ ਆ ਕਈ ਈਵਨ ਇੰਡੀਆ ਤੋਂ ਵਿਜ਼ਿਟ ਕਰਨ ਆਏ ਹੁੰਦੇ ਉਹ ਕਹਿੰਦੇ ਇਹਨਾਂ ਚੀਜ਼ਾਂ ਦੇ ਨਾਂ ਤਾਂ ਅਸੀਂ ਕਦੇ ਇੰਡੀਆ ਵੀ ਨਹੀਂ ਸੁਣੇ ਉਹ ਜਿਹੜੇ ਪੈਕੇਜਸ ਹੁੰਦੇ ਆ ਕਿ ਆਹ ਵੀ ਚੀਜ਼ਾਂ ਇੱਥੇ ਮਿਲਦੀਆਂ ਨੇ ਆਹ ਵੀ ਚੀਜ਼ਾਂ ਮਿਲਦੀਆਂ ਇਹਨਾਂ ਦੇ ਨਾਂ ਤਾਂ ਅਸੀਂ ਇੰਡੀਆ ਵੀ ਕਦੇ ਨਹੀਂ ਸੁਣੇ ਕਈ ਵਾਰ ਲੋਕ ਹੱਸਦੇ ਵੀ ਆ ਕਿ ਇੱਥੇ ਕੀ ਕਰਨਾ ਖੈਰ ਉਹ ਚੀਜ਼ਾਂ ਵਿਕਦੀਆਂ ਹੋਣਗੀਆਂ ਮੇਰੇ ਖਿਆਲ ਤਾਂ ਹੀ ਤੁਸੀਂ ਲੈ ਕੇ ਆ ਰਹੇ ਹੋਗੇ ਜਾਂ ਉਹ ਡਿਮਾਂਡ ਦੇ ਵਿੱਚ ਹੋਣਗੀਆਂ ਉਹ ਜਿਹੜੀ ਇੰਨੀ ਡੀਟੇਲਡ ਲਿਸਟ ਤਿਆਰ ਕੀਤੀ ਜਾਂਦੀ ਹੈ ਉਹ ਕਿਸ ਲੈਵਲ 'ਤੇ ਤਿਆਰ ਹੁੰਦੀ ਹੈ ਉਹ ਕੋਈ ਇੰਡੀਆ ਤੋਂ ਤਿਆਰੀ ਹੁੰਦੀ ਹੈ ਜਾਂ ਤੁਸੀਂ ਇੱਥੇ ਤੁਹਾਡੀ ਕੋਈ ਟੀਮ ਬੈਠਦੀ ਹੈ ਉਹਦੇ ਵਿੱਚ ਮੇਰਾ ਬਹੁਤ ਇੰਟਰਸਟ ਹੈ ਜੇ ਤੁਸੀਂ ਉਹ ਸ਼ੇਅਰ ਕਰ ਸਕੋ ਗੱਲ ਕਿੱਦਾਂ ਜਿਹੜੇ ਪ੍ਰੋਡਕਟ ਡਿਵੈਲਪ ਕਰੀਦੇ ਆ ਯੈਸ ਉਹ ਪ੍ਰੋਡਕਟਸ ਕਿੱਦਾਂ ਡਿਸਾਈਡ ਕੀਤੇ ਜਿਹੜੀ ਤੁਸੀਂ ਪ੍ਰੋਡਕਟਸ ਦੀ ਜਿਹੜੀ ਲਿਸਟ ਆ ਉਹਦੇ ਵਿੱਚ ਵਾਧਾ ਕੀਤਾ ਤੁਸੀਂ ਉਹ ਕੀ ਮਾਰਕੀਟ ਤੁਹਾਡੀ ਕੋਈ ਰਿਸਰਚ ਹੁੰਦੀ ਹੈ ਕਿਵੇਂ ਕਰਦੇ ਹੋ ਹਾਊ ਡੂ ਯੂ ਡੂ ਦੈਟ ਸੋ ਬੇਸਿਕਲੀ ਜਦੋਂ 2010 ਦੇ ਵਿੱਚ ਸਾਡੀ ਮਰਜਰ ਹੋਈ ਹੈ ਸਾਡੇ ਸੀਗੇ 250 ਆਈਟਮ ਹੁਣ ਇਸ ਵੇਲੇ 1700 ਆਈਟਮ ਤੋਂ ਜ਼ਿਆਦਾ ਆ ਸਾਡੇ ਵਾਓ 1700 ਆਈਟਮਸ ਹਾਂਜੀ ਤੇ 12-13 ਸਾਲ ਦੇ ਵਿੱਚ ਇਟਸ ਕੁਆਇਟ ਅ ਬਿਟ ਆਫ ਐਨ ਇਨਕਰੀਜ਼ ਸੋ ਸਾਡੇ ਬੇਸਿਕਲੀ ਜਦੋਂ ਅਸੀਂ ਪ੍ਰੋਡਕਟ ਲਾਂਚ ਕਰੀਦਾ ਜਿਹੜੇ ਮਸਾਲੇ ਆ ਉਹ ਕਰੀਦੇ ਸਟ੍ਰਿਕਟਲੀ ਡਿਮਾਂਡ 'ਤੇ ਅੱਛਾ ਸੋ ਕਈ ਵਾਰੀ ਸਟੋਰਾਂ ਚਾਹੀਦਾ ਸਾਡੇ ਭਾਈਬੰਦ ਜਿਹੜੇ ਸਟੋਰਾਂ ਵਾਲੇ ਆ ਉਹ ਕਹੋਗੇ ਪਈ ਨਵੇਂ ਇੰਡੀਆ ਤੋਂ ਬੰਦੇ ਆ ਰਹੇ ਆ ਅਰਜਨ ਚਾਲ ਚਾਹੀਦਾ ਸਾਨੂੰ ਅੱਛਾ ਜਿਹੜੀ ਕਈ ਵਾਰੀ ਚੀਜ਼ ਅਸੀਂ ਨਹੀਂ ਸੁਣੀ ਹੁੰਦੀ ਅਰਜਨ ਚਾਲ ਅਸ਼ਵਗੰਧਾ ਪਾਊਡਰ ਹਾਂਜੀ ਪੀਪਲ ਲੱਖ ਇੱਦਾਂ ਦੀ ਬਹੁਤ ਸਪੈਸ਼ਲਟੀ ਆਈਟਮਾਂ ਜਿਹੜੀਆਂ ਲੋਕਾਂ ਦੀ ਡਿਮਾਂਡ ਵੱਧ ਰਹੀ ਹੈ ਇੱਥੇ ਠੀਕ ਹੈ ਸੋ ਐਟ ਦੈਟ ਟਾਈਮ ਅਸੀਂ ਜੋ 2-3 ਬੰਦਿਆਂ ਤੋਂ ਸੁਣੀ ਦੀ ਇਹ ਗੱਲ ਅਸੀਂ ਪ੍ਰੋਡਕਟ ਲਿਆਉਂਦੇ ਆ ਅੱਛਾ ਕਮਿਊਨਿਟੀ ਦੀ ਸੁਣਨ ਦੀ ਗੱਲ ਪਈ ਇਹ ਚਾਹੀਦੇ ਪ੍ਰੋਡਕਟ ਸਾਨੂੰ ਤੇ ਉਹ ਦੈਟਸ ਹਾਊ ਵੀ ਕਾਈਂਡ ਆਫ ਡਿਵੈਲਪ ਵੀ ਕਿਹੜੇ ਪ੍ਰੋਡਕਟ ਅਸੀਂ ਲਿਆਉਣੇ ਆ ਅੱਛਾ ਜ਼ਿਆਦਾ ਜਾਣਕਾਰੀ ਸਾਡੇ ਸੁਣਨ ਵਾਲਿਆਂ ਨੂੰ ਪਤਾ ਕਿ ਤੁਹਾਡੇ ਕੋਲ ਇੰਡੀਆ ਦੇ ਵਿੱਚ ਜਿਹੜੀਆਂ ਜਿਵੇਂ ਹੁਣ ਤੁਸੀਂ ਅਸ਼ਵਗੰਧਾ ਦੀ ਗੱਲ ਕੀਤੀ ਆ ਜਾਂ ਹੋਰ ਪ੍ਰੋਡਕਟਸ ਦੀ ਗੱਲ ਕੀਤੀ ਆ ਉਹ ਚੀਜ਼ਾਂ ਤਾਂ ਅਵੇਲੇਬਲ ਹੈਗੀਆਂ ਤੇਜਾ ਫੂਡਸ ਦਾ ਫੋਕਸ ਕਿਹੜੇ ਫੂਡ ਪ੍ਰੋਡਕਟਸ ਤਿਆਰ ਕਰਨਾ ਹੈ ਜਾਂ ਇੰਪੋਰਟ ਕਰਕੇ ਲੈ ਕੇ ਆਉਣਾ ਹੈ ਤੁਸੀਂ ਦੱਸ ਸਕਦੇ ਹੋ ਕਿ ਇਹ ਇੰਡੀਆ ਬੇਸਡ ਚੀਜ਼ਾਂ ਹੀ ਜ਼ਿਆਦਾ ਹੈਗੀਆਂ ਜਾਂ ਹੋਰ ਤੁਸੀਂ ਕਿਤੋਂ ਵੀ ਮੰਗਵਾਉਂਦੇ ਹੋ ਸਮਾਨ ਨਹੀਂ ਸੋ
ਅਸੀਂ ਇੱਥੇ ਆਟੇ ਇੱਥੇ ਵੀ ਗ੍ਰਾਈਂਡ ਕਰੀਦੇ ਅਸੀਂ ਅਤੇ ਜਿੱਦਾਂ ਬਾਜਰਾ ਫਲਾਵਰ ਹੋ ਗਿਆ, ਚਨਾ ਫਲਾਵਰ ਹੋ ਗਿਆ, ਐਕਸੈਟਰਾ ਅਤੇ ਰੋਸਟਿੰਗ। ਸੋ ਬੇਸਿਕਲੀ ਜਿਹੜੇ ਚੀਜ਼ਾਂ ਸਾਡੀਆਂ ਕਮ ਫਰਮ ਆਲ ਓਵਰ ਦਾ ਵਰਲਡ, ਪਰ ਜਿਹੜੀਆਂ ਮੋਸਟਲੀ ਕੀ ਚੀਜ਼ਾਂ ਆ, ਹੁਣ ਸਾਨੂੰ ਹੋ ਗਈਆਂ ਦਾਲਾਂ ਕਈ ਹੁੰਦੀਆਂ ਕੈਨੇਡੀਅਨ ਇੰਡੀਆ ਮਿਲਦੀਆਂ ਨਹੀਂ, ਉਹ ਸਿਰਫ ਕੈਨੇਡੀਅਨ ਦੀਆਂ ਦਾਲਾਂ ਹੋ ਗਈਆਂ। ਅੱਛਾ। ਕਈ ਮਿਲਦੀਆਂ ਹੈਗੀਆਂ ਇੰਡੀਆ, ਮੂੰਗ ਦਾਲ, ਮੋਠ, ਉਰਦ ਹੋਲ, ਇਹ ਚੀਜ਼ਾਂ ਇੰਡੀਆ ਤੋਂ ਆਉਂਦੀਆਂ। ਸਾਰੀਆਂ ਕਲੀਨ ਹੋ ਕੇ ਪੈਕ ਹੋ ਕੇ ਇੱਥੇ ਸ਼ਿਪ ਹੁੰਦੀਆਂ ਸਾਡੀਆਂ। ਅਤੇ ਜਿਹੜੇ ਮਸਾਲੇ ਆ ਉਹ ਸਾਰੇ ਅਸੀਂ ਇਨ ਹਾਊਸ ਗ੍ਰਾਈਂਡ ਕਰੀਦੇ ਆ। ਇਹ ਨਹੀਂ ਹੈਗਾ ਕਿ ਬਾਹਰੋਂ ਕੁਛ ਹੋਰ ਲੈ ਕੇ ਜਾਂ ਪਾਊਡਰ ਲੈ ਕੇ ਅਸੀਂ ਭੇਜਣਾ ਇੱਥੇ। ਉਹ ਇੱਥੇ ਹੀ ਬਣਦੇ ਆ? ਨਹੀਂ, ਇੰਡੀਆ ਕਰਕੇ ਮਸਾਲੇ ਸਾਰੇ ਉੱਧਰ ਸਾਊਥ ਤੋਂ ਵਧੀਆ ਆ ਰਹੇ ਆ। ਸੋ ਸਾਰੀ ਗ੍ਰਾਈਂਡਿੰਗ ਜਿਹੜੀ ਇਨ ਹਾਊਸ ਆ ਸਾਡੀ। ਅੱਛਾ। ਕੁਛ ਬਾਹਰ ਨਹੀਂ ਹੈਗੀ ਗ੍ਰਾਈਂਡਿੰਗ। ਜੇ ਅਸੀਂ ਸੌਂਫ ਦਾ ਪਾਊਡਰ ਬਣਾਉਣਾ, ਸੌਂਫ ਅਸੀਂ ਇਨ ਹਾਊਸ ਗਰਾਊਂਡ ਕਰਨੀ ਆ। ਅੱਛਾ। ਬਾਹਰੋਂ ਨਹੀਂ ਕੋਈ ਪਾਊਡਰ ਲੈਣਾ। ਸੋ ਕੰਸਿਸਟੈਂਸੀ ਸਾਡੀ ਰਹਿੰਦੀ ਆ। ਕੋਈ ਮਿਕਸਚਰ ਨਹੀਂ ਪ੍ਰੋਡਕਟ ਅਸੀਂ ਮੰਗਦੇ। ਜੇ ਜਿੰਜਰ ਗਰਾਊਂਡ ਹੋਵੇ, ਸੁੰਡ ਅਸੀਂ ਇਨ ਹਾਊਸ ਗ੍ਰਾਈਂਡ ਕਰੀਦੀ ਆ। ਅੱਛਾ। ਗਰਮ ਮਸਾਲਾ ਸਾਰਾ ਮਿਕਸ ਅਸੀਂ ਆਪ ਕਰੀਦਾ। ਰੋਸਟਡ ਚਨਾ ਸਾਰਾ ਰੋਸਟ ਇਨ ਹਾਊਸ ਕਰਨਾ। ਸੋ ਇੱਦਾਂ ਦੀਆਂ ਚੀਜ਼ਾਂ ਕਾਫੀ ਸਿੱਖਣੀਆਂ ਪਈਆਂ। ਇੰਟਰਸਟਿੰਗ ਚੀਜ਼ਾਂ ਦੱਸ ਰਹੇ ਹੋ ਤੁਸੀਂ। ਮਨਦੀਪ ਜੀ, ਇਸ ਵੇਲੇ ਜਿੱਥੇ ਖੜੇ ਹੋ ਹੁਣ ਕੀ ਲੱਗਦਾ ਕਿ ਕਿੱਧਰ ਨੂੰ ਜਾਣਾ? ਇੱਧਰ ਇਸ ਵੇਲੇ ਜਿਹੜੀ ਹੈਗੀ ਆ ਫੂਡ ਬਿਜ਼ਨਸ, ਫਿਊਚਰ ਕਾਫੀ ਤਕੜੀ ਹੈ ਫੂਡ ਬਿਜ਼ਨਸ। ਹੁਣ ਜਦੋਂ ਪੈਂਡੈਮਿਕ ਹਿੱਟ ਹੋਇਆ, ਕਈ ਵਾਰੀ ਸੋਚੀਦਾ ਪਈ ਕਿਹੜੀ ਬਿਜ਼ਨਸ ਵਿੱਚ ਪਏ ਆ, ਠੀਕ ਆ ਬਿਜ਼ਨਸ। ਅੱਛਾ। ਕੁਛ ਚੇਂਜ ਹੋ ਸਕਦੀ ਬਿਜ਼ਨਸ ਗਾਂ ਆਉਂਦੇ 10 ਸਾਲਾਂ 'ਚ। ਤੁਸੀਂ ਹੁਣ ਦੇਖ ਲਓ, ਜਦੋਂ ਪੈਂਡੈਮਿਕ ਸ਼ੁਰੂ ਹੋਇਆ ਪਿਛਲੇ ਫਰਵਰੀ ਮਾਰਚ ਦੇ ਵਿੱਚ, ਸਟੋਰਾਂ ਦੀਆਂ ਸ਼ੈਲਫਾਂ ਸਾਰੀਆਂ ਖਾਲੀ। ਟਰੂ। ਕੋਈ ਇਹ ਨਹੀਂ ਸੀ ਦੇਖਦਾ ਪਈ ਮੈਂ ਜਾ ਕੇ $500 ਦੀ ਬੈਲਟ ਲੈਣੀ ਆ, ਜਾਂ ਮੈਂ ਗੱਡੀ ਨਵੀਂ ਖਰੀਦਣੀ ਆ, ਜਾਂ ਅਸੀਂ ਕੋਈ ਕਿਸੇ ਦੀ ਇੰਟੈਂਸ਼ਨ ਸਾਰੀ ਸੀਗੀ ਨੈਸੈਸਿਟੀ 'ਤੇ। ਨੈਸੈਸਿਟੀ ਆਉਂਦੀ ਹੈ ਖਾਣੇ 'ਤੇ। ਫੂਡ, ਬਿਲਕੁਲ ਠੀਕ ਆ, ਫੂਡ ਐਂਡ ਅ ਰੂਫ ਓਵਰ ਯਰ ਹੈਡ। ਸੋ ਇੱਥੇ ਤੁਹਾਨੂੰ ਦੱਸਾਂ ਪਈ ਫਿਊਚਰ ਜਿਹੜਾ ਰਿਸੈਸ਼ਨ ਆ ਜਾਵੇ, ਟੈਕਨੋਲੋਜੀ ਖਾਣਾ ਚੇਂਜ ਨਹੀਂ ਕਰ ਸਕਦੀ। ਟਰੂ। ਯੂ ਕੈਨਟ, ਟਰੈਂਡ ਚੇਂਜ ਹੋ ਸਕਦਾ, ਪਰ ਖਾਣਾ ਸਾਨੂੰ ਖਾਣਾ ਹੀ ਪੈਣਾ। ਇਟਸ ਆਰ ਫਿਊਲ। ਬਿਲਕੁਲ। ਅਤੇ ਸੋ ਜਿਹੜੀ ਗਰੋਥ ਆ ਆਉਂਦੇ ਸਾਲਾਂ ਦੇ ਵਿੱਚ, ਫੋਰ ਦਾ ਲੌਂਗ ਟਰਮ ਫੋਰਸੀਏਬਲ ਫਿਊਚਰ, ਫੂਡ ਬਿਜ਼ਨਸ ਇਜ਼ ਦ ਬਿਜ਼ਨਸ ਟੂ ਬੀ ਇਨ। ਅਤੇ ਜਿਹੜੀ ਗਰੋਥ ਆ, ਇਹ ਸਾਰਾ ਫੋਕਸ ਸਾਡਾ ਇਸ ਵੇਲੇ ਫੂਡ ਬਿਜ਼ਨਸ 'ਤੇ ਹੀ ਆ। ਪਰ ਜਿੱਥੇ ਚੈਲੰਜਸ ਦੀ ਗੱਲ ਆਉਂਦੀ ਹੈ ਫੂਡ ਬਿਜ਼ਨਸ ਦੇ ਵਿੱਚ, ਜੇ ਆਪਾਂ ਕੰਪੇਅਰ ਕਰਦੇ ਹਾਂ ਹੋਰ ਬਿਜ਼ਨਸਿਸ ਦੇ ਨਾਲ, ਅਤੇ ਹੁਣ ਜੇ ਆਪਾਂ ਕੋਵਿਡ ਦੇ ਰੈਫਰੈਂਸ ਦੇ ਵਿੱਚ ਦੇਖਦੇ ਹਾਂ, ਹਾਂਜੀ, ਕਿਹੋ ਜਿਹੇ ਚੈਲੰਜਸ ਐਜ਼ ਕੰਪੇਅਰ ਟੂ ਦਾ ਅਦਰ ਬਿਜ਼ਨਸਿਸ ਇਹਦੇ ਵਿੱਚ ਜ਼ਿਆਦਾ ਹੈਗੇ ਆ? ਸੋ ਹੁਣ 1700 ਆਈਟਮ ਤੋਂ ਉੱਤੇ ਮੈਨੇਜ ਕਰਨੀ ਕਾਫੀ ਸਟਰੈਸ ਹੁੰਦੀ ਹੈ। ਅਤੇ ਐਜ਼ ਐਨ ਐਗਜ਼ਾਮਪਲ, ਜੇ ਅਸੀਂ ਹੁਣ ਇਸ ਵੇਲੇ ਕੋਵਿਡ ਦੀ ਗੱਲ ਕਰੀਏ, ਸਟੋਰਾਂ ਦੀਆਂ ਸ਼ੈਲਫਾਂ ਸਾਰੀ ਖਾਲੀ ਹੋ ਗਈਆਂ ਸੀ। ਸਾਤੋਂ ਕੀਪ ਅਪ ਨਹੀਂ ਸੀ ਹੋ ਰਿਹਾ ਭਰਨ 'ਤੇ। ਅੱਛਾ। ਜਿੱਥੇ 2 ਸਕਿਡਾਂ ਜਾਂਦੀਆਂ ਸੀ ਸਟੋਰ ਨੂੰ, ਹੁਣ 15 ਸਕਿਡਾਂ ਮੰਗਾਈਆਂ ਸੀ। ਹਰੇਕ ਵੀਕ ਇੱਦਾਂ ਰਿਹਾ ਕਾਫੀ ਚਿਰ। ਅੱਛਾ। 1.5 ਮਹੀਨਾ ਲੋਕੀ ਹੋਰਡਿੰਗ ਕਰਨ ਲੱਗ ਪਏ ਸੀਗੇ। ਖਾਣਾ ਤਾਂ ਇਹਨਾਂ ਲੋਕਾਂ ਨੇ ਵਰਤਿਆ ਨਹੀਂ, ਪਰ ਸਟਾਕ ਪਾਈਲਿੰਗ ਬਹੁਤ ਹੋ ਰਹੀ ਸੀ ਘਰ। ਅਤੇ ਹੁਣ ਜਦੋਂ ਸਮਾਨ ਮੰਗਾਈਦਾ, ਹੁਣ ਸਾਰਾ ਤਾਂ ਮੈਨੂਫੈਕਚਰਿੰਗ ਕੈਨੇਡਾ 'ਚ ਹੁੰਦੀ ਨਹੀਂ, ਕਾਫੀ ਇੰਟਰਨੈਸ਼ਨਲ ਹੋ ਰਹੀ ਹੈ ਮੈਨੂਫੈਕਚਰਿੰਗ। ਅਤੇ ਕੰਟੇਨਰ ਆਉਣ ਨੂੰ ਉਸ ਵੇਲੇ 45 ਡੇ ਲੱਗਦੇ ਹੁੰਦੇ ਸੀ, 45 to 50 ਡੇ ਇਸ ਵੇਲੇ। ਸੋ ਸਟਰਗਲਾਂ ਜਿਹੜੀਆਂ ਉਹ ਨਹੀਂ ਕਈ ਵਾਰੀ ਲੋਕਾਂ ਨੂੰ ਪਤਾ ਹੁੰਦੀਆਂ ਵੀ ਕਿਹੜੀਆਂ ਸਟਰਗਲਾਂ 'ਚ ਵਿੱਚ ਰੋਜ਼ ਹੀ ਅਸੀਂ ਲੰਘਦੇ ਹਾਂ। ਹੁਣ 100 ਦਿਨ ਤੋਂ ਉੱਤੇ ਕੰਟੇਨਰ ਲੱਗਦਾ ਆਉਣ ਨੂੰ। ਪ੍ਰਾਈਸਾਂ ਹੋਈਆਂ ਆ ਅਪ ਸਾਰੀਆਂ। ਸ਼ਿਪਿੰਗ ਦੀ ਅੱਗੇ ਹੁੰਦੀ ਸੀਗੀ $250 US, ਹੁਣ ਅਪ ਟੂ $6,000-7,000 US ਸਿਰਫ ਇੱਕ ਕੰਟੇਨਰ ਦਾ। ਸੋ ਓਬਵੀਅਸਲੀ ਜੋ ਬੰਦੇ ਕਹਿੰਦੇ ਵੀ ਪ੍ਰਾਈਸਾਂ ਵੱਧ ਰਹੀਆਂ ਸਾਰੇ ਚੀਜ਼ਾਂ ਦੀਆਂ, ਇਨਫਲੇਸ਼ਨ ਦੀਆਂ, ਦੈਟਸ ਪਾਰਟ ਆਫ ਦ ਰੀਜ਼ਨ। ਇਹ ਨਹੀਂ ਹੈਗਾ ਵੀ ਕੰਪਨੀਆਂ ਵਧਾ ਰਹੀਆਂ ਜਾਂ ਗਰੋਸਰੀ ਸਟੋਰਾਂ ਆਪ ਹੀ ਵਧਾ ਰਹੀਆਂ ਵੀ ਐਡਵਾਂਟੇਜ ਲਈਏ ਕੰਜ਼ਿਊਮਰ ਦਾ। ਇਹ ਗਾਂ ਖਰਚ ਵੱਧ ਰਹੇ ਆ ਸਾਰਿਆਂ ਦੇ। ਅਤੇ ਸੋ ਇੱਦਾਂ ਦੀਆਂ ਚੈਲੰਜਾਂ ਆਉਂਦੀਆਂ ਪਈ। ਸਟਾਕਿੰਗ ਦੀ ਪ੍ਰੋਬਲਮ ਕਈ ਵਾਰੀ ਪੈ ਜਾਂਦੀ ਆ। ਆਲਵੇਜ਼ ਅਸੀਂ ਪ੍ਰੈਡਿਕਸ਼ਨ ਕਰੀਦੀ ਹੈ ਵੀ ਐਟਲੀਸਟ 2-3 ਮਹੀਨਿਆਂ ਦੀ, ਐਟਲੀਸਟ ਐਕਚੁਅਲੀ 3 ਮਹੀਨਿਆਂ ਦੀ ਪ੍ਰੋਡਕਟ ਸਾਡੇ ਵੇਅਰ ਹਾਊਸ 'ਚ ਹੋਵੇ। ਓਕੇ। ਹੁਣ ਜਿੱਦਾਂ ਮਸਾਲੇ ਜਾਂ ਦਾਲਾਂ ਦੇ ਆ, ਇਹਦੇ ਕਾਫੀ ਸ਼ੈਲਫ ਲਾਈਫ ਹੁੰਦੀ ਹੈ, ਕਾਫੀ ਦੇਰ।
ਹੁਣ ਇੰਨੇ ਸਟੋਰਾਂ ਨੂੰ ਸਪਲਾਈ ਕਰਨੀ ਤੇ ਵੀ ਹੈਵ ਟੂ ਬੀ ਆਲਵੇਜ਼ ਪ੍ਰੀਪੇਅਰਡ। ਮਨਦੀਪ ਜੀ ਕਹਿੰਦੇ ਘਾਟੇ ਵਾਧੇ ਜਿਹੜੇ ਉਹ ਬਿਜ਼ਨਸ ਦੇ ਵਿੱਚ ਪੈਂਦੇ ਹੀ ਰਹਿੰਦੇ ਆ, ਹਾਂਜੀ ਹੈ ਨਾ, ਲੋਜ਼ ਐਂਡ ਹਾਈਜ਼ ਜਾਂ ਆਪਾਂ ਗੱਲ ਕਰਦੇ ਹਾਂ। ਮੈਨੂੰ ਲੱਗਦਾ ਕਿ ਜਿਹੜਾ ਫੂਡ ਦਾ ਬਿਜ਼ਨਸ ਆ, ਜਿੱਥੇ ਫੂਡ ਐਕਸਪਾਇਰ ਹੋਣ ਦਾ ਵੀ ਡਰ ਰਹਿੰਦਾ, ਕਿਸੇ ਤਰ੍ਹਾਂ ਖ਼ਰਾਬ ਹੋ ਜਾਣ ਦਾ ਵੀ ਡਰ ਰਹਿੰਦਾ ਹੈਗਾ। ਕਦੇ ਇਹੋ ਜਿਹੇ ਲਾਈਫ ਦੇ ਵਿੱਚ ਮੌਕੇ ਆਏ ਹੁਣ ਇਹਨਾਂ ਦਿਨਾਂ ਦੇ ਵਿੱਚ ਜਾਂ ਇਸ ਤੋਂ ਪਹਿਲਾਂ ਆਪਣੇ ਬਿਜ਼ਨਸ ਦੇ ਦੌਰਾਨ, ਜਦੋਂ ਕਿਸੇ ਤਰ੍ਹਾਂ ਦਾ ਵੱਡਾ ਕੋਈ ਘਾਟਾ ਪਿਆ ਹੋਵੇ ਜਾਂ ਕਿਸੇ ਤਰ੍ਹਾਂ ਦੀ ਸੱਟ ਮਹਿਸੂਸ ਕੀਤੀ ਹੋਵੇ? ਕੋਈ ਇਹੋ ਜਿਹਾ ਮੌਕਾ ਆਇਆ ਕਦੇ? ਆਇਆ ਹੋਇਆ, ਬਹੁਤ ਜ਼ਿਆਦਾ ਆਇਆ ਹੋਇਆ। ਸ਼ੇਅਰ ਕਰੋ ਫਿਰ। ਓਕੇ, ਸੋ ਜਦੋਂ ਐਟ ਐਨੀ ਗਿਵਨ ਟਾਈਮ ਕੁਛ ਨਾ ਕੁਛ, ਜਿੱਦਾਂ ਹੁਣ 100 ਚੀਜ਼ਾਂ ਹੁੰਦੀਆਂ ਦਿਮਾਗ ਦੇ ਵਿੱਚ ਚੱਲ ਰਹੀਆਂ ਇਨ ਵਨ ਗਿਵਨ ਡੇ। ਫੂਡ ਬਿਜ਼ਨਸ ਵਿੱਚ ਕਸਟਮਰ ਇੰਨੇ ਹੁੰਦੇ ਆ, ਸਾਰਿਆਂ ਦੇ ਨੀਡਸ ਐਂਡ ਵਾਂਟਸ ਹੁੰਦੀਆਂ, ਕੰਜ਼ਿਊਮਰ ਹੁੰਦੇ ਆ, ਸਾਰਾ ਕੁਛ, ਸਾਰੀਆਂ ਚੀਜ਼ਾਂ ਦੇਖਣੀਆਂ ਪੈਂਦੀਆਂ ਫਰੋਮ A to Z, ਸਟਾਫਿੰਗ ਦਾ। ਅਤੇ ਇਹ ਕਈ ਵਾਰੀ ਚੀਜ਼ਾਂ ਨਹੀਂ ਲੋਕਾਂ ਨੂੰ ਦੱਸੀਆਂ, ਸਿਰਫ ਪ੍ਰੋਡਕਟ ਦੇਖਦੇ ਸ਼ੈਲਫ 'ਤੇ, ਉਹਨਾਂ ਨੂੰ ਪਤਾ ਨਹੀਂ ਪਈ ਕਿਹੜੇ ਔਖਿਆਈ ਦੇ ਵਿੱਚ ਬੈਕ ਦ ਕੀ ਕਹਿੰਦੇ ਹੁੰਦੇ ਬਿਹਾਈਂਡ ਦ ਕਲੋਜ਼ ਡੋਰਸ ਕੀ ਹੋ ਰਿਹਾ। ਕਈ ਵਾਰੀ ਕੰਟੇਨਰ ਆਉਂਦੇ ਇੱਥੇ, ਪ੍ਰੋਡਕਟ ਇਜ਼ ਨਾਟ ਗੁੱਡ, ਜਾਂ 100 ਦਿਨ ਲੱਗਦਾ ਆਉਣ ਨੂੰ, 4 ਮਹੀਨੇ ਐਕਸਪਾਇਰੀ ਡੇਟ ਹੁੰਦੀ ਆ। ਕਈ ਵਾਰੀ ਸਮਾਨ ਜਿਹੜਾ ਵਿਕਣਾ ਹੁੰਦਾ ਉਹ ਵਿਕ ਨਹੀਂ ਰਿਹਾ ਟਾਈਮ ਸਿਰ। ਸੋ ਸਾਨੂੰ ਇੱਥੇ ਵੀ ਨੋਟਿਸ ਪਈ ਕਿਹੜਾ ਆ ਰਿਹਾ, then we help out our local food banks and stuff like that. ਜਦੋਂ ਪੈਂਡੈਮਿਕ ਹਿੱਟ ਹੋਇਆ ਸੀ ਅਸੀਂ ਕਾਫੀ ਹੈਲਪ ਕੀਤੀ। ਮਿਲ ਨਹੀਂ ਸੀ ਰਿਹਾ ਕਿਸੇ ਨੂੰ ਸਮਾਨ, ਗਰੋਸਰੀ ਸਟੋਰਾਂ 'ਚ ਨਹੀਂ ਮਿਲ ਰਿਹਾ ਸੀ, ਨੈਵਰ ਮਾਈਂਡ ਫੂਡ ਬੈਂਕ ਨੂੰ ਕਿੱਥੇ ਮਿਲਣਾ ਸੀਗਾ। ਸੋ ਇੱਥੇ ਸਾਡੀ ਕਮਿਊਨਿਟੀ ਫੀਡਬੈਕ ਕਾਫੀ ਆ ਪਈ, ਜਿੱਥੇ ਵੀ ਅਸੀਂ ਹੈਲਪ ਕਰ ਸਕਦੇ ਅਸੀਂ ਹੈਲਪ ਕਰਦੇ ਹਾਂ। ਅਤੇ ਚੈਲੰਜਸ ਇੱਦਾਂ ਦੀਆਂ ਬਹੁਤ ਰਹਿੰਦੀਆਂ ਜਿੱਥੇ ਖਾਣਾ ਸਾਡਾ ਜਿੱਦਾਂ ਐਕਸਪਾਇਰੀ 'ਤੇ ਨੇੜੇ ਆ ਰਿਹਾ। ਇਹੋ ਜਿਹੇ ਬਿਜ਼ਨਸ ਦੇ ਵਿੱਚ ਰਿਸਕ 'ਤੇ ਕੀ ਰਹਿੰਦਾ ਜ਼ਿਆਦਾ? ਕਿਹੋ ਜਿਹੇ ਰਿਸਕ ਜਿਹੜੇ ਆ ਤੁਸੀਂ ਮਹਿਸੂਸ ਕਰਦੇ ਆ? ਕਿਉਂਕਿ ਜਦੋਂ ਹੁਣ ਸਾਡੇ ਸੁਣਨ ਵਾਲੇ ਇਹ ਗੱਲ ਮਹਿਸੂਸ ਕਰ ਰਹੇ ਆ ਬਹੁਤ ਵਾਰ, ਕਿਉਂਕਿ ਹੁਣ ਤੁਸੀਂ ਇੱਕ ਸਕਸੈਸਫੁਲ ਬਿਜ਼ਨਸ ਓਨਰ ਹੈ। ਹਾਂਜੀ। ਜਦੋਂ ਇਨੀਸ਼ੀਏਟਿਵ ਲੈਣਾ ਹੁੰਦਾ ਨਾ, ਕਈ ਲੋਕ ਕਹਿੰਦੇ ਕਿ ਮੈਂ ਸੋਚਦਾ ਮੈਂ ਬਿਜ਼ਨਸ ਕਰਾਂ, ਮੇਰਾ ਕੋਈ ਆਪਣਾ ਬਿਜ਼ਨਸ ਚਾਹੀਦਾ, ਮੈਂ ਜੋਬ ਕਰਦਾ ਥੱਕ ਚੁੱਕਾ, ਮੈਂ ਕਿਸੇ ਲਈ ਕੰਮ ਕਰ ਰਿਹਾ, ਮੈਂ ਆਪਣੇ ਲਈ ਕੰਮ ਕਰਨਾ ਚਾਹੁੰਦਾ, ਆਪਣੀ ਫੈਮਿਲੀ ਲਈ ਕੰਮ ਕਰਨਾ ਚਾਹੁੰਦਾ, ਜਾਂ ਮੇਰਾ ਫੈਮਿਲੀ ਬਿਜ਼ਨਸ ਹੋਵੇ, ਜਾਂ ਮੈਨੂੰ ਕੋਈ ਚੰਗਾ ਪਾਰਟਨਰ ਮਿਲ ਜਾਵੇ। ਸੋ ਇਹੋ ਜਿਹੀਆਂ ਜਿਹੜੀਆਂ ਆਪਸ਼ਨਸ ਨੇ ਅਕਸਰ ਲੋਕ ਉਹਨਾਂ ਦੇ ਉੱਤੇ ਵਿਚਾਰ ਕਰਦੇ ਹੈਗੇ ਆ। ਹੁਣ ਤੁਸੀਂ ਬੀਇੰਗ ਅ ਸਕਸੈਸਫੁਲ ਬਿਜ਼ਨਸ ਓਨਰ, ਬਿਜ਼ਨਸ ਪਾਰਟਨਰ, ਤੁਹਾਡਾ ਉਹਨਾਂ ਲੋਕਾਂ ਦੇ ਲਈ ਕੀ ਕਹਿਣਾ ਹੈ ਕਿ ਜੇ ਕੋਈ ਬਿਜ਼ਨਸ ਦੇ ਵਿੱਚ ਆਉਣਾ ਚਾਹੁੰਦਾ, ਮਾਈਂਡ ਸੈੱਟ ਕਿਹੋ ਜਿਹਾ ਹੋਣਾ ਚਾਹੀਦਾ? ਟੂ ਬੀ ਅ ਲੀਡਰ। ਅਤੇ ਇਹ 'ਚ ਮੈਂ ਇਹ ਕਹਿੰਦਾ ਵੀ ਆਪਣੀ ਜਿਹੜੀ ਫੋਕਸ ਆ, ਤੁਸੀਂ ਯੂ ਹੈਵ ਟੂ ਬੀ 100% ਇਨ। ਬਟ ਦੈਟ ਬੀਇੰਗ ਸੈਡ, ਕਈ ਵਾਰੀ 100% ਨਹੀਂ ਪਹਿਲਾਂ ਤੋਂ ਸ਼ੁਰੂ ਕਰ ਸਕਦੇ, ਕਰਕੇ ਖਰਚੇ ਹੁੰਦੇ ਆ, ਫੈਮਿਲੀ ਦੇ ਖਰਚੇ ਹੁੰਦੇ, ਘਰ ਵੀ ਚਲਾਉਣਾ ਹੁੰਦਾ। ਸੋ ਜੇ ਕੋਈ ਆਈਡੀਆ ਕਦੇ ਕਿਸੇ ਕੋਲ ਹੋਵੇ, ਸਾਈਡ 'ਤੇ ਸ਼ੁਰੂ ਕਰ ਲਓ। ਅੱਛਾ। ਸਾਈਡ 'ਤੇ ਸ਼ੁਰੂ ਕਰਕੇ ਐਜ਼ ਯੂ ਸੀ ਦ ਮੋਮੈਂਟਮ ਪਿਕ ਅਪ ਕਰਕੇ, ਕਈ ਵਾਰੀ ਹੁਣ ਇਟਸ ਵੈਰੀ ਹਾਰਡ, ਮੈਂ ਯੰਗ ਏਜ 'ਚ ਸੀਗਾ ਜੋ ਮੈਂ ਟੋਟਲੀ ਚੇਂਜ ਕੀਤਾ, ਬਟ ਐਜ਼ ਯੂ ਗੈਟ ਓਲਡਰ ਮੈਂ ਵੀ ਨਹੀਂ ਉਸ ਬਿਲ ਕਰ ਸਕਦਾ ਮੁੜ ਕੇ ਜਿੱਦਾਂ ਮੈਂ ਕੀਤਾ ਸੀਗਾ। ਐਜ਼ ਯੂ ਗੈਟ ਓਲਡਰ ਤੁਹਾਨੂੰ ਜਿਹੜੀ ਰਿਸਕ ਲੈਵਲ ਆ, ਕੈਲਕੂਲੇਟਡ ਰਿਸਕ ਹੋਣੀ ਚਾਹੀਦੀ ਆ। ਸੋ ਜੇ ਆਈਡੀਆ ਹੋਵੇ, ਆਈਡੀਆ ਲੋਟਸ ਆਫ ਪੀਪਲ ਹੈਵ ਲੋਟਸ ਆਫ ਡਿਫਰੈਂਟ ਆਈਡੀਆਜ਼, ਵੀ ਬਿਜ਼ਨਸ ਆਹ ਕਰ ਸਕਦੇ ਹਾਂ, ਇੱਥੇ ਨਹੀਂ ਹੈਗੀ, ਇਹ ਨੀਸ਼ ਮਾਰਕੀਟ ਆ। ਸੋ ਸਾਈਡ 'ਤੇ ਚਲਾਈ ਜਾਓ ਐਜ਼ ਯੂ ਡੂਇੰਗ ਯਰ ਡੇ ਟੂ ਡੇ career or job. Okay. And as you progress and things, ਕਈ ਵਾਰੀ ਨਹੀਂ ਚੱਲਦੀ business and you're back to square one, at least ਸਾਡੇ ਕੋਲ backbone ਤਾਂ ਹੈਗੀ ਹੈ ਜਿਹੜੀ ਤੁਹਾਡੀ ਘਰ ਚਲਾ ਰਹੀ ਹੈ ਨਾ, job or whatever it is. So going 100% deep in is kind of risky sometimes, ਕਰਕੇ challenges ਕਾਫੀ ਆਉਂਦੀਆਂ। ਬਹੁਤ ਇੰਪੋਰਟੈਂਟ ਕੁਐਸਚਨ ਆ। ਆਈ ਹੋਪ ਕਿ ਤੁਸੀਂ ਇਹਦਾ ਓਨੈਸਟਲੀ ਜਵਾਬ ਦੇਣਾ ਚਾਹੋਗੇ ਸਾਡੇ ਸੁਣਨ ਵਾਲਿਆਂ ਨੂੰ। ਜਦੋਂ ਪਾਰਟਨਰਸ਼ਿਪਸ ਹੁੰਦੀਆਂ ਬਿਜ਼ਨਸ ਦੇ ਵਿੱਚ, ਬਹੁਤ ਵਾਰੀ ਇਹ ਦੇਖਿਆ ਗਿਆ ਕਿ ਪਾਰਟਨਰਸ਼ਿਪਸ ਬਹੁਤ ਲੰਬੇ ਸਮੇਂ ਤੱਕ ਕਈਆਂ ਦੀਆਂ ਨਿਭ ਜਾਂਦੀਆਂ, ਅਤੇ ਕਈਆਂ ਦੀਆਂ ਜਿਹੜੀਆਂ ਪਾਰਟਨਰਸ਼ਿਪਸ ਆ ਉਹ ਬਹੁਤੇ ਲੰਬੇ ਸਮੇਂ ਤੱਕ ਕੀ ਕੁਝ ਥੋੜ੍ਹੇ ਟਾਈਮ ਬਾਅਦ ਹੀ ਟੁੱਟ ਜਾਂਦੀਆਂ। ਈਵਨ ਮੈਂ ਭਰਾਵਾਂ ਦੇ ਵਿੱਚ ਵੀ ਟੁੱਟਦੀਆਂ ਦੇਖੀਆਂ, ਚੰਗੇ ਦੋਸਤਾਂ ਦੀਆਂ ਦੋਸਤੀਆਂ ਵੀ ਟੁੱਟਦੀਆਂ ਦੇਖੀਆਂ। ਬਿਜ਼ਨਸ ਦਾ ਜਿਹੜਾ ਇਹ ਮੈਟਰ ਹੁੰਦਾ, ਸਪੈਸ਼ਲੀ ਉਹ ਲੋਕ ਜਿਹੜੇ ਇਸ ਵੇਲੇ ਪਾਰਟਨਰਸ਼ਿਪ ਦੇ ਵਿੱਚ ਹੈਗੇ ਆ ਜਾਂ ਪਾਰਟਨਰਸ਼ਿਪਸ ਕਰਨ ਦੀ ਸੋਚ ਰਹੇ ਹੈਗੇ ਆ, ਪਾਰਟਨਰਸ਼ਿਪ ਦੇ ਵਿੱਚ ਸਪੈਸ਼ਲੀ ਕਿਹੋ ਜਿਹਾ ਮਾਈਂਡ ਸੈੱਟ ਲੈ ਕੇ ਚੱਲਣਾ ਚਾਹੀਦਾ, ਜਾਂ ਪਾਰਟਨਰਸ਼ਿਪ ਦੇ ਵਿੱਚ ਐਜ਼ ਅ ਪਰਸਨ ਤੁਹਾਨੂੰ ਆਪਣੇ ਵਿੱਚ ਕੁਝ ਤਬਦੀਲੀਆਂ ਕਰਨੀਆਂ ਪਈਆਂ ਹੋਣ, ਆਪਣੀ ਸੋਚ ਦੇ ਵਿੱਚ ਕੁਝ ਤਬਦੀਲੀਆਂ ਕਰਨੀਆਂ, ਕੋਈ ਚੀਜ਼ ਸਹਿ ਲਈ, ਕੋਈ ਚੀਜ਼ ਇਗਨੋਰ ਕਰ ਦਿੱਤੀ, ਉਹਦੇ ਬਾਰੇ ਦੱਸੋ।
ਨਹੀਂ ਮੈਂ ਸੱਚ ਦੱਸਾਂ ਤੁਹਾਨੂੰ ਸੱਚੀ? ਹਾਂਜੀ ਪਾਰਟਨਰਸ਼ਿਪ ਹੈਜ਼ ਇਟਸ ਐਡਵਾਂਟੇਜਸ ਐਂਡ ਡਿਸਐਡਵਾਂਟੇਜਸ ਬਟ ਇਫ ਜੇ ਟੀਮ ਗੁੱਡ ਹੋਵੇ ਸਾਡੀ ਟੀਮ ਬਹੁਤ ਹੀ ਵਧੀਆ ਆ ਦੋਨਾਂ ਦੀ ਤੇ ਸਾਡੇ ਡੇ ਟੂ ਡੇ ਵੀ ਸੇਮ ਚੱਲ ਰਿਹਾ ਕੰਮ ਬਟ ਸਾਡੀਆਂ ਰਿਸਪੌਂਸਿਬਿਲਿਟੀਜ਼ ਡਿਵਾਈਡ ਕੀਤੀਆਂ ਆ ਸੋ ਈਵਨ ਦੋ ਵੀ ਬੋਥ ਨੋ ਪੇ ਕੀ ਕਰ ਰਹੇ ਇੱਕ ਦੂਏ ਪਰ ਸਾਡੇ ਰਿਸਪੌਂਸਿਬਿਲਿਟੀ ਡਿਫਰੈਂਟ ਆ ਉਹ ਸਾਡੀ ਕਲੈਸ਼ ਨਹੀਂ ਹੁੰਦੀ ਚੀਜ਼ ਬਟ ਫੇਅਰਨੈਸ ਹੋਣੀ ਚਾਹੀਦੀ ਹੈ ਦੋਨਾਂ ਪਾਰਟਨਰ 'ਚ ਫੇਅਰਨੈਸ ਹੂ ਡਿਸਾਈਡਸ ਦੈਟ ਫੇਅਰਨੈਸ ਦੋਨਾਂ ਦੀ ਆਪਸ ਵਿੱਚ ਹੀ ਜਿਹੜਾ ਟਰਸਟ ਫੈਕਟਰ ਆ ਉਹ ਬਹੁਤ ਵੱਡਾ ਹੁੰਦਾ ਹੈ ਨਾ ਸੋ ਜਿਹੜੇ ਹੁਣ ਅਸੀਂ ਵੀ ਦੇਖੇ ਬਥੇਰੇ ਸਾਡੇ ਫਰੈਂਡ ਪਾਰਟਨਰਸ਼ਿਪਾਂ 'ਚ ਹੈਗੀਆਂ ਹਾਂ ਉਹ ਜਿਹੜਾ ਕਈ ਵਾਰੀ ਜਿਹੜੀ ਪਾਰਟਨਰਸ਼ਿਪ ਹੁੰਦੀ ਹੈ ਜਿਸ 'ਚ ਡੇਲੀ ਕੈਸ਼ ਫਲੋ ਆਉਂਦਾ ਆ ਇੱਕ ਪਾਰਟਨਰ ਸ਼ਾਇਦ ਪੈਸੇ ਕੱਢੀ ਜਾਵੇ ਦੂਜੇ ਨੂੰ ਪਤਾ ਨਾ ਹੋਵੇ ਇੱਦਾਂ ਦੀਆਂ ਚੀਜ਼ਾਂ ਬਹੁਤ ਆਉਂਦੀਆਂ ਸਾਰਿਆਂ ਨੂੰ ਅਤੇ ਹੁਣ ਕੰਸਟਰਕਸ਼ਨ ਦੇ ਵਿੱਚ ਕੈਸ਼ ਫਲੋ ਨਹੀਂ ਹੈਗੀ ਬਟ ਸਾਰਾ ਫੇਅਰ ਕਈ ਵਾਰੀ ਲੋਕੀ ਚੱਲਦੇ ਆ ਸਾਡੀ ਬਿਜ਼ਨਸ ਦਾ ਕੁਛ ਪ੍ਰੋਬਲਮ ਹੀ ਨਹੀਂ ਹੈਗੀ ਅਤੇ ਡੇਲੀ ਸਾਡੀ ਬਹੁਤ ਦੋਨਾਂ ਦੀ ਕੌਨਸੈਂਟਰੇਸ਼ਨ ਹੁੰਦੀ ਗਰੋਥ ਦੇ ਵਿੱਚ ਕੰਜ਼ਿਊਮਰ ਨੂੰ ਪ੍ਰੋਡਕਟ ਵਧੀਆ ਲਿਆਈਏ ਅਤੇ ਇਹ ਬਹੁਤ ਇੰਪੋਰਟੈਂਟ ਆ ਗਿਵ ਐਂਡ ਟੇਕ ਹੁੰਦੀ ਹੈ ਮੈਂ ਕਹਿੰਦਾ ਹੁਣ ਜੇ ਇੱਕ ਬੰਦਾ ਕਹੇ ਵੀ ਮੈਂ ਹੀ ਇੱਦਾਂ ਕਰਨਾ ਆ ਵੀ ਤੇਰੀ ਨਹੀਂ ਹੈਗੀ ਗਿਵ ਐਂਡ ਟੇਕ ਹੁੰਦੀ ਆ ਦੈਟਸ ਦ ਕੀ ਟੂ ਪਾਰਟਨਰਸ਼ਿਪ ਜੇ ਤੁਸੀਂ ਆਪਣੇ ਰਾਹ ਤੁਰਨਾ ਫਿਰ ਪਾਰਟਨਰਸ਼ਿਪ ਨਾ ਜਾਓ ਅਤੇ ਥੋੜ੍ਹਾ ਫਲੈਕਸੀਬਲ ਹੋਣਾ ਪੈਂਦਾ ਸਾਰਿਆਂ ਦੀਆਂ ਓਪੀਨੀਅਨਸ ਡਿਫਰੈਂਟ ਹੁੰਦੀਆਂ ਸਾਰਿਆਂ ਦੇ ਗੋਲਸ ਡਿਫਰੈਂਟ ਹੁੰਦੇ ਆ ਥਿੰਕਿੰਗ ਡਿਫਰੈਂਟ ਹੁੰਦੀ ਹੁਣ ਸਾਰੇ ਸੇਮ ਤਾਂ ਹੈ ਨਹੀਂ ਅਸੀਂ ਸੋ ਮੈਂ ਕਹਿੰਦਾ ਵੀ ਕੰਪਰੋਮਾਈਜ਼ ਗਿਵ ਐਂਡ ਟੇਕ ਅਤੇ ਖੁੱਲ੍ਹ ਕੇ ਗੱਲ ਕਰ ਲਓ ਕੋਈ ਲੋੜ ਨਹੀਂ ਹੈਗੀ ਲੜਾਈਆਂ ਕਰਨ ਦੀ ਸੋ ਕਮਿਊਨੀਕੇਸ਼ਨ ਇਜ਼ ਦਾ ਕੀ ਕਮਿਊਨੀਕੇਸ਼ਨ ਇਜ਼ ਇਟਸ ਜਸਟ ਲਾਈਕ ਅ ਮੈਰਿਜ ਸੇਮ ਥਿੰਗ ਕਮਿਊਨੀਕੇਸ਼ਨ ਇਜ਼ ਕੀ ਜੇ ਕਮਿਊਨੀਕੇਟ ਹੀ ਨਾ ਕਰੋ ਆਪਣੇ ਸਪਾਊਸ ਨਾਲ ਜਾਂ ਬਿਜ਼ਨਸ ਪਾਰਟਨਰ ਨਾਲ ਅਤੇ ਗੱਲ ਅੰਦਰ ਹੀ ਰੱਖੋ ਦੈਟਸ ਨਾਟ ਗੁੱਡ ਫॉर ਐਨੀਬਡੀ ਹੈ ਨਾ ਇਹ ਕਮਿਊਨੀਕੇਸ਼ਨ ਨਹੀਂ ਕਈ ਵਾਰੀ ਲੋਕੀ ਕਰਦੇ ਪ੍ਰੋਬਲਮ ਇੱਥੇ ਹੁੰਦੀ ਹੈ ਐਗਜ਼ੈਕਟਲੀ ਸੋ ਚੰਗਾ ਲੱਗ ਰਿਹਾ ਕਿ ਤੁਸੀਂ ਇੱਕ ਵਧੀਆ ਬਿਜ਼ਨਸਮੈਨ ਹੋ ਵਧੀਆ ਬਿਜ਼ਨਸ ਪਾਰਟਨਰ ਤੁਹਾਨੂੰ ਮਿਲਿਆ ਹੋਇਆ ਤੁਸੀਂ ਇੱਕ ਚੰਗੇ ਬਿਜ਼ਨਸ ਪਾਰਟਨਰ ਦੇ ਤੌਰ 'ਤੇ ਕੰਮ ਕਰ ਰਹੇ ਹੋ ਸਟਿਲ ਕੁਝ ਗੱਲਾਂ ਮਨਦੀਪ ਜੀ ਤੁਹਾਡੇ ਬਾਰੇ ਵੀ ਜਾਣਨਾ ਚਾਹੁੰਦੇ ਹਾਂ ਐਜ਼ ਅ ਪਰਸਨ ਕਿਉਂਕਿ ਤੁਸੀਂ ਜਿਸ ਹਿਸਾਬ ਨਾਲ ਗਰੋ ਕੀਤਾ ਹੁਣ ਤੁਸੀਂ ਫੈਮਿਲੀ ਮੈਨ ਹੋ ਤੁਹਾਡੀ ਪਰਿਵਾਰ ਦੇ ਵਿੱਚ ਕੌਣ ਹੈ ਇਸ ਵੇਲੇ ਸੋ ਸਾਡੇ ਹੈਗੇ ਮੇਰੇ 3 ਬੱਚੇ ਆ 2 ਨਿੱਕੇ ਟਵਿਨ ਆ ਮੁੰਡਾ ਕੁੜੀ ਅਤੇ ਇੱਕ ਐਕਚੁਅਲੀ ਹਾਲੇ 2 ਸਾਲ ਦਾ ਹੀ ਆ ਉਹ ਅਤੇ ਮੇਰੀ ਬੇਟੀ ਹੈਗੀ 4 ਸਾਲ ਦੀ ਸੋ ਫੈਮਿਲੀ ਕਾਫੀ ਯੰਗ ਆ ਅਤੇ ਮਾਈ ਵਾਈਫ ਇਜ਼ ਵੈਲ ਅਤੇ ਸੋ ਬੱਚੇ ਨੂੰ ਟਾਈਮ ਮੈਨੂੰ ਇਹ ਹੁੰਦੀ ਵੀ ਬਿਜ਼ਨਸ ਚੱਲੀ ਜਾਵੇ ਪਰ ਨਿਆਣੇ ਨੂੰ ਵੀ ਟਾਈਮ ਦੇਣਾ ਅਤੇ ਹੁਣ ਮੇਰੀ ਰੂਟੀਨ ਇਹ ਹੁੰਦੀ ਆ ਫਾਦਰ ਬਣਨ ਤੋਂ ਬਾਅਦ ਕਿੰਨੀਆਂ ਕੁ ਚੇਂਜਿਸ ਆ ਗਈਆਂ ਤੁਹਾਡੀ ਪਰਸਨਲ ਰੂਟੀਨ ਦੇ ਵਿੱਚ ਚੇਂਜਸ ਕਾਫੀ ਆਉਂਦੀਆਂ ਕਰਕੇ ਅੱਗੇ ਜ਼ਿਆਦਾ ਟਾਈਮ ਕੰਮ 'ਤੇ ਸਪੈਂਡ ਕਰ ਸਕਦੇ ਸੀਗੇ ਹੁਣ ਬੇਸਿਕਲੀ ਅੱਜ ਕੱਲ੍ਹ ਦੀ ਟੈਕਨੋਲੋਜੀ ਨਾਲ ਬਹੁਤ ਚੇਂਜ ਹੋ ਜਾਂਦਾ ਸਾਰਾ ਕੁਛ ਈਮੇਲ 'ਤੇ ਆ ਸਕਾਈਪ 'ਤੇ ਆ ਕੰਪਿਊਟਰ ਐਂਡ ਫੋਨ ਬੇਸਿਕਲੀ ਕੈਨ ਆਪਰੇਟ ਅ ਲੋਟ ਆਫ ਸਟਫ ਸੋ ਬਿਜ਼ਨਸ ਈਜ਼ੀਅਰ ਵੀ ਹੋ ਗਿਆ ਉਸ ਹਿਸਾਬ ਨਾਲ ਬਹੁਤ ਈਜ਼ੀ ਆ ਕਮਿਊਨੀਕੇਸ਼ਨ ਹੁਣ ਇੰਡੀਆ ਕਰਨੀ ਆ ਪਾਕਿਸਤਾਨ ਕਰਨੀ ਆ ਦੁਬਈ ਕਰਨੀ ਆ ਵੀਅਤਨਾਮ ਕਰਨੀ ਜਿੱਥੇ ਵੀ ਸਮਾਨ ਸਾਡਾ ਆਉਂਦਾ ਵਟਸਐਪ ਕਾਲ ਨਾਲ ਫੋਨ ਨਾਲ ਈਮੇਲ ਟੈਕਸਟ ਮੈਸੇਜ ਨਾਲ ਸਾਰਾ ਕੁਛ ਚੱਲਦਾ ਸੋ ਫੈਮਿਲੀ ਲਾਈਫ ਲਈ ਥੋੜ੍ਹਾ ਈਜ਼ੀ ਬਣ ਜਾਂਦਾ ਕਮਿਊਨੀਕੇਸ਼ਨ ਈਜ਼ੀ ਹੋਣ ਨਾਲ ਤੁਹਾਡਾ ਟਿਪੀਕਲ ਦਿਨ ਕਿੱਦਾਂ ਹੁੰਦਾ ਕਿੰਨੇ ਕੁ ਵਜੇ ਉੱਠਦੇ ਹੋ ਤੁਹਾਡੀ ਮੋਰਨਿੰਗ ਕਿਹੋ ਜਿਹੀ ਹੁੰਦੀ ਹੈ ਤੁਹਾਡੀ ਸ਼ਾਮ ਤੱਕ ਪਹੁੰਚਦੇ ਕਿਸ ਤਰ੍ਹਾਂ ਦਾ ਦਿਨ ਗੁਜ਼ਰਦਾ ਸੋ ਮੰਡੇ ਟੂ ਫਰਾਈਡੇ ਬੇਸਿਕਲੀ 7:30 ਵਜੇ ਨਿਕਲ ਜਾਈਦਾ ਘਰੋਂ ਅਤੇ ਥੋੜ੍ਹਾ ਜਿਹਾ ਮਾਰਕੀਟ ਦਾ ਵੀ ਗੇੜਾ ਮਾਰਨਾ ਹੁੰਦਾ ਕਈ ਸਟੋਰਾਂ ਅਰਲੀ 7:30 ਤੋਂ ਪਹਿਲਾਂ ਵਾਲਾ ਟਾਈਮ ਜਾਣਨਾ ਚਾਹੁੰਦੇ ਹਾਂ ਅਸੀਂ ਜਦੋਂ ਤੁਸੀਂ ਆਪਣੇ ਆਪ ਨੂੰ ਐਨਰਜਾਈਜ਼ ਕਰਦੇ ਹੋ ਉਹ ਸਵੇਰ ਦਾ ਟਾਈਮ ਜਦੋਂ ਕਿਸੇ ਦਾ ਵੀ ਸਵੇਰ ਨੂੰ ਬੈੱਡ ਛੱਡਣ ਨੂੰ ਦਿਲ ਨਹੀਂ ਕਰ ਰਿਹਾ ਹੁੰਦਾ ਜਦੋਂ ਇਹ ਹੁੰਦਾ ਕਿ ਸਨੂਜ਼ ਕਰ ਦਿਓ ਅਲਾਰਮ ਬੰਦ ਕਰ ਦਿਓ ਇੱਦਾਂ ਦੀਆਂ ਜਦੋਂ ਸਵੇਰ ਨੂੰ ਸਟਰਗਲ ਚੱਲਦੀ ਨਾ ਪਹਿਲੇ ਉਹ 2 ਘੰਟੇ 7:30 ਵਜੇ ਤਾਂ ਤੁਸੀਂ ਨਿਕਲ ਜਾਂਦੇ ਹੋ ਨਾ ਉਸ ਤੋਂ ਪਹਿਲਾਂ ਦਾ ਟਾਈਮ ਜਦੋਂ ਜੋਬ ਕਰਦਾ ਹੁੰਦਾ ਸੀਗਾ ਮੈਂ ਉਦੋਂ ਮੈਂ ਸਨੂਜ਼ ਜ਼ਰੂਰ ਦੱਬਦਾ ਹੁੰਦਾ ਸੀਗਾ ਅੱਛਾ ਪਰ ਜਦੋਂ ਤੁਸੀਂ ਕੁਛ ਜਿਹੜਾ ਕੰਮ ਇੰਜੋਏ ਕਰਦੇ ਆ ਐਂਡ ਯੂ ਆਰ ਡੂਇੰਗ ਦੈਟ ਕੋਈ ਸਨੂਜ਼ ਬਟਨ ਦੀ ਲੋੜ ਨਹੀਂ ਹੈਗੀ ਸੱਚੀ ਜਦੋਂ ਇੰਜੋਇਮੈਂਟ ਤੁਹਾਨੂੰ ਆਪਣੀ ਫੁਲਫਿਲਮੈਂਟ ਮਿਲਦੀ ਕਿਸੇ ਕੰਮ ਕਰਕੇ ਮੈਂ ਉੱਠ ਕੇ ਆਮ ਅ ਮੋਰਨਿੰਗ ਪਰਸਨ ਅੱਛਾ ਵੇਕ ਅਪ ਐਨਰਜਾਈਜ਼ਡ ਕਈ ਵਾਰੀ ਟਾਇਰਡ ਹੁੰਦਾ ਬੰਦਾ ਚਲੋ ਇਟਸ ਡਿਫਰੈਂਟ ਬਟ 90% ਆਫ ਦਾ ਟਾਈਮ energized wake up ਮੈਨੂੰ already
ਉੱਠਦੇ ਹੀ ਦਿਮਾਗ ਘੁੰਮਣ ਲੱਗ ਪੈਂਦਾ ਵੀ ਇਹ ਕੰਮ ਕਰਨ ਵਾਲੇ ਆ ਸਵੇਰ ਨੂੰ। ਸੋ ਉਹ ਹੀ ਮੋਟੀਵੇਸ਼ਨ ਹੁੰਦੀ ਆ ਹੁਣ ਐਵਰੀ ਡੇ ਕਾਫੀ ਬਿਜ਼ੀ ਹੁੰਦੇ ਆ ਦੈਨ ਫਰਮ ਦ ਮਾਰਨਿੰਗ ਟਿਲ ਦ ਈਵਨਿੰਗ। ਜਿਹੜੇ ਦਿਨ ਦੀ ਗੱਲ ਤੁਸੀਂ ਕਰਦੇ ਹੋ ਕਿ ਮੈਨੂੰ ਮੇਰੇ ਮਨ 'ਚ ਘੁੰਮਣ ਲੱਗ ਪੈਂਦੇ ਆ ਕੰਮ, ਹਾਂਜੀ। ਇੱਕ ਦਿਨ ਪਹਿਲਾਂ ਪਲਾਨ ਕਰਦੇ ਹੋ ਕਿ ਸਵੇਰੇ ਉੱਠ ਕੇ ਪਲਾਨ ਕਰਦੇ ਹੋ? ਨਹੀਂ, ਮੇਰੀ ਆਲਰੇਡੀ ਪਲੈਨਿੰਗ ਹੁੰਦੀ ਹੈ ਪਹਿਲਾਂ ਹੀ। ਹਾਂ। ਸੋ ਬਿਫੋਰ ਆਈ ਗੋ ਟੂ ਸਲੀਪ ਮੇਰੇ ਮੈਮੋ ਹੁੰਦੇ ਫੋਨ ਦੇ ਵਿੱਚ, ਰਾਤ ਨੂੰ ਪਹਿਲਾਂ ਹੀ ਪਲਾਨ ਵੀ ਕੀ ਜਿਹੜੀ ਇੰਪੋਰਟੈਂਟ ਚੀਜ਼ਾਂ ਕਰਨ ਵਾਲੀਆਂ ਹੁੰਦੀਆਂ ਰਾਈਟ ਆਫ ਦ ਬੈਟ, ਤੇ ਸਵੇਰ ਨੂੰ ਤਾਂ ਸਿਰਫ ਇੰਪਲੀਮੈਂਟ ਹੀ ਕਰਨਾ, ਸਵੇਰ ਨੂੰ ਇੰਪਲੀਮੈਂਟ ਕਰਨਾ ਕਰਕੇ। 100 ਚੀਜ਼ਾਂ ਕਈ ਵਾਰੀ ਦਿਨ 'ਚ ਹੁੰਦੀਆਂ ਵੀ ਕਿਸੇ ਦੇ ਕੁਐਸਚਨ ਹੁੰਦੇ ਆ ਜਾਂ ਈਮੇਲਾਂ ਮੋੜਨੀਆਂ ਹੁੰਦੀਆਂ, ਉਹ ਸਾਰਾ ਪਹਿਲਾਂ ਹੀ ਪੋਰਟੇਬਲ ਲੈਪਟਾਪ ਮੇਰਾ ਘਰ ਹੁੰਦਾ ਪਿਆ, ਤੇ ਕਈ ਵਾਰੀ ਆਫਿਸ 'ਚੋਂ ਨਹੀਂ ਸਾਰਾ ਕੰਮ ਹੁੰਦਾ। ਸੋ ਟਿਪੀਕਲ ਡੇ 7:30 ਵਜੇ ਘਰ ਨਿਕਲ ਜਾਈਦਾ, ਤੇ ਜਿੱਥੇ ਵੀ ਕਈ ਵਾਰੀ ਗੇੜਾ ਮਾਰਨਾ ਹੁੰਦਾ ਕਿ ਸਟੋਰਾਂ 'ਚ ਪੇ ਦੇਖਣਾ ਸ਼ੈਲਫ ਕਿੱਦਾਂ ਲੱਗਦੀਆਂ, ਕਸਟਮਰ ਦਾ ਸਮਾਨ ਟਿਕਿਆ ਆ। 9 ਵਜੇ ਮੋਸਟ ਦਾ ਸਟੋਰ ਖੋਲ੍ਹਦੀਆਂ ਕਿ 7:30 8 ਖੁੱਲ੍ਹ ਜਾਂਦੀਆਂ। ਸੋ ਪਹਿਲਾਂ ਗੇੜਾ ਮਾਰ ਕੇ ਸਵੇਰ ਨੂੰ, ਫਿਰ ਆਫਿਸ, ਕਸਟਮਰ ਨੂੰ ਮਿਲਣਾ ਪਹਿਲਾਂ, ਫਿਰ ਆਫਿਸ 'ਚ ਦੇਖਣਾ ਸਾਰਾ। ਤੇ ਮੇਰਾ ਪਾਰਟਨਰ ਉੱਤੇ ਸਵੇਰ ਨੂੰ 6:30 ਵਜੇ 6:30 7 ਪਹੁੰਚ ਕੇ ਡੇ ਟੂ ਡੇ ਦਾ ਦੇਖ ਲੈਂਦਾ। ਓਕੇ। ਤੇ ਫਿਰ ਕੰਮ ਤਾਂ ਹੁੰਦਾ 2-3 ਦਿਨ ਪਿੱਛੇ ਆਲਵੇਜ਼ 100 ਚੀਜ਼ਾਂ ਹੁੰਦੀਆਂ ਜਦੋਂ ਆਫਿਸ ਜਾਣਾ ਹੁੰਦਾ, ਤੇ ਸਟਾਫਿੰਗ ਦਾ ਦੇਖਣਾ, ਇਨਵੈਂਟਰੀ ਦੇਖਣਾ, ਵੇਅਰ ਹਾਊਸ ਦਾ ਦੇਖਣਾ, ਇਨਕਮਿੰਗ ਸ਼ਿਪਮੈਂਟਾਂ ਦਾ ਦੇਖਣਾ, ਸਟਾਕ ਕਿਹੜਾ ਨਹੀਂ ਹੈਗਾ, ਕਿਹੜਾ ਹੈਗਾ। ਕਿੰਨਾ ਕੁ ਸਟਾਫ ਹੈ ਤੁਹਾਡੇ ਇੱਥੇ? ਤੁਹਾਡੇ ਕੋਲ ਸਾਡੇ ਇੱਥੇ ਇੰਕਲੂਡਿੰਗ ਸੇਲਸ ਟੀਮ ਮੇਰੇ ਕੋਲ 25 ਬੰਦੇ ਹੋਣੇ ਆ। ਓਕੇ। ਤੇ ਇੰਡੀਆ ਸਾਡੇ ਹੈਗੇ ਮੇਰੇ ਖਿਆਲ ਕਿ 75 ਓਕੇ ਰਫਲੀ। ਉਸ ਤੋਂ ਬਾਅਦ ਕੀ ਕਰਦੇ ਹੋ? ਤੇ ਸੋ ਦੈਨ ਐਕਚੁਅਲੀ ਬਹੁਤ ਛੇਤੀ ਨਿਕਲ ਜਾਂਦਾ ਜੋ ਆਫਿਸ ਹੁੰਦਾ, ਬਿਕਾਜ਼ ਇਟਸ ਅ ਬਿਜ਼ੀ ਡੇ। ਫੂਡ ਬਿਜ਼ਨਸ, ਫਾਸਟ ਪੇਸ ਬਿਜ਼ਨਸ, ਇਹ ਨਹੀਂ ਹੈਗਾ ਵੀ ਐਨੀ ਡੇ ਆਫ ਹੁੰਦਾ। 7 ਦਿਨ ਤਾਂ ਸਟੋਰਾਂ ਖੁੱਲ੍ਹੀਆਂ ਹੁੰਦੀਆਂ, 365 ਡੇਜ਼ ਅ ਈਅਰ ਪ੍ਰੀਟੀ ਮਚ। ਕ੍ਰਿਸਮਸ ਹੀ ਬੰਦ ਹੁੰਦੇ ਆ ਸਟੋਰਾਂ, ਉਹ ਵੀ ਕਈ ਸਟੋਰਾਂ ਖੁੱਲ੍ਹੀਆਂ ਹੁੰਦੀਆਂ ਕ੍ਰਿਸਮਸ। ਸੋ ਇਹ ਨਹੀਂ ਹੈਗਾ ਵੀ ਮੰਡੇ ਟੂ ਫਰਾਈਡੇ ਬਿਜ਼ਨਸ ਆ। ਤੇ ਆਫਿਸ ਤੋਂ ਜਾ ਕੇ ਯੂਜਲੀ 5 ਵਜੇ ਆਫਿਸ ਤੋਂ ਨਿਕਲ ਕੇ ਕਈ ਵਾਰੀ ਕਿਸੇ ਸਟੋਰ ਦਾ ਫੋਨ ਹੋ ਜਾਂਦਾ, ਗੇੜਾ ਮਾਰਨਾ ਪੈਂਦਾ ਸਟੋਰ 'ਚ ਔਨ ਦ ਵੇ ਹੋਮ। ਤੇ ਮੈਂ ਟਰਾਈ ਕਰਦਾ ਹੁੰਦਾ ਘਰ 6 ਵਜੇ ਤੋਂ ਪਹਿਲਾਂ ਪਹੁੰਚਣ ਦਾ। ਅੱਛਾ। ਮੰਡੇ ਟੂ ਫਰਾਈਡੇ 6 ਵਜੇ ਤੋਂ ਪਹਿਲਾਂ ਪਹੁੰਚ ਕੇ ਡਿਨਰ ਘਰ ਇਕੱਠੇ ਕਰੀਦਾ ਫੈਮਲੀ ਨਾਲ। ਤੇ ਜੇ ਕੋਈ ਪ੍ਰਾਇਰ ਇੰਗੇਜਮੈਂਟ ਨਾ ਹੋਵੇ ਤੇ ਕਈ ਵਾਰੀ ਜਾਣਾ ਪੈਂਦਾ ਕਿਸੇ ਫੰਕਸ਼ਨ 'ਤੇ। ਤੇ ਨਿਆਣੇ ਸੌ ਜਾਂਦੇ ਅਬਾਊਟ 8:30 ਵਜੇ। ਅੱਛਾ। ਤੇ ਮੇਰਾ ਫੈਮਲੀ ਟਾਈਮ ਹੁਣ ਦਿਨ ਵੀ ਲੰਬੇ ਹੁੰਦੇ ਆ ਚੀਜ਼ ਹੀ, ਤੇ ਫਾਰਮ 'ਚ ਰਹਿੰਦੇ ਆ। ਸੋ ਕਈ ਵਾਰੀ ਨਿਆਣੇ ਬਾਹਰ ਖੇਡਣਾ ਮੰਗਦੇ ਐਕਸੈਟਰਾ। ਤੇ ਫਿਰ ਸ਼ਾਮ ਨੂੰ ਜਦੋਂ ਸੌ ਜਾਂਦੇ ਆ ਫਿਰ ਕੰਪਿਊਟਰ ਫਿਰ ਖੁੱਲ੍ਹ ਜਾਂਦਾ। ਅੱਛਾ। ਸ਼ਾਮ ਨੂੰ ਫਿਰ ਖੁੱਲ੍ਹ ਜਾਂਦਾ। ਕਰਕੇ ਇੰਡੀਆ ਦਾ ਟਾਈਮ ਮੋਸਟਲੀ ਜਿਹੜੀ ਬਿਜ਼ਨਸ ਕਰਦੀ ਹੈ ਆਪੋਜ਼ਿਟ ਟਾਈਮ ਹੁੰਦਾ ਸਾਡਾ। ਓਕੇ। ਹੁਣ ਇੱਥੇ 10 ਵਜੇ ਰਾਤ ਨੂੰ ਹੁੰਦੇ, ਉੱਥੇ 10 ਵਜੇ ਸਵੇਰ ਦੇ ਹੁੰਦੇ ਆ। ਸੋ ਰਾਤ ਨੂੰ ਵੀ ਚੰਕ ਰੱਖਿਆ ਹੋਇਆ ਕੰਮ ਲਈ? ਹਾਂਜੀ, 1.5-2 ਘੰਟੇ ਰਾਤ ਨੂੰ ਹੁੰਦਾ। ਓਕੇ। ਤੇ ਸੋ 11 11:30 ਸੌਂਦੇ। ਵਾਓ। ਤੇ ਐਵਰੀ ਨਾਈਟ ਪ੍ਰੀਟੀ ਮਚ 5-6 ਦਿਨ ਫੋਨਾਂ 'ਤੇ ਈਮੇਲ ਐਕਸੈਟਰਾ। ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸੀ ਨਾ, ਮੈਨੂੰ ਇੱਦਾਂ ਲੱਗਦਾ ਸੀ ਕਿ ਤੁਸੀਂ ਕਦੇ ਵੀ ਆਪਣਾ ਕੰਮ ਘਰ ਨਹੀਂ ਲੈ ਕੇ ਆਉਂਦੇ ਹੋਣੇ। ਪਰ ਆਹ ਜਿਹੜੀ ਗੱਲ ਹੈ ਇਹ ਬਿਲਕੁਲ ਇੱਕ ਨਵੀਂ ਗੱਲ ਪਤਾ ਲੱਗੀ ਹੈ, ਕਿਉਂਕਿ ਤੁਹਾਨੂੰ ਇੰਡੀਆ ਵੀ ਡੀਲ ਕਰਨਾ ਪੈਂਦਾ, ਇਸ ਕਰਕੇ ਰਾਤ ਨੂੰ ਵੀ ਟਾਈਮ ਲਾਉਣਾ ਪੈਂਦਾ। ਕਾਮਯਾਬੀ ਦੀ ਡੈਫੀਨੇਸ਼ਨ ਸਾਰਿਆਂ ਦੀ ਆਪੋ ਆਪਣੀ ਹੁੰਦੀ ਹੈ। ਤੁਹਾਡੀ ਨਜ਼ਰ ਦੇ ਵਿੱਚ ਕਾਮਯਾਬ ਹੋਣਾ ਕੀ ਹੈ? ਸਕਸੈਸਫੁਲ ਹੋਣਾ ਕੀ ਹੈ? ਤੁਸੀਂ ਆਪਣੇ ਆਪ ਨੂੰ ਸਕਸੈਸਫੁਲ ਸਮਝਦੇ ਹੋ? ਜੇ ਸਿਹਤ ਠੀਕ ਆ, ਹਾਂ, ਫੈਮਿਲੀ ਠੀਕ ਆ, ਇਹ ਬਹੁਤ ਵੱਡੀ ਸਕਸੈਸ ਆ। ਤੇ ਕੰਮ ਆਉਂਦੇ ਜਾਂਦੇ ਰਹਿੰਦੇ ਆ ਜੀ। ਤੇ ਕੀ ਕਹਿੰਦੇ ਹੁੰਦੇ ਇਨ ਇੰਗਲਿਸ਼ ਟਰਮ ਇਜ਼ ਹੈਲਥ ਇਜ਼ ਵੈਲਥ। ਜਿੰਨਾ ਮਰਜ਼ੀ ਪੈਸਾ ਬਣਾਈ ਜਾਓ ਲੋਕੀ, ਜਿੰਨਾ ਮਰਜ਼ੀ ਕਰੀ ਜਾਓ ਜੋ ਕੁਛ, ਪਰ ਜੇ ਹੈਲਥ ਹੀ ਹੈ ਨਹੀਂ ਤੁਹਾਡੀ ਤੇ ਇਟਸ ਵੈਰੀ ਡਿਫਿਕਲਟ। ਹੈਲਥੀ ਰਹਿਣ ਲਈ ਕੀ ਕਰਦੇ ਹੋ? ਹੈਲਥੀ ਹੁਣ ਅਸੀਂ ਬਾਹਰ ਖੇਚ ਰਹਿੰਦੇ ਆ। ਤੁਸੀਂ ਸਾਰੀ ਦੁਨੀਆ ਦੇ ਲਈ ਫੂਡ ਦਾ ਪ੍ਰਬੰਧ ਕਰਦੇ ਹੋ, ਤੁਸੀਂ ਪੂਰੀ ਕਮਿਊਨਿਟੀ ਦੇ ਲਈ ਫੂਡ ਦਾ ਪ੍ਰਬੰਧ ਕਰਦੇ ਹੋ। ਤੁਹਾਡੇ ਫੇਵਰੇਟ ਫੂਡਸ ਕੀ ਨੇ? ਮੈਨੂੰ ਰੋਟੀ ਬਹੁਤ ਪਸੰਦ ਆ। ਰੀਅਲੀ? 7 ਦਿਨ ਆਈ ਕੈਨ ਈਟ ਰੋਟੀ। ਸੱਚੀ? ਹਾਂਜੀ। ਤੇ ਚੌਲ, ਰੋਟੀ ਮੈਨੂੰ ਭਾਵੇਂ 7 ਦਿਨ ਇਹ ਖਾ ਸਕਦਾ। ਭਾਵੇਂ ਜੰਮੇ ਪਲੇ ਇੱਥੇ ਆ, ਬਟ ਅੱਛਾ, ਰੋਟੀ ਬਹੁਤ ਪਸੰਦ ਆ ਮੈਨੂੰ। ਮਸਾਲੇ, ਆਈ ਲਾਈਕ ਦ ਸਪਾਈਸੀ ਫੂਡ। ਤੇ ਐਵੇਂ ਨਾ ਹੁਣ ਪ੍ਰਮੋਟ ਕਰਨ ਦੇ ਚੱਕਰ 'ਚ ਪ੍ਰਮੋਟ ਨਹੀਂ ਕੁਛ ਇੰਡੀਅਨ ਰੈਸਟੋਰੈਂਟ ਤੇ ਕਾਫੀ ਅੱਛਾ ਖਾਈਦਾ। ਤੇ ਮੈਨੂੰ ਐਕਚੁਅਲੀ ਸ਼ੌਂਕ ਬਹੁਤ ਹੈ ਪੰਜਾਬੀ ਫੂਡ ਦਾ। ਤੇ ਇਸੇ ਸ਼ੌਂਕ 'ਤੇ ਜਿਹੜੇ ਪ੍ਰੋਡਕਟ ਵੀ ਕਈ ਵਾਰੀ ਡਿਵੈਲਪ ਕਰੀਦੇ ਆ, ਇਸੇ ਕਰੀਦੇ ਆ ਵੀ ਅਸੀਂ ਕਈ ਵਾਰੀ ਚਾਂਸ ਲੈ ਲਈਦਾ ਨਵੀਂ ਆਈਟਮ ਡਿਵੈਲਪ। ਪੈਸ਼ਨ ਵੀ ਪਾਉਂਦੇ ਹੋ ਵਿੱਚ? ਹਾਂਜੀ। ਤੇ ਸੋ ਸਕਸੈਸ ਇਜ਼ ਨਾਟ ਜਸਟ ਗਿਵਿੰਗ ਬੈਕ ਟੂ ਦ ਕਮਿਊਨਿਟੀ। ਇਹ ਚੀਜ਼ਾਂ ਬਹੁਤ ਜ਼ਰੂਰੀ ਆ। ਇਹ ਨਹੀਂ ਹੈਗਾ ਵੀ
money's not everything. ਜੇ ਮਨਦੀਪ ਬੈਂਸ ਨੇ ਆਪਣੇ ਕੁਝ ਜਿਹੜੇ ਚੰਗੇ ਕੁਆਲਿਟੀਜ਼ ਹੈਗੀਆਂ, ਚੰਗੇ ਗੁਣ ਹੈਗੇ ਆ, ਉਹ ਕਾਊਂਟ ਕਰਨੇ ਹੋਣ, ਕਦੇ ਮਨਦੀਪ ਬੈਂਸ ਬੈਠ ਕੇ ਰਿਫਲੈਕਟ ਕਰਦੇ ਆ ਕਿ ਵੀ ਮੇਰੇ ਅੰਦਰ ਆਹ ਚੀਜ਼ਾਂ ਬਹੁਤ ਵਧੀਆ ਹੈ, ਆਹ ਚੀਜ਼ਾਂ ਮੈਨੂੰ ਇੰਪਰੂਵ ਕਰਨ ਦੀ ਜ਼ਰੂਰਤ ਹੈ, ਕੀ ਨੇ ਉਹ? ਇੰਪਰੂਵਮੈਂਟ ਲਈ ਆਲਵੇਜ਼ ਬਹੁਤ ਹੈਗੀ ਹੈ ਰੂਮ ਫॉर ਇੰਪਰੂਵਮੈਂਟ। ਤੇ ਟਾਈਮ ਮੈਨੇਜਮੈਂਟ ਹੁੰਦੀ ਹੈ ਇੱਕ ਵੱਡੀ ਚੀਜ਼। ਹੁਣ ਫੈਮਿਲੀ ਨਾਲ ਬਿਜ਼ਨਸ ਕਾਫੀ ਬਿਜ਼ੀ ਹੈ, 100 ਚੀਜ਼ਾਂ ਹੋਰ ਦੇਖਣੀਆਂ ਹੁੰਦੀਆਂ। ਤੇ ਕੀ ਕਹਿੰਦੇ ਲਾਈਫ ਇਜ਼ ਅ ਜਰਨੀ ਔਨ ਸਿੱਧਾ ਹੀ ਇਸ ਕੁਰਸੀ 'ਚ ਨਹੀਂ ਬੈਠੇ ਸੀਗੇ ਵੀ ਕਾਫੀ ਤਕਲੀਫਾਂ ਆ ਰਹੀਆਂ ਸੀ ਔਨ ਦ ਜਰਨੀ ਟੂ ਵੇਅਰ ਵੀ ਆਰ ਟੂਡੇ। ਹਾਲੇ ਵੀ ਬਹੁਤ ਆਊਗੀਆਂ। ਐਵਰੀ ਡੇ ਕੋਈ ਨਾ ਕੋਈ ਇਸ਼ੂ ਹੁੰਦੀ ਹੈ ਜਿਹੜੀ ਡੀਲ ਕਰਨੀ ਪੈਂਦੀ ਸਾਨੂੰ। ਤੇ ਟਾਈਮ ਮੈਨੇਜਮੈਂਟ ਸਕਿੱਲਸ ਬਹੁਤ ਇੰਪੋਰਟੈਂਟ ਆ ਟੂ be, I'd say, to be successful in anything, time management is important. ਇਹ ਮੇਰੀ ਕਈ ਵਾਰੀ ਫਲਾਅ ਹੋ ਜਾਂਦੀ ਹੈ, ਸੈਟਰਡੇ ਸੰਡੇ ਨੂੰ ਕਈ ਵਾਰੀ ਹੋਰ ਮੇਰੀ ਚੀਜ਼ਾਂ ਕਰਨ ਵਾਲੀ ਹੁੰਦੀਆਂ ਬਟ ਨਹੀਂ ਹੁੰਦੀਆਂ। ਇਟਸ ਟਾਈਮ ਮੈਨੇਜਮੈਂਟ I'd say is very important. ਹੋਰ ਚੀਜ਼ਾਂ ਜਿਹੜੀਆਂ ਚੰਗੀਆਂ ਚੀਜ਼ਾਂ ਦੱਸੋ ਆਪਣੇ ਬਾਰੇ, ਜਿਹੜੀਆਂ ਤੁਹਾਨੂੰ ਲੱਗਦਾ ਕਿ ਵੀ ਹਾਂ ਇਹ ਮੇਰੀਆਂ ਸਟਰੈਂਥਸ ਹੈਗੀਆਂ, ਇਹ ਇਸ ਚੀਜ਼ ਤੋਂ ਮੈਂ ਹਟ ਨਹੀਂ ਸਕਦਾ, ਇਹ ਮਨਦੀਪ ਬੈਂਸ ਨੂੰ ਕੋਈ ਚੇਂਜ ਨਹੀਂ ਕਰ ਸਕਦਾ। ਮੈਂ ਆਪਣੇ ਆਪ ਨੂੰ ਕਹਿ ਸਕਦਾ ਵਰਕਹੋਲਿਕ ਆ ਬੜੀ ਮੱਚ। ਤੇ ਹੁਣ ਘਰ ਜਾ ਕੇ ਵੀ ਸ਼ਾਮ ਨੂੰ ਕੰਮ ਕਰਨਾ, ਦਿਨ ਨੂੰ ਵੀ ਸਵੇਰ ਨੂੰ ਉੱਠ ਕੇ ਬਿਜ਼ਨਸ ਇਜ਼ ਔਨ ਦ ਮਾਈਂਡ। ਤੇ ਆਈ ਥਿੰਕ ਮੋਟੀਵੇਸ਼ਨ ਇਜ਼ ਅ ਬਿਗ ਸਟਰੈਂਥ ਆਫ ਮਾਈਨ। ਕੀ ਮੋਟੀਵੇਸ਼ਨ ਹੈ ਤੁਹਾਡੀ? ਮੋਟੀਵੇਸ਼ਨ ਕੀ ਹੈ? ਕਿ ਦੇਖੋ ਇੱਕ ਤਾਂ ਇਹ ਹੁੰਦਾ ਨਾ ਵੀ ਪੈਸਾ ਕਮਾਉਣਾ, ਵਰਕਹੋਲਿਕ ਤੁਸੀਂ ਹੈਗੇ ਆ, ਤੁਸੀਂ ਕੰਮ ਕਰਦੇ ਹੋ, ਬਹੁਤ ਜ਼ਿਆਦਾ ਕੰਮ ਕਰਦੇ ਆ, ਸ਼ੁਰੂ ਤੋਂ ਹੀ ਕਰਦੇ ਰਹੇ ਹੈਗੇ ਆ। ਕਿਹੜੀ ਚੀਜ਼ ਹੈ ਤੁਹਾਨੂੰ ਮੋਟੀਵੇਟ ਕਰਦੀ ਹੈ ਕਿ ਵੀ ਹਾਂ ਭਾਈ ਲੱਗਾ ਰਹੇ? ਜਿਹੜੇ ਹੁਣ ਸਾਡੇ ਕਸਟਮਰ ਆ, ਬਹੁਤ ਲੋਇਲ ਕਸਟਮਰ ਸਾਡੇ, ਦੈਟਸ ਅ ਮੋਟੀਵੇਸ਼ਨ ਔਨ ਇਟਸ ਓਨ। ਹੁਣ ਪ੍ਰੋਡਕਟ ਆਉਂਦੇ ਆ, ਸਾਫ ਸੁਥਰੇ ਪ੍ਰੋਡਕਟ ਆਉਂਦੇ ਆ, ਇਹ ਬਹੁਤ ਮੋਟੀਵੇਸ਼ਨ ਆ। ਹਰੇਕ ਵੀਕ ਜੋ ਅਸੀਂ ਸਟੋਰ ਨੂੰ ਜਾਈਦਾ ਆ, ਸਾਡੇ ਪ੍ਰੋਡਕਟ ਬੜੀ ਮੱਚ ਮੰਡੇ ਨੂੰ ਖਾਲੀ ਹੁੰਦੇ ਆ। ਦੈਟਸ ਮੋਟੀਵੇਸ਼ਨ ਔਨ ਇਟਸ ਓਨ ਪੇ ਕਸਟਮਰ ਇੰਨਾ ਪਸੰਦ ਕਰ ਰਿਹਾ ਪ੍ਰੋਡਕਟ ਸਾਡਾ, ਤੇ ਅਸੀਂ ਹੋਰ ਪ੍ਰੋਡਕਟ ਵਧੀਆ ਬਣਾਈਏ, ਲਿਆਈਏ, ਹੋਰ ਜਿਹੜੇ ਪ੍ਰੋਡਕਟ ਲੋਕੀ ਮੰਗ ਰਹੇ ਆ ਉਹ ਲਿਆਈਏ। ਸੋ ਦੈਟਸ ਅ ਬਿਗ ਮੋਟੀਵੇਸ਼ਨ। ਤੇ ਇਹ ਤੋਂ ਵੱਡੀ ਆਈ ਥਿੰਕ ਮੋਟੀਵੇਸ਼ਨ ਇਜ਼ ਹਾਰਡ। ਤੇ ਹੁਣ ਜਿਹੜੇ ਸਾਡੇ ਸਪੋਰਟ ਕਰ ਰਹੇ ਲੋਕੀ, ਤੇ that's a big motivation on its own. ਡੈਡ ਨਾਲ ਇੰਟਰੈਕਸ਼ਨ ਹੁੰਦੀ ਹੈ? ਡੈਡ ਜਦੋਂ ਤੁਹਾਨੂੰ ਦੇਖਦੇ ਆ, ਹਾਂਜੀ, ਕਦੇ ਉਹਨਾਂ ਨੇ ਕਦੇ ਖਾਸ ਤੌਰ 'ਤੇ ਤੁਹਾਡੇ ਲਈ ਕੁਝ ਕਿਹਾ ਹੋਵੇ, ਕਦੇ ਐਪਰੀਸ਼ੀਏਟ ਕਰਦੇ ਹੋਣ, ਕਿੱਦਾਂ ਦੀ ਕਮਿਊਨੀਕੇਸ਼ਨ ਉਹਨਾਂ ਦੇ ਨਾਲ? ਉਹ ਕਹਿੰਦੇ ਵੀ ਥੋੜ੍ਹਾ ਰਿਲੈਕਸ ਹੋਇਆ ਕਰ। ਅੱਛਾ। ਕਹਿੰਦੇ ਟੈਨਸ਼ਨ ਬਹੁਤ ਲੈਂਦਾ ਕਈ ਵਾਰੀ ਤੂੰ, ਬਟ ਉਹਨਾਂ ਦਾ ਇਹ ਹੁੰਦਾ ਵੀ ਹੁਣ ਥੋੜ੍ਹਾ ਕੁ ਰਿਲੈਕਸ, ਆਪਣਾ ਕੰਮ ਹੀ ਨਾ ਕਰਦੇ ਰਿਹਾ ਕਰ, ਥੋੜ੍ਹਾ ਆਪਣਾ ਹੋਰ ਕੰਮ ਵੀ ਦੇਖ ਆਪਣੇ। ਬਟ ਇਹ ਬਿਕਮਸ, ਜਿੱਦਾਂ ਕਹਿੰਦੇ ਨਹੀਂ ਹੁੰਦੇ, ਬਿਕਮਸ ਇਨ ਦ ਬਲੱਡ ਸਟਰੀਮ। ਵੀ ਸਾਨੂੰ ਪਤਾ ਪਈ ਇਹ ਕੰਮ ਹੋਣਾ ਕਰਕੇ ਕਿਸੇ ਹੋਰ ਨੇ ਕਰਨਾ ਨਹੀਂ। ਸੋ ਜੇ ਅਸੀਂ ਨਾ ਕਰੀਏ, ਅਸੀਂ ਨਾ ਇੰਨਾ ਧਿਆਨ ਦਈਏ, ਤੇ ਹੋਰ ਕਿਸ ਨੇ ਕਹਿਣ ਦੇਣਾ ਧਿਆਨ? ਤੇ ਇਟਸ ਵੈਰੀ ਈਜ਼ੀ ਜਦੋਂ ਬਿਜ਼ਨਸ ਦੇ ਵਿੱਚ ਟੂ ਅ ਸਰਟਨ ਲੈਵਲ ਪਹੁੰਚਦੇ ਹਾਂ, ਇਟਸ ਈਜ਼ੀ ਟੂ ਧਿਆਨ ਦੇਣਾ। ਜੇ ਮਾੜੇ 'ਤੇ ਧਿਆਨ ਦੇਣੋਂ ਹਟ ਜਾਣ, ਬਹੁਤ ਔਖਾ ਆ ਮੁੜ ਕੇ ਉਸ ਲੈਵਲ 'ਤੇ ਆਉਣ ਨੂੰ। ਮਨਦੀਪ, ਇਹਦੇ ਵਿੱਚ ਇੱਕ ਚੀਜ਼ ਆਉਂਦੀ ਆ, ਤੁਸੀਂ ਗੱਲ ਕੀਤੀ ਸੀ ਕਿ ਲੀਡਰਸ਼ਿਪ, ਕਿ ਲੀਡਰਸ਼ਿਪ ਜਿਹੜੀ ਆ ਉਹ ਜ਼ਬਰਦਸਤ ਕੁਆਲਿਟੀ ਆ, ਹੋਣੀ ਚਾਹੀਦੀ, ਜਿਹੜੀ ਤੁਸੀਂ ਮਹਿਸੂਸ ਵੀ ਕਰਦੇ ਹੋ। ਉਹਦੇ ਨਾਲ ਇੱਕ ਹੋਰ ਚੀਜ਼ ਚੱਲਦੀ ਆ, ਡੈਲੀਗੇਸ਼ਨ ਆਫ ਡਿਊਟੀਜ਼। ਡੈਲੀਗੇਸ਼ਨ ਵੀ ਕਈ ਵਾਰ ਸਾਨੂੰ ਬਹੁਤ ਵੱਡਾ ਇਹੋ ਚੈਲੰਜ ਬਣ ਜਾਂਦੀ ਹੈ। ਸਾਨੂੰ ਟਰਸਟ ਨਹੀਂ ਹੁੰਦਾ ਕਿਸੇ 'ਤੇ, ਵੀ ਜਿਹੋ ਜਿਹਾ ਕੰਮ ਮੈਂ ਕਰ ਲੈਣਾ ਉਹ ਕਿਸੇ ਨੇ ਨਹੀਂ ਕਰ ਲੈਣਾ। ਤੁਹਾਡੇ ਵਿੱਚ ਵੀ ਇਹ ਚੀਜ਼ ਹੈਗੀ ਆ? ਇਹ ਵੀ ਬਹੁਤ ਵੱਡੀ ਫਲਾਅ ਆ। ਮੈਂ ਮਾਈਕਰੋ ਮੈਨੇਜ ਬਹੁਤ ਲਾਈਕ ਕਰਦਾ। ਮੈਂ ਤੁਹਾਡੀਆਂ ਗੱਲਾਂ ਸੁਣਦੀ ਮਹਿਸੂਸ ਕਰ ਰਹੀ ਸੀ ਇਹ ਚੀਜ਼ ਕਿ ਪੋਸੀਬਲੀ ਮਾਈਕਰੋ ਮੈਨੇਜਿੰਗ ਇਜ਼ ਅ ਵੈਰੀ ਬੈਡ ਕੁਆਲਿਟੀ ਮਾਈਂਡ। ਕਿਉਂਕਿ ਮੈਨੂੰ ਇਹ ਹੁੰਦਾ ਵੀ ਮੈਨੂੰ ਸਾਰਾ ਕੁਛ ਪਤਾ ਹੋਵੇ ਕੀ ਹੋ ਰਿਹਾ। 100 ਚੀਜ਼ਾਂ ਹੁੰਦੀਆਂ ਆਲ ਓਵਰ ਦ ਪਲੇਸ ਚੱਲ ਰਹੀਆਂ, ਬਟ ਮੈਨੂੰ ਇਹ ਹੁੰਦਾ ਵੀ ਮੈਨੂੰ ਪਤਾ ਹੋਵੇ। ਹੁਣ ਫੋਨ ਵੱਜਦੇ ਰਹਿੰਦੇ ਸਾਰਾ ਦਿਨ। ਆਈ ਲਾਈਕ ਟੂ ਨੋ ਵਾਟਸ ਗੋਇੰਗ ਔਨ। ਸੋ ਜੇ ਕਿਸੇ ਨੇ ਮੈਨੂੰ ਕੁਐਸਚਨ ਪੁੱਛਿਆ, ਆਮ ਏਬਲ ਟੂ ਆਨਸਰ ਇਟ। ਬਟ ਹੁਣ ਇਹ ਵੀ ਸਾਰੇ ਕਿਤੇ ਤਾਂ ਹੋ ਨਹੀਂ ਸਕਦਾ ਬੰਦਾ ਇੱਕ ਬੰਦਾ। ਸੋ ਟਰਸਟ ਕਰਨਾ ਪੈਂਦਾ ਆਪਣੇ ਜਿਹੜੇ ਟੀਮ ਮੈਂਬਰ ਆ, ਦੇ ਪਲੇ ਅ ਵੈਰੀ ਇੰਪੋਰਟੈਂਟ ਰੋਲ ਇਨ ਬਿਜ਼ਨਸ। ਹੁਣ ਟੀਮ ਤੋਂ ਬਗੈਰ ਐਨੀਵੇਅਰ ਫਰਮ ਸਾਡੇ ਜਿਹੜੇ ਸਟਾਫਿੰਗ ਇੰਡੀਆ ਆ ਜਾਂ ਇੱਥੇ ਸਟਾਫ ਆ ਸਾਡੇ ਵੇਅਰ ਹਾਊਸ 'ਚ, ਟੀਮ ਤੋਂ ਬਗੈਰ ਯੂ ਆਰ ਨੋਬਡੀ। ਠੀਕ ਆ।
ਹੁਣ ਜਿਹੜੇ ਮੁੰਡੇ ਸਾਡੇ ਕੰਮ ਕਰ ਰਹੇ ਵੇਅਰ ਹਾਊਸ ਜਾਂ ਲੇਡੀਆਂ ਕੰਮ ਕਰਦੇ ਸਾਡੇ ਵੇਅਰ ਹਾਊਸ 'ਚ, ਉਹ ਸਾਡੀ ਬੈਕਬੋਨ ਹੈ ਬਿਜ਼ਨਸ ਦੇ, ਅਤੇ ਉਹਨਾਂ ਤੋਂ ਬਗੈਰ ਸਟੋਰਾਂ 'ਤੇ ਆਰਡਰ ਨਹੀਂ ਪਹੁੰਚਣੇ, ਪੈਕਿੰਗ ਨਹੀਂ ਹੋਣੀ, ਐਕਸੈਟਰਾ ਐਕਸੈਟਰਾ। ਸੋ ਇਹ ਨਹੀਂ ਹੈਗਾ ਵੀ ਸਿਰਫ ਜਿਹੜੇ ਆਫਿਸ ਵਾਲੇ ਬੰਦੇ, ਜਿਹੜੇ ਵੇਅਰ ਹਾਊਸ ਵਾਲੇ ਬੰਦੇ, ਐਂਡ ਦ ਟੀਮ ਬਿਹਾਈਂਡ ਦੈਟ ਇਜ਼ ਵੈਰੀ ਵੈਰੀ ਇੰਪੋਰਟੈਂਟ। ਉਹਨਾਂ ਨਾਲ ਬੋਲਚਾਲ ਰੋਜ਼ ਹੀ ਰਹਿੰਦੀ ਆ। ਜਦੋਂ ਮੈਂ ਵੇਅਰ ਹਾਊਸ ਜਾਂਦਾ, ਪਹਿਲਾਂ ਜਾ ਕੇ ਮੈਂ ਉਹਨਾਂ ਨੂੰ ਬੁਲਾਉਣਾ ਹੁੰਦਾ, ਸਾਰਾ ਵੇਅਰ ਹਾਊਸ ਗੇੜਾ ਕੱਢ ਕੇ ਸਟਾਫਿੰਗ ਨਾਲ ਹੈਲੋ ਕਰਕੇ, ਅਤੇ ਫਿਰ ਉੱਤੇ ਆਫਿਸ ਜਾਂਦਾ ਮੈਂ। ਐਜ਼ ਐਨ ਐਮਪਲੋਇਰ ਤੁਹਾਡੀ ਪਰਸਨੈਲਿਟੀ ਕਿਹੋ ਜਿਹੀ ਆ? ਮੈਂ ਬਹੁਤ ਆਈਡ ਸੇ ਆਮ ਵੈਰੀ ਫੇਅਰ ਐਂਡ ਵੈਰੀ ਫੇਅਰ। ਅਤੇ ਇਹੀ ਹੁੰਦਾ, ਹੁਣ ਉਹਨੇ ਵੀ ਕੰਮ ਕਰਨਾ, ਅਸੀਂ ਵੀ ਆਫਿਸ ਜਾਣਾ, ਮੈਨੂੰ ਇਹ ਹੁੰਦੀ ਬੋਲ ਚਾਲ ਪੁੱਛ ਲੈਣਾ, ਮੈਨੂੰ ਫੈਮਿਲੀ ਦਾ ਪੁੱਛਣਾ ਕਿੱਦਾਂ ਵੀਕਐਂਡ ਰਹੀ। ਦੀਸ ਕਾਈਂਡ ਆਫ ਥਿੰਗਸ ਆਰ ਵੈਰੀ ਇੰਪੋਰਟੈਂਟ। ਇਹ ਨਹੀਂ ਹੈਗਾ ਵੀ ਸਿੱਧੇ ਆਫਿਸ ਜਾ ਕੇ ਬੁਲਾਉਣਾ ਨਹੀਂ ਹੈਗਾ ਆਪਣੇ ਸਟਾਫ ਨੂੰ। ਆਈ ਆਲਵੇਜ਼ ਫਾਊਂਡ ਪਈ ਜਦੋਂ ਮੈਂ ਵੀ ਕਿਸ ਲਈ ਕੰਮ ਕਰਦਾ, ਬੌਸ ਨੇ ਆ ਕੇ ਕਹਿਣਾ ਸੀ ਪਈ ਕਿੱਦਾਂ ਹਾਲ ਚਾਲ ਵੀਕਐਂਡ, ਓਨਾ ਹੀ ਹੋ ਜਾਂਦਾ ਬਹੁਤ। ਆਈਡ ਸੇ ਸਟਾਫ ਲਈ ਪਈ somebody cares। ਹੁਣ ਸਾਰਿਆਂ ਦੀਆਂ ਕਈ ਵਾਰੀ ਇਸ਼ੂਜ਼ ਰਹਿੰਦੀਆਂ, ਫੈਮਿਲੀ ਛੁੱਟੀ ਚਾਹੀਦੀ ਹੋਵੇ ਜਾਂ ਚਾਹੀਦੀ ਹੋਵੇ, ਮੈਂ ਕਦੇ ਟਰਾਈ ਕਰਦਾ 99% ਨਾ ਨਹੀਂ ਕਰਨੀ ਹੁੰਦੀ। ਅਤੇ ਫੇਰ ਰਹੋ, ਉਹਨੇ ਵੀ ਐਟ ਦੀ ਐਂਡ ਆਫ ਦ ਡੇ ਕੰਮ ਉਹ ਵੀ ਕਰਨਾ ਆਇਆ ਵਾ, ਅਤੇ ਫੇਅਰ ਐਂਡ ਫਰਮ। ਮਨਦੀਪ, ਇੱਕ ਬਿਜ਼ਨਸਮੈਨ ਦੇ ਤੌਰ ਦੇ ਉੱਤੇ ਤੁਸੀਂ ਕਿੱਦਾਂ ਵਿਚਰਦੇ ਹੋ ਸਾਨੂੰ ਸਮਝ ਲੱਗ ਗਈ। ਇੱਕ ਥੋੜ੍ਹਾ ਜਿਹਾ ਇੱਕ ਪਰਸਨ ਦੇ ਤੌਰ 'ਤੇ ਵੀ ਤੁਹਾਨੂੰ ਸਮਝਣ ਦੀ ਕੋਸ਼ਿਸ਼ ਕੀਤੀ ਹੈਗੀ ਆ। ਜੇ ਇੱਕ ਬਿਜ਼ਨਸਮੈਨ ਤੋਂ ਮਨਦੀਪ ਬੈਂਸ ਨੂੰ ਇੱਕ ਪਰਸਨ ਦੇ ਤੌਰ 'ਤੇ ਵੱਖ ਰੱਖ ਕੇ ਦੇਖੀਏ, ਬੀਇੰਗ ਅ ਫਾਦਰ, ਬੀਇੰਗ ਅ ਸਨ, ਹਾਂਜੀ, ਬੀਇੰਗ ਅ ਹਸਬੈਂਡ, ਹਾਂਜੀ, ਕਿੱਦਾਂ ਡਿਸਕ੍ਰਾਈਬ ਕਰੋਗੇ ਆਪਣੇ ਆਪ ਨੂੰ? ਬਿਜ਼ਨਸਮੈਨ ਨਹੀਂ। I'm very ਉੱਦਾਂ on a personal level I try to be ਮੇਰੀ personality is I'm always joking around, ਰਿਲੈਕਸ ਰਹਿੰਦਾ, ਹੱਸਦਾ ਰਹਿੰਦਾ। ਮੈਨੂੰ ਇੱਦਾਂ ਲੱਗਾ ਕਿ ਅੱਜ ਤੁਸੀਂ ਬਹੁਤ ਸੀਰੀਅਸ ਰਹੇ ਇਸ ਪ੍ਰੋਗਰਾਮ ਦੇ ਵਿੱਚ। ਮੈਂ ਤਾਂ ਸਮਝਣ ਦੀ ਕੋਸ਼ਿਸ਼ ਕਰ ਰਹੀ ਹਾਂ, ਮੈਂ ਕਿਹਾ ਵੀ ਇਹ ਇੰਨਾ ਹੀ ਸੀਰੀਅਸ ਬੰਦਾ ਰਹਿੰਦਾ ਹੋਊਗਾ। ਨਹੀਂ, ਮੈਂ ਆਲਵੇਜ਼ ਨਾ ਮੇਰੀ ਇਹ ਹੁੰਦੀ ਪਰਸਨੈਲਿਟੀ ਪਈ ਹੱਸਦਾ ਹੀ ਰਹਿੰਦਾ ਮੈਂ। ਅਤੇ ਜਿਹੜੇ ਜਾਣਦੇ ਲੋਕ ਮੈਨੂੰ ਦੇ ਸੇ ਪਈ ਜਾਂ ਜੋਕਾਂ, ਮੈਂ ਬਹੁਤ ਲਾਈਟਲੀ ਰਹਿੰਦਾ। ਜਦੋਂ ਸੀਰੀਅਸ ਹੋਣਾ ਪੈਂਦਾ ਬਟ ਬੋਰਡ ਰੂਮ ਜਾਣਾ, ਮੀਟਿੰਗ ਹੋਵੇ, ਯੂ ਹੈਵ ਟੂ ਬੀ ਸੀਰੀਅਸ। ਅਤੇ ਬਟ ਉੱਦਾਂ ਪਰਸਨੈਲਿਟੀ ਮੇਰੀ ਬਹੁਤ ਡਿਫਰੈਂਟ ਆ ਘਰ ਅਤੇ ਬਾਹਰ ਫਰੈਂਡਾਂ ਨਾਲ, ਅਤੇ ਕਮਿਊਨਿਟੀ ਵਿੱਚ ਆਮ ਵੈਰੀ ਰਿਲੈਕਸਡ, ਵੈਰੀ ਰਿਲੈਕਸ। ਦਿਮਾਗ 'ਤੇ ਚੱਲਦਾ ਹੀ ਹੁੰਦਾ 100 ਹੋਰ ਥਾਂ 'ਚ, ਬਟ ਸੁਪਰ ਰਿਲੈਕਸ, ਸੁਪਰ ਕਾਮ। ਗੁੱਸਾ ਬਹੁਤ ਘੱਟ ਮੈਨੂੰ ਚੜ੍ਹਦਾ। ਅੱਛਾ। ਅਤੇ ਦੈਟਸ ਗੁੱਡ। ਬਹੁਤ ਵਧੀਆ ਲੱਗਾ ਤੁਹਾਡਾ ਮਨਦੀਪ ਇਹ ਗੱਲਾਂ ਕਰਕੇ। ਅਖੀਰ ਸਾਡੇ ਸੁਣਨ ਵਾਲਿਆਂ ਨੂੰ, ਖਾਸ ਕਰਕੇ ਉਹ ਲੋਕ ਜਿਹੜੇ ਨਵੇਂ ਆਉਂਦੇ ਨੇ ਇਸ ਕੰਟਰੀ ਦੇ ਵਿੱਚ, ਬਹੁਤ ਵੱਡੀ ਗਿਣਤੀ ਸਟੂਡੈਂਟਸ ਦੀ ਆ, ਬਹੁਤ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਆ ਜਿਹੜੇ ਚਾਹੇ ਐਕਸਪ੍ਰੈਸ ਐਂਟਰੀ ਦੇ ਬੇਸਿਸ 'ਤੇ ਆਏ ਆ, ਜਿਹੜੇ ਵੀ ਨਵੇਂ ਲੋਕ ਆਉਂਦੇ ਆ ਕੇ ਦਿਲ ਔਖਾ ਲੱਗਦਾ ਹੈ। ਅਤੇ ਉਹਦੇ ਵਿੱਚ ਦਿਲ ਲਾਉਣ ਦੇ ਵਿੱਚ ਵੱਡਾ ਕੰਮ ਫੂਡ ਕਰ ਜਾਂਦਾ, ਕਿਉਂਕਿ ਸਭ ਤੋਂ ਜ਼ਿਆਦਾ ਮਿਸ ਕੀਤਾ ਜਾਂਦਾ ਫੂਡ ਜਦੋਂ ਅਸੀਂ ਆਉਂਦੇ ਹਾਂ। ਖੈਰ, ਉਹ ਕੰਮ ਤੁਸੀਂ ਵਧੀਆ ਕਰ ਰਹੇ ਹੋ। ਮੇਰੇ ਖਿਆਲ ਹੁਣ ਈਜ਼ੀਲੀ ਅਵੇਲੇਬਲ ਹੈ ਇੰਡੀਅਨ ਫੂਡ ਹਰ ਤਰ੍ਹਾਂ ਦਾ ਸਾਡੇ ਇੱਥੇ ਸਟੋਰਸ ਦੇ ਵਿੱਚ। ਉਹਨਾਂ ਲੋਕਾਂ ਨੂੰ ਜਿਹੜੇ ਨਵੇਂ ਆਏ ਨੇ, ਹੋ ਸਕਦਾ ਕਿ ਬਹੁਤ ਵਧੀਆ ਪੋਜੀਸ਼ਨਸ 'ਤੇ ਉਹ ਕੰਮ ਕਰ ਰਹੇ ਸੀ, ਬਹੁਤ ਵੈਲ ਸੈਟਲਡ ਉਹਨਾਂ ਦੀਆਂ ਫੈਮਲੀ ਸੀ, ਪਰ ਇੱਥੇ ਆ ਕੇ ਜਿੱਦਾਂ ਨਵੀਂ ਥਾਂ 'ਤੇ ਆਪਾਂ ਕਹੀਦਾ ਕਿ ਜਦੋਂ ਸੈਟਲ ਡਾਊਨ ਹੋਣਾ ਉਹ ਔਖਾ ਲੱਗਦਾ, ਪੈਰ ਜਿਹੜੇ ਆ ਉਹ ਔਖੇ ਲੱਗਦੇ ਹੈਗੇ ਆ। ਤੁਸੀਂ ਉਹਨਾਂ ਸਿਚੁਏਸ਼ਨਸ ਦੇ ਵਿੱਚੋਂ ਨਹੀਂ ਨਿਕਲੇ ਹੋਏ, ਪਰ ਤੁਸੀਂ ਕਮਿਊਨਿਟੀ ਨੂੰ ਬਹੁਤ ਨੇੜਿਓਂ ਵਾਚ ਕਰਦੇ ਹੋ, ਚਾਹੇ ਤੁਸੀਂ ਇੱਥੇ ਦੇ ਬੌਰਨ ਬਰੌਟ ਅਪ ਹੈਗੇ ਹੋ। ਉਹਨਾਂ ਲੋਕਾਂ ਦੇ ਲਈ ਕੀ ਮੈਸੇਜ ਹੈ ਤੁਹਾਡਾ? ਮੇਰੇ ਇਹ ਕੰਮ ਹਾਰਡ ਕਰੋ ਆ ਕੇ। ਹੁਣ ਐਜ਼ ਐਨ ਐਗਜ਼ਾਮਪਲ, ਇੱਥੇ ਜਿਹੜੇ ਵੇਅਰ ਹਾਊਸ ਜੋਬ ਆ ਜਾਂ ਜਿਹੜੇ ਹੋਰ ਜੋਬਾਂ ਆ, ਇੱਥੇ ਕਾਫੀ ਲੋਕ ਕਰਨਾ ਨਹੀਂ ਮੰਗਦੇ ਜਿਹੜੇ ਇੱਥੇ ਜੰਮੇ ਪਲੇ ਆ। ਸਟੂਡੈਂਟ ਆ ਕੇ ਕਰ ਲੈਂਦੇ ਆ, ਜਾਂ ਸਟੂਡੈਂਟ ਪੱਕੇ ਹੋ ਜਾਂਦੇ ਉਹ ਆ ਕੇ ਕਰ ਲੈਂਦੇ ਆ। ਵਰਕ ਐਥਿਕ ਉੱਥੋਂ ਬਣਦੀ ਹੈ ਲੋਕਾਂ ਦੀ, ਸਟਰੈਂਥ ਉੱਥੋਂ ਬਣਦੀ ਆ। ਜਿਹੜਾ ਬੰਦਾ ਡਰਦਾ ਨਹੀਂ ਉਹ ਜੋਬ ਕਰਨ ਨੂੰ। ਅਤੇ ਵਰਕ ਐਥਿਕ ਇਜ਼ ਵੈਰੀ ਇੰਪੋਰਟੈਂਟ ਟੂ ਬੀ ਸਕਸੈਸਫੁਲ। ਇਟ ਇਜ਼। ਹੁਣ ਜਿਹੜਾ ਬੰਦਾ ਕਹੇ ਮੈਂ ਸਿਰਫ 9 to 5 ਹੀ ਕਰਨਾ, 9 to 5 ਠੀਕ ਹੈ, ਲੋਟ ਆਫ ਪੀਪਲ 9 to 5 ਕਰਦੇ ਆ, ਪਰ ਜਿਹੜੀ ਨੈਕਸਟ ਲੈਵਲ ਤੇ ਜੇ ਤੁਸੀਂ ਮੰਗਦੇ ਹੋ ਉਹਨੂੰ, ਯੂ ਕੈਨ 9 to 5 is 9 to 5, but 5 to 9 is something else. ਸੋ ਜਿਹੜੇ ਸਟੂਡੈਂਟ ਮੈਂ ਦੇਖਿਆ ਕਾਫੀ ਮਿਹਨਤੀ ਆ, ਕਾਫੀ ਸਟੂਡੈਂਟ ਆ ਜਿਹੜੇ ਨਵੇਂ ਵੀ ਉੱਥੇ ਆਉਂਦੇ ਆ, ਬਹੁਤ ਮਿਹਨਤੀ ਆ ਮੁੰਡੇ। ਅਤੇ ਸਾਡੀ ਰੋਜ਼ ਹੀ ਗੱਲ ਬਹੁਤ ਹੁੰਦੀ ਆ। ਕੁੜੀਆਂ ਵੀ ਸੌਰੀ ਮੁੰਡੇ ਕੁੜੀ ਦੋਨੇ ਅਤੇ ਬਹੁਤ ਮਿਹਨਤੀ ਆ। ਸੋ ਆਈ ਸੀ ਦੈਟ ਇਨ ਦੈਮ ਦੈਟ they will be successful.
ਹੁਣ ਕਿੰਨਾ ਕੋ ਆਈਡੀਆ ਹੈਗੇ ਆ ਭਲ ਕਾਨੂੰਨ ਹੀ ਆਪਣੇ ਮਾਮ ਡੈਡੇ 'ਤੇ ਲਿਆਉਣੇ ਆ, ਭੈਣ ਭਰਾ ਲਿਆਉਣੇ ਆ, ਬਿਲਕੁਲ। ਅਤੇ ਉਹਨਾਂ ਦੀ ਜ਼ਿੰਮੇਵਾਰੀ ਪੈਣੀ ਆ ਕਰਕੇ ਉਹ ਸ਼ਾਇਦ ਇੱਥੇ 4-5 ਸਾਲ ਉਹ ਪਹਿਲਾਂ ਆਏ ਹੋਣ, ਪਹਿਲਾਂ ਬੇਸਮੈਂਟ ਸਵੀਟ ਲੈਣੀ ਆ, 5-6 ਮੁੰਡਿਆਂ ਨਾਲ ਰਹਿਣਾ, ਕੁੜੀਆਂ ਨਾਲ ਰਹਿਣਾ, ਗੱਡੀ ਲੈਣੀ ਆ, ਕੰਮ ਕਰਨਾ, ਇੰਡੀਆ ਪੈਸੇ ਭੇਜਣੇ ਆ, that strengthens a person। ਅਤੇ ਉਹ ਸਟਰਗਲ 'ਚ ਜਦੋਂ ਇੱਕ ਵਾਰੀ ਸਟਰਗਲ 'ਚ ਲੋਕੀ ਨੰਗੇ ਹੁੰਦੇ they become stronger। ਅਤੇ ਹੁਣ ਕਈ ਵਾਰੀ ਲੋਕੀ ਸੋਚ ਸਕਦੇ ਵੀ ਸਟਰਗਲ ਮੈਂ ਵੀ ਨਹੀਂ ਕੀਤਾ ਹੈਗਾ, ਬਟ ਸਟਰਗਲ ਸਾਡੇ ਡਿਫਰੈਂਟ ਕਾਫੀ ਆਏ ਸੀਗੇ। ਅਤੇ ਸੋ ਮੈਂ ਕਹਿੰਦਾ ਵੀ ਡੋਂਟ ਗਿਵ ਅਪ ਹੋਪ ਐਵਰ। ਅਤੇ ਓਪਰਚੁਨਿਟੀਆਂ ਆਉਂਦੀਆਂ, ਕਈ ਓਪਰਚੁਨਿਟੀ ਨਹੀਂ ਪੈਨ ਆਊਟ ਹੁੰਦੀਆਂ, ਹੋਰ ਓਪਰਚੁਨਿਟੀ ਆ ਜਾਊਗੀ, ਪਰ ਆਪਣਾ ਵਰਕ ਐਥਿਕ ਜਿਹੜਾ be very dedicated to your work ethic and ਉੱਥੋਂ grow ਹੁੰਦਾ ਬੰਦਾ। ਮੈਂ ਤੁਹਾਡੀ ਗੱਲ ਕਾਫੀ ਹੱਦ ਤੱਕ ਮੈਂ ਮਹਿਸੂਸ ਕਰਦੀ ਹਾਂ ਕਿ ਇਹਦੇ ਵਿੱਚ 100% ਤੁਸੀਂ ਸਹੀ ਕਹਿ ਰਹੇ ਹੋ ਕਿ ਵਰਕ ਐਥਿਕ ਬਹੁਤ ਇੰਪੋਰਟੈਂਟ ਹੈ। ਅਸੀਂ ਕਿਸ ਤਰੀਕੇ ਨਾਲ ਕੰਮ ਕਰਦੇ ਹਾਂ ਅਤੇ ਸਾਡਾ ਜਿਹੜਾ ਪਰਪਜ਼ ਕੀ ਆ ਕੰਮ ਕਰਨ ਦਾ, ਗੋਲ ਕੀ ਆ, ਕਿੱਥੇ ਤੱਕ ਪਹੁੰਚਣਾ, ਇਹ ਚੀਜ਼ਾਂ ਜਦੋਂ ਸਾਡੀ ਨਜ਼ਰ 'ਚ ਹੁੰਦੀਆਂ। ਤੁਸੀਂ ਕਿਉਂਕਿ ਇੱਕ ਯੰਗ ਐਂਟਰਪ੍ਰੇਨਿਓਰ ਹੋ, ਹਾਂਜੀ, ਇਹ ਗੱਲ ਮੈਂ ਜ਼ਰੂਰ ਜਾਣਨਾ ਚਾਹੁੰਦੀ। ਤੁਸੀਂ ਆਪ ਵੀ 2 ਵਾਰੀ ਮੈਂਸ਼ਨ ਕੀਤੀ ਹੈ ਕਿ ਇੱਥੇ ਦੇ ਜਿਹੜੇ ਮੁੰਡੇ ਕੁੜੀਆਂ ਆ ਜਾਂ ਇੱਥੋਂ ਦੀ ਬੌਰਨ ਜਿਹੜੀ ਜਨਰੇਸ਼ਨ ਹੈ ਉਹ ਬਹੁਤ ਹੱਥੀਂ ਕੰਮ ਕਰਨਾ ਨਹੀਂ ਚਾਹੁੰਦੇ, ਜਦੋਂ ਅਸੀਂ ਇੱਥੇ ਆਉਂਦੇ ਹਾਂ ਅਸੀਂ ਇਹ ਦੇਖਦੇ ਹਾਂ ਕਿ ਕੰਮਾਂ ਕਾਰਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਉੱਚਾ ਨਹੀਂ, ਕੋਈ ਨੀਵਾਂ ਨਹੀਂ, ਕੋਈ ਘਟੀਆ ਨਹੀਂ ਕੰਮ, ਕੋਈ ਵਧੀਆ ਨਹੀਂ ਕੰਮ, ਤਾਂ ਕੰਮ ਸਾਨੂੰ ਦੱਸਿਆ ਜਾਂਦਾ। ਇਹਦਾ ਕੀ ਤੁਸੀਂ ਰੀਜ਼ਨ ਦੇਖਦੇ ਹੋ? ਤੁਹਾਨੂੰ ਕੀ ਲੱਗਦਾ ਕਿ ਇਹ ਗੱਲ ਕਿਉਂ ਆਮ ਹੋ ਗਈ ਆ ਕਿ ਜਿਹੜੇ ਬੱਚੇ ਬਹੁਤਾ ਪੜ੍ਹਨਾ ਵੀ ਨਹੀਂ ਚਾਹੁੰਦੇ ਅਤੇ ਕੰਮ ਵੀ ਨਹੀਂ ਕਰਨਾ ਚਾਹੁੰਦੇ? ਹੁਣ ਮੈਂ ਪ੍ਰੋਫੈਸ਼ਨਲ ਨਹੀਂ ਹੈਗਾ ਇਸ ਗੱਲ 'ਤੇ ਐਨੀਥਿੰਗ, ਪਰ ਮੈਂ ਕਹਿ ਰਿਹਾ ਕਰਕੇ ਜਦੋਂ ਕਈ ਵਾਰੀ ਅਸੀਂ ਜੋਬ ਪੋਸਟਿੰਗ ਪਾਈ ਦੀ ਆ, ਜਿਹੜੇ ਮੈਂ ਇਸੇ ਤੌਰ 'ਤੇ ਗੱਲ ਕਰ ਰਿਹਾ, ਹੋਰ ਕੋਈ ਅਫੈਂਸ ਨਾ ਕੋਈ ਕਰੇ ਜੀ, ਜਦੋਂ ਮੈਨੂੰ ਰੈਜ਼ੂਮੇ ਆਉਂਦੇ ਆ ਜਾਂ ਸਾਡੇ ਸਟਾਫ ਨੂੰ ਸਾਡੇ ਆਫਿਸ 'ਚ ਰੈਜ਼ੂਮੇ ਆਉਂਦੇ ਆ, 99% ਇੱਥੇ ਦੇ ਨਹੀਂ ਹੈਗੇ। ਅੱਛਾ, ਜੰਮੇ ਪਲੇ। ਸੋ ਦੈਟਸ ਅ ਟਿਪੀਕਲ ਵੇਅਰਹਾਊਸ ਜੋਬ। ਸੋ ਉੱਥੋਂ ਦਿਸਦਾ ਪਈ ਇੱਥੋਂ ਦੇ ਹੁਣ ਜਿੱਦਾਂ ਇੰਡੀਅਨ ਹਾਲ 'ਚ ਹੋ ਜਾਵੇ ਜਾਂ ਵੇਅਰਹਾਊਸ 'ਚ ਹੋ ਜਾਵੇ ਜਾਂ ਰੈਸਟੋਰੈਂਟ 'ਚ ਹੋ ਜਾਵੇ, 99% ਤੋਂ ਹੁਣ ਤੁਸੀਂ ਬਾਹਰ ਜਾਂਦੇ ਆ, ਤੁਸੀਂ ਦੇਖ ਰਹੇ ਪਈ ਕਾਫੀ ਜਿਹੜੇ ਨਵੇਂ ਇੱਥੇ ਆ ਰਹੇ ਆ, those are the ones that are getting those jobs। So just from that experience ਮੇਰਾ ਮੈਂ ਨੋਟਿਸ ਕਰ ਰਿਹਾ, ਮੈਂ ਹੁਣ ਇਹ ਨਹੀਂ ਕਹਿ ਸਕਦਾ ਵੀ ਸਾਰੇ ਇੱਦਾਂ, ਬਟ I'm just noticing ਤੁਹਾਡੇ ਆਪਣੇ ਐਕਸਪੀਰੀਅੰਸ ਤੋਂ। ਇੱਥੋਂ ਵੀ ਮੈਂ ਮੁੰਡੇ ਹਾਇਰ ਕੀਤੇ ਸੀ 2-3 ਵਾਰੀ, ਜਿਹੜੇ ਇੱਥੇ ਲੋਕਲੀ ਆ, 2-3 ਹਫ਼ਤੇ ਬਾਅਦ it's not for them। So ਮੈਂ just from my personal experience ਮੈਂ ਕਹਿ ਰਿਹਾ ਵੀ ਜਿਹੜੇ ਆ ਰਹੇ ਨਵੇਂ ਸਟੂਡੈਂਟ ਇੱਥੇ, there's lots of students ਜਿਹੜੇ ਇੱਥੇ ਜੰਮੇ ਪਲੇ ਆ, ਬਹੁਤ ਹਾਰਡ ਕੰਮ ਕਰਦੇ ਆ। ਇਹ ਨਾ ਸੋਚੋ ਵੀ they don't that I ਸਾਡੇ ਫਰੈਂਡਸ ਐਂਡ ਫੈਮਿਲੀ 'ਚੋਂ ਬਹੁਤ ਜ਼ਿਆਦਾ ਹਾਰਡ ਕੰਮ ਕਰਦੇ ਆ, ਬਹੁਤ ਪੜ੍ਹਦੇ ਆ, ਜੋਬਾਂ ਬਹੁਤ ਸੋਹਣੀਆਂ ਮਿਲਦੀਆਂ ਉਹਨਾਂ ਨੂੰ, ਬਟ I think it's a give and take in everything। ਮਨਦੀਪ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਗੱਲਬਾਤ ਕਰਨ ਦੇ ਲਈ। ਥੈਂਕ ਯੂ ਸੋ ਮੱਚ, ਤੁਸੀਂ ਸਮਾਂ ਕੱਢਿਆ ਸਾਡੇ ਸੁਣਨ ਵਾਲਿਆਂ ਦੇ ਨਾਲ ਇਹ ਗੱਲਬਾਤ ਕੀਤੀ ਹੋਈ। ਕੋਈ ਇਹੋ ਜਿਹੀ ਗੱਲ ਜਿਹੜੀ ਤੁਹਾਡੇ ਕੋਲੋਂ ਮੈਂ ਨਾ ਪੁੱਛ ਸਕੀ ਹੋਵਾਂ ਜਾਂ ਤੁਸੀਂ ਕਹਿਣਾ ਚਾਹੁੰਦੇ ਸੀ ਕਹਿ ਨਹੀਂ ਸਕੇ ਹੋਵੋ? ਨਹੀਂ, ਸਾਡਾ ਕਾਫੀ ਸਮਾਂ ਸੋਹਣਾ ਨਿਕਲ ਗਿਆ ਅਤੇ ਆਈ ਇੰਜੋਇਡ ਇਟ। ਅਤੇ ਮੈਨੂੰ ਇਹੀ ਆ ਵੀ ਮੋਟੀਵੇਸ਼ਨ ਮੰਡੇ ਤੁਹਾਡੀ ਹੈਗੀ ਆ ਟੋਪਿਕ, ਵੀ ਗਿਵ ਅਪ ਨਾ ਕਰੋ। ਜਿਹੜੇ ਵੀ ਕੋਈ ਸੁਣਦੇ ਹੋਣ ਭੈਣਾਂ ਭਰਾਵਾਂ, ਅਤੇ ਗਿਵ ਅਪ ਨਾ ਕਰੋ। ਓਪਰਚੁਨਿਟੀਆਂ ਬਹੁਤ ਹੈ ਇੱਥੇ। ਕਈ ਵਾਰੀ ਦੂਜੇ ਬੰਦੇ ਨੂੰ ਦੇਖ ਕੇ ਪਈ ਬੰਦਾ ਥੋੜ੍ਹਾ ਡਿਫਲੇਟ ਹੋ ਜਾਂਦਾ ਪਈ ਅਸੀਂ ਕਿਸ ਤਰ੍ਹਾਂ ਇਸ ਪੋਜੀਸ਼ਨ 'ਤੇ ਪਹੁੰਚੀਏ, ਬਟ ਓਵਰਨਾਈਟ ਨਹੀਂ ਚੀਜ਼ਾਂ ਹੁੰਦੀਆਂ, ਹੈ ਨਾ। ਅਤੇ ਵਰਕ ਐਟ ਇਟ, ਆਪਣੇ ਆਪ ਨੂੰ ਬਿਲਡ ਕਰੋ, ਹੌਲੀ 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 ਐਵਰੀਥਿੰਗ ਵਰਕਸ ਆਊਟ। ਮੈਂ ਕਮੈਂਟ ਕਰਦੀ ਹਾਂ ਤੁਹਾਨੂੰ ਇਸ ਗੱਲ ਲਈ ਕਿ ਤੁਹਾਡੀ ਪੰਜਾਬੀ ਬਹੁਤ ਵਧੀਆ, ਤੁਸੀਂ ਪੰਜਾਬੀ ਬਹੁਤ ਸੋਹਣੀਆਂ ਗੱਲਾਂ ਕੀਤੀਆਂ। ਅਤੇ ਸਾਡੇ ਸੁਣਨ ਵਾਲਿਆਂ ਨੂੰ ਫਿਰ ਦੱਸਦੇ ਹਾਂ ਕਿ ਮਨਦੀਪ ਜੀ ਇੱਥੋਂ ਦੇ ਹੀ ਜੰਮੇ ਪਲੇ ਆ, ਪਰ ਪੰਜਾਬੀ ਬਹੁਤ ਵਧੀਆ ਬੋਲਦੇ ਆ। ਇਹਨਾਂ ਦੇ ਨਾਲ ਇੱਕ ਛੋਟੀ ਜਿਹੀ ਮੈਂ ਸ਼ਿਕਾਇਤ ਜ਼ਾਹਰ ਕੀਤੀ ਸੀ ਥੋੜ੍ਹਾ ਸਮਾਂ ਪਹਿਲਾਂ ਕਿ ਇਹਨਾਂ ਦੇ ਪੈਕੇਜਿਸ ਦੇ ਉੱਤੇ ਜਿਹੜੇ ਪੰਜਾਬੀ ਦੇ ਵਿੱਚ ਟਾਈਟਲ ਲਿਖੇ ਹੋਏ ਆ ਪ੍ਰੋਡਕਟਸ ਦੇ, ਕਿਤੇ ਕਿਤੇ ਉਹ ਗਲਤੀਆਂ ਸਨ। ਅਤੇ ਇਹ ਚੀਜ਼ ਇਹਨਾਂ ਦੇ ਧਿਆਨ 'ਚ ਅੱਜ ਮੈਂ ਇੱਕ ਵਾਰੀ ਫਿਰ ਲੈ ਕੇ ਆਉਂਦੀ ਹੈ। ਅਤੇ ਮੈਨੂੰ ਇਹਨਾਂ ਨੇ ਇਹ ਆਫ ਦਾ ਏਅਰ ਇਹ ਗੱਲ ਕੀਤੀ ਹੈ ਕਿ ਉਸ ਚੀਜ਼ ਨੂੰ ਠੀਕ ਕੀਤਾ ਜਾ ਰਿਹਾ। ਮਨਦੀਪ ਜੀ, ਆਪਣੀ ਜ਼ੁਬਾਨੀ ਵੀ ਇੱਕ ਵਾਰੀ ਇਹ ਗੱਲ ਸਾਡੇ ਸੁਣਨ ਵਾਲਿਆਂ ਨਾਲ ਸਾਂਝੀ ਕਰ ਜਾਓ ਪਲੀਜ਼। ਨੋ ਪ੍ਰੋਬਲਮ। ਸੋ ਅਸੀਂ ਐਕਚੁਅਲੀ ਚੇਂਜ ਕਰ ਰਹੇ ਹਾਂ ਆਪਣੀ ਸਾਰੀ ਪੈਕੇਜਿੰਗ, ਲੋਗੋ ਅਸੀਂ ਚੇਂਜ ਕੀਤਾ। ਅਤੇ ਹੌਲੀ ਹੌਲੀ ਜਿਹੜਾ ਹੁਣ ਸਾਡਾ ਨਵਾਂ ਪ੍ਰੋਡਕਟ ਆ ਰਿਹਾ
ਉਹਦੀ ਮੈਂ ਪੰਜਾਬੀ ਸਾਰੀ ਜਿਹੜੀ ਹੈਗੀ ਆ ਜਿੱਥੇ ਵੀ ਪ੍ਰੋਬਲਮ ਸੀਗੀ ਸਾਡੀ ਗੂਗਲ ਟ੍ਰਾਂਸਲੇਸ਼ਨ ਤੋਂ ਉਹ ਸਾਰੀ ਕਰੈਕਟ ਹੌਲੀ ਹੌਲੀ ਹੋ ਕੇ ਆ ਰਹੀ ਆ। ਇਹ ਨਹੀਂ ਅਜੇ ਨਹੀਂ ਹੋਣੀ ਕਰਕੇ ਸਾਡੇ ਪ੍ਰੀ ਪ੍ਰਿੰਟਡ ਹੁੰਦੇ ਬੈਗ, ਬਟ ਜਿਹੜੀ ਨਵੀਂ ਆ ਰਹੀਆਂ ਨਵੇਂ ਲੋਗੋ ਨਾਲ ਉਹ ਸਾਰੀ ਮੈਂ ਚੇਂਜ ਕਰਾ ਰਿਹਾ। ਸੋ ਅਸੀਂ ਉਮੀਦ ਕਰਦੇ ਹਾਂ ਕਿ ਹੌਲੀ ਹੌਲੀ ਉਹ ਜਿਹੜਾ ਰਿਪਲੇਸ ਹੋ ਜਾਣਗੇ ਉਹ ਜਿਹੜੇ ਟਾਈਟਲ ਸੀਗੇ ਜਿੱਦਾਂ ਇਨਵੈਂਟਰੀ ਹਾਂਜੀ ਨਿਕਲੀ ਗਈ। ਥੈਂਕ ਯੂ ਸੋ ਮਚ। ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ।